सो आज अपने नाल बहुत ही रिस्पेक्टेड हस्तियां हैगियां, साइंटिस्ट साडे नाल है। सो डॉक्टर टी.एस. बैंस जो प्रिंसिपल पल्स ब्रीडर PAU तो रिटायर हुए ने, और डॉक्टर N.S. मल्ली, एक्स डायरेक्टर एक्सटेंशन एजुकेशन PAU एंड former vice chancellor Guru Kashi University Talwandi Sabo, and इंद्रजीत जी जो कि एक प्रोग्रेसिव मूंग दाल ग्रोअर है। सो आज ਦਾ ਸਾਡਾ ਟੌਪਿਕ ਹੈਗਾ मूंग दाल पंजाब ਦੇ ਵਿੱਚ ਉਹਦੀ ਕਲਟੀਵੇਸ਼ਨ ਕਲਟੀਵੇਸ਼ਨ ਪੰਜਾਬ ਦੇ ਵਿੱਚ ਤੇ ਉਹਦੇ ਪ੍ਰੋਸਪੈਕਟਸ, ਪ੍ਰੋਬਲਮ, ਸਟੋਰੇਜ, ਮਾਰਕੀਟਿੰਗ ਤੇ ਸੋਇਲ ਦੀ ਹੈਲਥ ਦੇ ਉੱਤੇ ਕਿਵੇਂ ਉਹਦਾ ਅਸਰ ਤੇ ਇਹਦੇ ਪਿੱਛੇ ਦੀਆਂ ਇਕਨੋਮਿਕਸ। ਸੋ ਸਭ ਤੋਂ ਪਹਿਲਾਂ ਸਾਡਾ ਅੱਜ ਦਾ ਕੁਐਸਚਨ ਹੋਏਗਾ ਡਾਕਟਰ ਬੈਂਸ ਦੇ ਨਾਲ ਕਿ ਸਾਨੂੰ ਜੇ ਉਹ ਸਾਨੂੰ ਦੱਸਣ ਮੂੰਗ ਦਾਲ ਕਲਟੀਵੇਸ਼ਨ ਦੇ ਵਿੱਚ ਕਿਵੇਂ ਪੰਜਾਬ ਦਾ ਕੀ ਬੈਕਗਰਾਉਂਡ ਹੈਗਾ, ਆਪਾਂ ਕਦੋਂ ਤੋਂ ਇਹਦੀ ਕੀ ਹਿਸਟਰੀ ਹੈ ਔਰ ਇਹ ਕਿਵੇਂ ਇਹਨੂੰ ਆਪਾਂ ਅੱਗੇ ਲੈ ਕੇ ਜਾ ਸਕਦੇ ਹਾਂ। ਡਾਕਟਰ ਬੈਂਸ, ਅਨਮਿਊਟ yourself। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੂੰਗਾ ਜੀ ਵੀ ਸਪੋਰਟ ਆਰ ਫਾਰਮਰਸ ਵੀ ਆਰ ਪੰਜਾਬ ਗਰੁੱਪ ਦਾ, ਜਿਨ੍ਹਾਂ ਨੇ ਬੜੇ ਹੀ ਢੁਕਵੇਂ ਸਮੇਂ ਤੇ ਇਹ ਵੈਬੀਨਾਰ ਕਰ ਰਹੇ ਹੈਗੇ ਆ। ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੂੰਗ ਜਿਹੜੀ ਹੈਗੀ ਹੈ ਫਸਲ ਬੜੀ ਖਬਰਾਂ 'ਚ ਰਹੀ ਹੈ। ਉਹਦਾ ਕਾਰਨ ਇਹ ਸੀਗਾ ਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਝੋਨੇ ਤੇ ਕਣਕ ਤੋਂ ਇਲਾਵਾ ਇੱਕ ਹੋਰ ਫਸਲ ਤੇ ਅਸੀਂ MSP ਜਿਹੜੀ ਉਹ ਦਿਆਂਗੇ ਤੇ MSP ਤੇ ਮੂੰਗ ਚੱਕਾਂਗੇ, ਜਦਕਿ ਹਜੇ ਤੱਕ ਸਿਰਫ ਦੋਨਾਂ ਫਸਲਾਂ ਤੇ ਹੀ MSP ਤੇ ਫਸਲਾਂ ਪੰਜਾਬ 'ਚ ਚੱਕੀਆਂ ਜਾਂਦੀਆਂ ਸੀ। ਸੋ ਇਹਦੇ ਨਾਲ ਜਿਹੜਾ ਫਾਰਮਰ ਹੈ, ਕਿਸਾਨ ਹੈ, ਉਹਦੀ ਇਨਕਮ ਦਾ ਵਾਧਾ ਹੋਏਗਾ ਹੀ। ਇਹਦੇ ਨਾਲ ਹੀ ਜਿਹੜਾ ਡਿਵਰਸੀਫਿਕੇਸ਼ਨ ਦਾ ਬਹੁਤ ਇਸ ਵੇਲੇ ਲੋੜ ਹੈ, ਪਾਣੀ ਦਾ ਪੱਧਰ ਥੱਲੇ ਜਾ ਰਿਹਾ ਹੈ। ਸੋ ਜੋ ਇਸ ਵੇਲੇ ਹਾਲਾਤ ਨੇ ਆਪਣੇ ਕਿਸਾਨ ਦੇ, ਕਿਸਾਨੀ ਦੇ, ਸੋ ਡਿਵਰਸੀਫਿਕੇਸ਼ਨ ਦੇ ਵਿੱਚ ਵੀ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਮੂੰਗ। ਇਸ ਕਰਕੇ ਪੰਜਾਬ ਗਵਰਨਮੈਂਟ ਦੀ ਇਸ ਪਹਿਲ ਕਰਕੇ ਹੀ ਏਰੀਆ ਜੋ ਹੈ ਮੂੰਗ ਦਾ ਮੇਰਾ ਖਿਆਲ ਪਿਛਲੇ ਸਾਲ ਨਾਲੋਂ ਦੁੱਗਣਾ ਜਾਂ ਤਿੱਗਣਾ ਹੋ ਗਿਆ। ਇੱਕ ਐਸਟੀਮੇਟ ਦੇ ਮੁਤਾਬਕ 1 ਲੱਖ ਤੋਂ 1.25 ਲੱਖ ਏਕੜ ਦੇ ਵਿੱਚ ਜਿਹੜਾ ਏਰੀਆ ਹੈ ਇਸ ਵੇਲੇ ਮੂੰਗ ਦੇ ਥੱਲੇ ਹੈ। ਤੇ ਮੂੰਗ ਜਿਹੜਾ ਹੈ ਇਹ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਤਕਰੀਬਨ 30 ਸਾਲ ਮੈਂ PAU ਦੇ ਵਿੱਚ ਐਜ਼ ਮੂੰਗ ਬਰੀਡਰ ਕੰਮ ਕੀਤਾ ਹੈ। ਤੇ ਮੈਨੂੰ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਹੈ ਕਿ ਜਿੰਨੀਆਂ ਇਸ ਵੇਲੇ ਵੈਰਾਈਟੀਆਂ ਨੇ ਜਿਹੜੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰਿਕਮੈਂਡਡ ਨੇ ਪੰਜਾਬ 'ਚ ਬੀਜਣ ਲਈ, ਉਹ ਸਾਰੀਆਂ ਵੈਰਾਈਟੀਆਂ 'ਚ ਹੀ ਸਾਡੀ ਟੀਮ ਜਿਹੜੀ ਹੈ, ਸਾਡੀ ਟੀਮ ਵੱਲੋਂ ਵਿਕਸਿਤ ਕੀਤੀਆਂ ਗਈਆਂ ਨੇ। ਸੋ ਇਸ ਵੇਲੇ ਬਹੁਤ ਲੋੜ ਸੀ ਇਸ ਵੈਬੀਨਾਰ ਦੀ, ਕਿਉਂਕਿ ਉਮੀਦ ਇਹ ਹੈ ਕਿ ਮੂੰਗ ਦੀ ਚੋਖੀ ਪ੍ਰੋਡਕਸ਼ਨ ਹੋਏਗੀ ਜਿਸ ਤਰ੍ਹਾਂ ਏਰੀਆ ਲੱਗਿਆ ਹੈ, ਤੇ ਕੁਛ ਉਹਦੇ ਚੋਂ ਪੰਜਾਬ ਸਰਕਾਰ ਜਾਂ ਸੈਂਟਰਲ ਸਰਕਾਰ ਦੀਆਂ ਏਜੰਸੀਆਂ ਖਰੀਦਣਗੀਆਂ। ਸੋ ਬੜੇ ਇਸ਼ੂਜ਼ ਹੈਗੇ, ਕਈ ਮਸਲੇ ਹੈਗੇ ਜਿਹੜੇ ਇਸ ਵੇਲੇ ਲੋੜ ਹੈ ਡਿਸਕਸ ਕਰਨ ਦੀ, ਕਿਸਾਨਾਂ ਤੱਕ ਪਹੁੰਚਾਉਣ ਦੀ। ਸੋ ਬਹੁਤ ਸ਼ੁਕਰੀਆ ਵੀ ਸਪੋਰਟ ਆਰ ਫਾਰਮਰਸ ਗਰੁੱਪ ਦਾ ਜੀ। ਤੇ ਜਿਸ ਤਰ੍ਹਾਂ ਹੁਣ ਆਪਾਂ ਆਈਏ ਕਿ ਤੁਸੀਂ ਪੁੱਛਿਆ ਕਿ ਪੰਜਾਬ ਦੇ ਵਿੱਚ ਮੂੰਗ ਦੀ ਬੈਕਗਰਾਉਂਡ ਕੀ ਹੈ, ਮੈਂ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਪਹਿਲਾਂ ਕਿਸਮਾਂ ਸੀਗੀਆਂ 70 ਕਿਆਂ ਦੇ ਵਿੱਚ 70s ਵਿੱਚ, ਉਹ ਤਕਰੀਬਨ 80-90 ਦਿਨਾਂ ਦੇ ਵਿੱਚ ਪੱਕਦੀਆਂ ਸੀ। ਸੋ 1970 ਦੇ ਨੇੜੇ ਜਦੋਂ ਗ੍ਰੀਨ ਰੈਵੋਲੂਸ਼ਨ ਆਈ, ਕਣਕ ਝੋਨਾ ਫਸਲੀ ਚੱਕਰ ਸ਼ੁਰੂ ਹੋਇਆ, ਉਦੋਂ ਇੱਕ ਵੈਰਾਈਟੀ ਲੋੜ ਮਹਿਸੂਸ ਕੀਤੀ ਗਈ ਕਿ ਜਿਹੜੀ ਤਕਰੀਬਨ 60 ਦਿਨਾਂ ਦੇ ਵਿੱਚ ਕਣਕ ਝੋਨੇ ਦੇ ਵਿਚਾਲੇ ਇੱਕ ਵੈਰਾਈਟੀ ਜਿਹੜੀ ਆ ਜਾਵੇ ਇੱਕ ਤੀਜੀ ਫਸਲ ਦੇ ਰੂਪ ਦੇ ਵਿੱਚ। ਸੋ ਫਿਰ ਉਦੋਂ ਐਫਰਟ ਸ਼ੁਰੂ ਹੋਈਆਂ PAU ਦੇ ਸਾਇੰਸਦਾਨਾਂ ਵੱਲੋਂ, ਤੇ 1970 ਦੇ ਹੀ ਕਰੀਬ
ਇੱਕ ਪੰਜਾਬ ਦੇ ਵਿੱਚ G65 ਕਰਕੇ ਇੱਕ ਵੈਰਾਈਟੀ ਆਈ ਸੀ ਸੱਠੀ ਮੂੰਗੀ ਦੀ, ਪਰ ਉਹ ਜਿਹੜੀਆਂ ਵੈਰਾਈਟੀਆਂ ਸ਼ੁਰੂ 'ਚ ਆਈਆਂ ਸੀ ਨਾ ਜੀ, ਉਹ ਤਕਰੀਬਨ ਫਿਰ ਵੀ 90 ਦਿਨ ਤੋਂ ਘਟਾ ਕੇ 75 ਕੁ ਦਿਨ ਤੇ ਆ ਗਈਆਂ ਸੀ। ਸੋ ਹੌਲੀ ਹੌਲੀ ਉਹ ਵੈਰਾਈਟੀਆਂ ਦੇ ਹੇਠ ਏਰੀਆ ਆਇਆ ਪੰਜਾਬ 'ਚ, ਪਰ ਤਕਰੀਬਨ ਉਸ ਤੋਂ ਬਾਅਦ ਇੱਕ ਪੀਲੇ ਪੱਤੇ ਦਾ ਰੋਗ ਹੁੰਦਾ ਹੈ, ਉਹ ਸ਼ੁਰੂ ਹੋ ਗਿਆ ਪੰਜਾਬ 'ਚ ਕਾਫੀ, ਤੇ 2000 ਸਨ ਤੱਕ ਮੂੰਗੀ ਦਾ ਏਰੀਆ ਜਿਹੜਾ ਸੀ ਪੰਜਾਬ 'ਚ ਤਕਰੀਬਨ ਜ਼ੀਰੋ ਹੋ ਗਿਆ, 2-4-5 ਹਜ਼ਾਰ ਹੈਕਟੇਅਰ ਏਕੜ ਰਹਿ ਗਿਆ। ਫਿਰ ਇਸ ਤੋਂ ਬਾਅਦ ਕੀ ਹੋਇਆ ਕਿ ਦੁਬਾਰਾ ਐਫਰਟ ਸ਼ੁਰੂ ਹੋਈਆਂ। 2003 ਚ ਇੱਕ ਬੜੀ ਹੀ ਪਪੂਲਰ ਵੈਰਾਈਟੀ, ਸਾਰੇ ਜਿਹੜੇ ਮੂੰਗ ਉਗਾਉਂਦੇ ਉਹਨਾਂ ਨੂੰ ਵੈਰਾਈਟੀ ਬਾਰੇ ਜਾਣੂ ਨੇ, SML 668 ਕਰਕੇ ਇੱਕ ਵੈਰਾਈਟੀ ਰਿਲੀਜ਼ ਕੀਤੀ ਗਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ। ਇਹ ਵੈਰਾਈਟੀ ਇੰਨੀ ਪਪੂਲਰ ਸੀ, 60 ਦਿਨ ਚ ਪੱਕਦੀ ਸੀ, ਜਿਹੜਾ ਮੇਨ ਉਸ ਵੇਲੇ ਆਪਣੀ ਲੋੜ ਸੀ 60 ਦਿਨ ਦੀ ਵੈਰਾਈਟੀ ਦੀ, 60 ਦਿਨ ਚ ਪੱਕਦੀ ਸੀ। ਔਰ ਇਹਦੇ ਨਾਲ ਤੁਸੀਂ ਦੇਖੋ ਕਿ ਏਰੀਆ ਜ਼ੀਰੋ ਤੋਂ 10 ਸਾਲਾਂ ਦੇ ਵਿੱਚ 50,000 ਏਕੜ ਦੇ ਕਰੀਬ ਹੋ ਗਿਆ, 60,000 ਏਕੜ ਦੇ ਵਿੱਚ ਵੀ ਤਕਰੀਬਨ ਆਪਾਂ ਕਹਿ ਸਕਦੇ ਹੋ ਗਿਆ, ਬੜੀ ਤੇਜ਼ੀ ਨਾਲ ਏਰੀਆ ਵਧਿਆ। ਪਰ ਫਿਰ ਕਿਉਂਕਿ MSP ਨਹੀਂ ਮਿਲਦੀ ਸੀ, ਓਪਨ ਮੰਡੀ ਦੇ ਵਿੱਚ 2-3 ਮੰਡੀਆਂ ਸੀ ਪੰਜਾਬ ਦੇ ਵਿੱਚ, ਜਗਰਾਓਂ, ਮੁੱਲਾਂਪੁਰ ਏਰੀਆ, ਸੋ ਇੱਥੇ 4,000, 4,500, 5,000, ਵੱਧ ਤੋਂ ਵੱਧ 5,500 ਰੁਪਏ ਕੁਇੰਟਲ ਨੂੰ ਮੂੰਗੀ ਜਿਹੜੀ ਵਿਕਦੀ ਸੀਗੀ। ਸੋ ਉਹਦੇ ਕਰਕੇ ਏਰੀਆ ਫੇਰ ਘਟਣਾ ਸ਼ੁਰੂ ਹੋ ਗਿਆ, ਤਵੱਜੋ ਨਹੀਂ ਦਿੱਤੀ ਗਈ ਇਸ ਫਸਲ ਵੱਲ। ਪਰ ਹੁਣ ਇਹ ਸਰਕਾਰ ਨੇ ਜਦੋਂ MSP ਅਨਾਉਂਸ ਕੀਤੀ ਹੈ ਤੇ ਉਹਦੇ ਨਾਲ ਏਰੀਆ ਕਾਫੀ ਵਧਿਆ, ਔਰ ਏਰੀਆ ਵਧਣ ਨਾਲ ਇਹਦਾ ਉਮੀਦ ਆ ਕਿ ਇਹਦੀ ਪ੍ਰੋਡਿਊਸ ਵੀ ਕਾਫੀ ਆਏਗੀ ਮੰਡੀ ਦੇ ਵਿੱਚ। ਸੋ ਇਸ ਕਰਕੇ ਆਪਾਂ ਇਸ ਸੈਮੀਨਾਰ ਦੇ ਵਿੱਚ, ਇਸ ਵੈਬੀਨਾਰ ਦੇ ਵਿੱਚ ਇਹ ਸਾਰੇ ਜਿਹੜੇ ਇਸ਼ੂ ਹੈ ਉਹ ਡਿਸਕਸ ਕਰਾਂਗੇ ਜੀ। ਡਾਕਟਰ ਸਾਹਿਬ, ਜਦੋਂ ਆਪਾਂ ਮੂੰਗ ਦਾਲ ਦੀ ਗੱਲ ਕਰਦੇ ਹੈਗੇ ਆ ਤੇ ਇਹ ਕਿੰਨੇ ਸੀਜ਼ਨਸ ਆਪਾਂ ਗਰੋ ਕਰ ਸਕਦੇ ਹੈਗੇ ਆ ਪੰਜਾਬ ਦੇ ਵਿੱਚ, ਔਰ ਇਸ ਵੇਲੇ ਕਿਹੜੀ ਮੂੰਗ ਦੀ ਕਿਹੜੀ ਵੈਰਾਈਟੀ ਗਰੋ ਕੀਤੀ ਜਾ ਰਹੀ ਹੈ ਜਿਹਦੇ ਬਾਰੇ ਪੰਜਾਬ ਸਰਕਾਰ MSP ਦੇ ਰਹੀ ਹੈ, ਤੁਸੀਂ ਉਹਦੇ ਬਾਰੇ ਦੱਸ ਸਕੋਗੇ? ਇਹ ਬੜਾ ਜ਼ਰੂਰੀ, ਬੜਾ ਇੰਪੋਰਟੈਂਟ ਕੁਐਸਚਨ ਹੈ ਜੀ। ਜਿਹੜੀ ਮੂੰਗੀ ਹੈ ਨਾ ਜੀ, ਇਹ ਬੜੀ ਵਰਸਟਾਈਲ ਕ੍ਰੌਪ ਹੈ, ਇਹ ਬੜੇ ਡਿਫਰੈਂਟ ਸੀਜ਼ਨ ਵਿੱਚ ਡਿਫਰੈਂਟ ਕ੍ਰੌਪਿੰਗ ਪੈਟਰਨ 'ਚ ਗਰੋ ਕੀਤੀ ਜਾ ਸਕਦੀ ਹੈ। ਪੰਜਾਬ 'ਚ ਜੋ ਹੈ ਇਹ ਮੇਨ 2 ਸੀਜ਼ਨ 'ਚ ਬੀਜੀ ਜਾ ਸਕਦੀ ਹੈ। ਇੱਕ ਤਾਂ ਜਿਹਨੂੰ ਆਪਾਂ ਸੱਠੀ ਮੂੰਗੀ ਕਹਿ ਦਿੰਦੇ ਆ, ਉਹਨੂੰ ਗਰਮੀ ਰੁੱਤ ਦੀ ਮੂੰਗੀ ਵੀ ਕਹਿ ਦਿੰਦੇ ਆ, ਉਹਨੂੰ ਕਈ ਪਿੰਡਾਂ 'ਚ ਹਾੜੂ ਮੂੰਗੀ ਵੀ ਕਹਿ ਦਿੰਦੇ ਆ। ਜਿਹੜੀ ਇਹ ਸੱਠੀ ਮੂੰਗੀ ਹੈ ਜੀ, ਜਿਹੜੀ ਇਸ ਵੇਲੇ ਪੱਕਣ ਨੂੰ ਤਿਆਰ ਖੜੀ ਹੈ, ਇਹ ਜਿਹੜੀ ਹੈ ਇਹ ਮਾਰਚ 20 ਤੋਂ ਲੈ ਕੇ ਤੇ 20 ਅਪ੍ਰੈਲ ਤੱਕ ਬੀਜੀ ਜਾਂਦੀ ਹੈ ਜੀ। ਤੇ ਇਸ ਤੋਂ ਬਾਅਦ ਇੱਕ ਜੁਲਾਈ ਦੇ ਦੂਜੇ 15 ਵਾੜੇ 'ਚ, ਜਿਹਨੂੰ ਆਪਾਂ ਖਰੀਫ ਮੂੰਗ ਜਾਂ ਬਰਸਾਤੀ ਮੂੰਗ ਜਿਹਨੂੰ ਕਹਿ ਦਿੰਦੇ ਆ, ਉਹ ਉਦੋਂ ਬੀਜੀ ਜਾਂਦੀ ਹੈ। ਸੋ ਇੱਕ ਬੜੇ ਧਿਆਨ 'ਚ ਰੱਖਣ ਦੀ ਗੱਲ ਆ, ਬੜਾ ਜ਼ਰੂਰੀ ਜਿਹੜਾ ਪੁਆਇੰਟ ਇਹ ਹੈ ਕਿ ਜਿਹੜੀਆਂ ਵੈਰਾਈਟੀਆਂ ਨੇ, ਸੱਠੀ ਮੂੰਗ ਦੀਆਂ ਵੈਰਾਈਟੀਆਂ ਹੋਰ ਨੇ, ਜਿਹੜੀ ਖਰੀਫ ਮੂੰਗ ਦੀਆਂ ਵੈਰਾਈਟੀਆਂ ਹੋਰ ਨੇ। ਸੋ ਇਹ ਬੜਾ ਜ਼ਰੂਰੀ ਪੁਆਇੰਟ ਹੈ ਕਿ ਜਿਹੜੀਆਂ ਹੁਣ ਵੈਰਾਈਟੀਆਂ ਬੀਜੀਆਂ ਜਾਂਦੀਆਂ ਉਹ ਜੁਲਾਈ ਦੇ ਵਿੱਚ ਨਹੀਂ ਬੀਜੀਆਂ ਜਾਣਗੀਆਂ, ਉਦੋਂ ਹੋਰ ਵੈਰਾਈਟੀਆਂ ਨੇ। ਸੋ 4 ਵੈਰਾਈਟੀਆਂ ਜਿਹੜੀਆਂ ਇਸ ਵੇਲੇ ਯੂਨੀਵਰਸਿਟੀ ਨੂੰ ਰਿਕਮੈਂਡਡ ਹੈਗੀਆਂ ਇਸ ਸਮਰ ਸੀਜ਼ਨ ਲਈ ਸੱਠੀ ਮੂੰਗ ਲਈ, 3 ਵੈਰਾਈਟੀਆਂ ਹੈਗੀਆਂ ਜਿਹੜੀਆਂ ਰਿਕਮੈਂਡਡ ਖਰੀਫ ਮੂੰਗ ਲਈ। ਸੋ ਇਹ ਬੜਾ ਜ਼ਰੂਰੀ ਪੁਆਇੰਟ ਹੈ। ਔਰ ਇਹਦੇ ਨਾਲ ਇੱਕ ਹੋਰ ਗੱਲ ਹੈ ਕਿ ਸਾਊਥ ਇੰਡੀਆ 'ਚ, ਦੱਖਣੀ ਭਾਰਤ ਵਿੱਚ ਜਿਹੜਾ ਰਬੀ ਸੀਜ਼ਨ ਹੈ, ਹਾੜੀ ਦਾ ਸੀਜ਼ਨ ਹੈ, ਅਕਤੂਬਰ, ਨਵੰਬਰ, ਦਸੰਬਰ ਵਿੱਚ ਵੀ ਮੂੰਗੀ ਬੀਜੀ ਜਾਂਦੀ ਹੈ, ਕਿਉਂਕਿ ਉੱਥੇ ਠੰਡ ਨਹੀਂ ਜ਼ਿਆਦਾ ਹੁੰਦੀ। ਸੋ ਤੁਸੀਂ ਦੇਖ ਲਓ ਕਿ ਪੰਜਾਬ 'ਚ 2 ਸੀਜ਼ਨ, ਤੇ ਜੇ ਸਾਰੇ ਇੰਡੀਆ ਦੀ ਗੱਲ ਕਰੀਏ ਤਾਂ 3 ਸੀਜ਼ਨ ਵਿੱਚ ਮੂੰਗੀ ਬੀਜੀ ਜਾ ਸਕਦੀ ਹੈ। ਇਹ ਤਾਂ ਬਹੁਤ ਅੱਛਾ ਪੁਆਇੰਟ ਤੁਸੀਂ ਦੱਸਿਆ ਹੈਗਾ ਕਿ ਪੰਜਾਬ ਦੇ ਵਿੱਚ 2 ਸੀਜ਼ਨ ਐਂਡ 3 ਸੀਜ਼ਨਸ ਆਲ ਓਵਰ ਇੰਡੀਆ ਦੇ ਵਿੱਚ ਹੈਗਾ, ਕਈ ਵੈਰਾਈਟੀਜ਼ ਹੈ, ਔਰ ਜੇ ਕਿਸਾਨ ਨੂੰ ਪਤਾ ਹੋਏ ਤਾਂ ਇਸ ਦਾ ਪੂਰਾ ਫਾਇਦਾ ਉਠਾ ਸਕਦਾ ਹੈ। ਤੇ ਡਾਕਟਰ ਸਾਹਿਬ, ਜੇ ਤੁਸੀਂ ਥੋੜ੍ਹੀਆਂ ਟਿਪਸ ਦਿਓ ਇਹਨੂੰ ਗਰੋ ਕਰਨ ਲਈ, ਤੇ ਔਰ ਜੇ ਕੀ ਕੁਛ ਇੱਕ ਕਿਸਾਨ ਨੂੰ ਨੌਲੇਜ ਹੋਣੀ ਚਾਹੀਦੀ ਹੈ, ਕਿਵੇਂ ਪ੍ਰਪੇਅਰ ਕਰਨਾ ਚਾਹੀਦਾ ਸੋਇਲ ਨੂੰ, ਤੇ ਬਹੁਤ ਫਾਇਦੇਮੰਦ ਹੋਊਗਾ ਜੀ। ਦੇਖੋ ਜੀ, ਮੈਂ ਇੱਕ ਤਾਂ ਮੂੰਗੀ ਬਾਰੇ ਦੱਸ ਦਿਆਂ ਕਿ ਇਹ ਮੂੰਗੀ ਜਿਹੜੀ ਹੈ, ਇਹ ਜਿਹੜੀ ਮੇਨ ਆਪਾਂ ਅੱਜ ਵੈਬੀਨਾਰ 'ਚ ਗੱਲ ਕਰਾਂਗੇ ਨੇ, ਆਪਾਂ ਸੱਠੀ ਮੂੰਗੀ ਬਾਰੇ ਗੱਲ ਕਰਾਂਗੇ, ਕਿਉਂਕਿ ਇਸ ਵੇਲੇ ਫਸਲ ਇਹ ਖੜੀ ਹੈ ਖੇਤ ਦੇ ਵਿੱਚ। ਹਾਲਾਂਕਿ ਇਹਦੇ ਚਲੋ ਜਿਹੜੇ ਉਗਾਉਣ ਦੇ ਤਰੀਕੇ, ਬੀਜਣ ਦਾ ਸਮਾਂ ਤਾਂ ਬਹੁਤ ਪਿੱਛੇ ਰਹਿ ਗਿਆ, ਪਰ ਫਿਰ ਵੀ
ਕਿਉਂਕਿ ਹੁਣ ਜਿਸ ਤਰ੍ਹਾਂ ਸਰਕਾਰ ਸਪੋਰਟ ਕਰ ਰਹੀ ਹੈ ਤੇ ਉਮੀਦ ਹੈ ਕਿ ਅਗਲੇ ਸਾਲ ਵੀ ਇਹਦੇ ਏਰੀਆ ਹੋਰ ਵਧੇਗਾ। ਸੋ ਜਿਹੜੇ ਜ਼ਰੂਰੀ ਕੁਝ ਨੁਕਤੇ ਹੈ ਨਾ ਜੀ ਬੀਜਣ ਦੇ, ਇੱਕ ਨੁਕਤਾ ਜਿਹੜਾ ਸਾਰਿਆਂ ਨਾਲੋਂ ਪਹਿਲਾਂ ਜ਼ਰੂਰੀ ਨੁਕਤਾ ਬੀਜਣ ਦਾ ਸਮਾਂ, ਜਿਵੇਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ, ਜਿਹੜੀ ਸੱਠੀ ਮੂੰਗੀ ਹੈ ਇਹਦੇ ਬੀਜਣ ਦਾ ਸਮਾਂ ਜਿਹੜਾ ਹੈ ਨਾ ਜੀ ਉਹ 20 ਮਾਰਚ ਤੋਂ ਲੈ ਕੇ 20 ਅਪ੍ਰੈਲ ਹੈ। ਜਿਹੜੀ ਤਾਂ ਮਾਰਚ ਵਿੱਚ ਬੀਜੀ ਜਾਂਦੀ ਹੈ ਉਹ ਆਲੂਆਂ ਤੋਂ ਬਾਅਦ ਜਾਂ ਸਰੋਂ ਤੋਂ ਬਾਅਦ ਬੀਜੀ ਜਾਂਦੀ ਹੈ, ਤੇ ਜਿਹੜੀ ਕਣਕ ਤੋਂ ਬਾਅਦ ਬੀਜੀ ਜਾਂਦੀ ਹੈ ਉਹ ਮੂੰਗੀ ਅਪ੍ਰੈਲ 'ਚ ਬੀਜੀ ਜਾਂਦੀ ਹੈ ਜੀ। ਪਰ ਇਹਦੇ 'ਚ ਇੱਕ ਜਿਹੜਾ ਬਹੁਤ ਜ਼ਰੂਰੀ ਨੁਕਤਾ ਜਾਂ ਜ਼ਰੂਰੀ ਪੁਆਇੰਟ ਹੈ ਨਾ ਜੀ, ਇਹ ਕਿਉਂਕਿ ਇਹਨੇ 60 ਦਿਨ ਲੈਣੇ ਪੱਕਣ ਨੂੰ, ਜੇ ਮਾਰਚ ਵਿੱਚ ਬੀਜਾਂਗੇ ਫਿਰ ਇਹ 65 ਤੋਂ 70 ਦਿਨ ਲੈ ਲੈਂਦੀ ਹੈ, ਜੇ ਅਪ੍ਰੈਲ 'ਚ ਬੀਜਾਂਗੇ ਫਿਰ 60 ਦਿਨ ਲਏਗੀ, ਔਰ ਇਸ ਕਰਕੇ ਇਹਨੂੰ 60 ਮੂੰਗੀ ਕਹਿੰਦੇ ਆਪਾਂ। ਸੋ ਇਹ ਜੇ ਆਪਾਂ ਲੇਟ ਜਾਵਾਂਗੇ ਨਾ ਜੀ, ਅਪ੍ਰੈਲ ਦੇ ਵਿੱਚ 20 ਅਪ੍ਰੈਲ ਤੋਂ ਜਿੰਨਾ ਲੇਟ ਜਾਵਾਂਗੇ ਰਿਸਕ ਵੱਧਦਾ ਜਾਏਗਾ, ਕਿਉਂਕਿ ਜਦੋਂ ਇਹ ਪੱਕੇਗੀ ਪੱਕਣ ਦੇ ਸਮੇਂ ਉਦੋਂ ਪ੍ਰੀ ਮੌਨਸੂਨ ਜਾਂ ਮੌਨਸੂਨ ਬਰਸਾਤਾਂ ਸ਼ੁਰੂ ਹੋ ਜਾਂਦੀਆਂ। ਸੋ ਆਪਣੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਹਨੂੰ 10-15 ਹੱਦ 20 ਅਪ੍ਰੈਲ ਤੱਕ ਬੀਜ ਦਿੱਤਾ ਜਾਵੇ, ਤਾਂ ਕਿ ਪ੍ਰੀ ਮੌਨਸੂਨ ਜਾਂ ਮੌਨਸੂਨ ਬਰਸਾਤਾਂ ਤੋਂ ਪਹਿਲਾਂ ਇਹ ਕੱਟੀ ਤੇ ਸਾਂਭੀ ਜਾਵੇ। ਸੋ ਇੱਕ ਤਾਂ ਇਹ ਜਿਹੜਾ ਮੇਨ ਨੁਕਤਾ ਜਿਹੜਾ ਹੈ ਬਿਜਾਈ ਦਾ ਸਮਾਂ, ਉਹਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ, ਕਿਉਂਕਿ 60 ਦਿਨ ਦੀ ਫਸਲ ਹੈ, ਇਹ ਬੜੀ ਮੈਨੇਜਮੈਂਟ ਇੰਟੈਂਸਿਵ ਕ੍ਰੌਪ ਆ, ਬੜੀ ਜਲਦੀ ਜਿਹੜੀ ਹੈ ਤੁਸੀਂ ਇਹਨੂੰ ਬੀਜੋ, ਜਦੋਂ ਇਹਨੂੰ 35 ਦਿਨਾਂ 'ਚ ਫੁੱਲ ਸ਼ੁਰੂ ਹੋ ਜਾਂਦੇ ਜੀ, 60 ਦਿਨ 'ਚ ਪੱਕ ਜਾਂਦੀ ਆ, ਔਰ ਇੰਨੀ ਤੇਜ਼ ਇਹ ਫਸਲ ਦੌੜਦੀ ਹੈ ਤੁਸੀਂ ਨਾਲ ਨਹੀਂ ਦੇ ਦੌੜ ਸਕਦੇ, ਔਰ ਰੋਜ਼ ਖੇਤ 'ਚ ਗੇੜਾ ਮਾਰੋਗੇ ਤਾਂ ਇਹਦੀ ਤੁਸੀਂ ਮੈਨੇਜਮੈਂਟ ਹੋਣੀ ਹੈ, ਔਰ ਤੁਸੀਂ ਇੱਕ ਵੀ ਜ਼ਰੂਰੀ ਜੇ ਚੀਜ਼ ਤੋਂ ਖੁੰਝ ਗਏ ਤਾਂ ਇਹ ਤੁਹਾਡਾ ਨੁਕਸਾਨ ਹੋ ਜਾਣਾ ਹੈ। ਪਹਿਲੀ ਚੀਜ਼ ਤਾਂ ਹੋ ਗਈ ਜੀ ਬੀਜਣ ਦਾ ਸਮਾਂ, ਉਸ ਤੋਂ ਬਾਅਦ ਬੀਜਣ ਦਾ ਤਰੀਕਾ। ਨਾਰਮਲ ਇਹ ਜਿਹੜੀ ਕਣਕ ਵਾਲੀ ਡਰਿੱਲ ਹੈ ਨਾ ਜੀ ਉਹਦੇ ਨਾਲ ਬੀਜੀ ਜਾਂਦੀ ਹੈ, ਪਰ ਇਹਦੇ 'ਚ ਇੱਕ ਹੋਰ ਜਿਹੜਾ ਇੱਕ ਸਿਫਾਰਿਸ਼ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਜ਼ੀਰੋ ਟਿਲ ਡਰਿੱਲ ਨਾਲ ਬੀਜਣ ਦੀ। ਉਹਦੇ 'ਚ ਕਣਕ ਕੱਟ ਕੇ ਪਾਣੀ ਲਗਾ ਕੇ ਆਪਾਂ ਖੇਤ ਵਾਹੁਣਾ ਨਹੀਂ ਹੈ, ਜ਼ੀਰੋ ਟਿਲ ਦੇ ਨਾਲ ਕਣਕ ਦੇ ਜਿਹੜੇ ਸਿਆੜ ਨੇ ਉਹਨਾਂ ਦੇ ਵਿੱਚ ਬੀਜੀ ਜਾਂਦੀ ਹੈ। ਉਹਦੇ ਨਾਲ ਟਾਈਮ ਦੀ ਵੀ ਬਚਤ ਹੁੰਦੀ, ਕਿਉਂਕਿ ਉਸ ਵੇਲੇ ਟਾਈਮ ਜਿਹੜਾ ਬਹੁਤ ਜ਼ਰੂਰੀ ਹੁੰਦਾ, ਕਰੂਸ਼ਲ ਹੁੰਦਾ ਆਪਣਾ, ਜੇ ਆਪਾਂ ਜਿੰਨੀ ਲੇਟ ਹੋ ਜਾਵਾਂਗੇ ਰਿਸਕ ਵਧੀ ਜਾਏਗਾ। ਸੋ ਇੱਕ ਜ਼ੀਰੋ ਟਿਲ ਡਰਿੱਲ ਨਾਲ ਜੇ ਬੀਜਦੇ ਆਪਣੀ ਟਾਈਮ ਦੀ ਵੀ ਬਚਤ ਹੁੰਦੀ ਹੈ, ਆਪਣੇ ਰਿਸੋਰਸ ਦੀ ਬਚਤ ਵੀ ਹੁੰਦੀ ਹੈ। ਸੋ ਇਹ ਜ਼ੀਰੋ ਟਿਲ ਡਰਿੱਲ ਜਿਹੜੀ ਪਿੰਡਾਂ 'ਚ ਸੁਸਾਇਟੀ ਦੇ ਵਿੱਚ ਆ ਉੱਦਾਂ ਇਹ ਮਿਲ ਜਾਂਦੀ ਹੈ। ਸੋ ਜ਼ੀਰੋ ਟਿਲ ਨਾਲ ਬੀਜਤੀ ਜਾਵੇ ਤੇ ਇਹਦੀ ਕੋਈ ਝਾੜ 'ਚ ਫਰਕ ਨਹੀਂ ਪੈਂਦਾ ਹੈਗਾ, ਕੋਈ ਬਿਲਕੁਲ ਉਨਾ ਹੀ ਝਾੜ ਆਉਂਦਾ ਜ਼ੀਰੋ ਟਿਲ ਡਰਿੱਲ ਨਾਲ ਬੀਜਤੀ ਜਾਵੇ ਜੀ। ਤੀਸਰਾ ਜਿਹੜਾ ਜ਼ਰੂਰੀ ਨੁਕਤਾ ਹੈਗਾ, ਇਹਨੂੰ ਪਾਣੀ ਜਿਸ ਤਰ੍ਹਾਂ ਇਹ ਫਸਲਾਂ ਨੇ, ਦਾਲ ਫਸਲਾਂ ਨੇ, ਪਾਣੀ ਦੀ ਬਚਤ ਜ਼ਰੂਰ ਹੁੰਦੀ ਹੈ, ਇਹਨਾਂ ਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਂਦੀਆਂ। ਆਪਾਂ ਸੋਇਲ ਹੈਲਥ ਦੀ ਗੱਲ ਕਰਦੇ ਸੀਗੇ, ਇਹ ਦੇਖਣ 'ਚ ਆਇਆ ਕਿ ਜੇ ਆਪਾਂ 60 ਮੂੰਗੀ ਬੀਜਦੇ ਹਾਂ, ਜਿਹੜੀ ਉਦੋਂ ਅਗਲੀ ਫਸਲ ਹੈ ਉਹਦੇ 'ਚ ਨਾਈਟ੍ਰੋਜਨ ਦੀ ਜਿਹੜੀ ਰਿਕੁਆਇਰਮੈਂਟ ਹੈ ਉਹ ਤੀਜਾ ਹਿੱਸਾ ਘਟ ਜਾਂਦੀ ਹੈ। ਸੋ ਹੁਣ ਜੇ ਪਾਣੀ ਦੀ ਗੱਲ ਕਰੀਏ, ਇਹਨੂੰ ਬੀਜਣ ਤੋਂ 20 ਦਿਨ ਤੱਕ ਆਪਾਂ ਪਾਣੀ ਨਹੀਂ ਲਾਉਣਾ। 20 ਦਿਨ ਤੋਂ 50 ਦਿਨ ਦੇ ਵਿੱਚ 2 ਜਾਂ 4 ਪਾਣੀ ਲੱਗਣਗੇ, ਉਹ ਮੁਨੱਸਰ ਕਰੇਗਾ ਜ਼ਮੀਨ ਤੇ। ਜਿਹੜੀ ਤਾਂ ਭਾਰੀ ਜ਼ਮੀਨ ਹੈ ਉਹਦੇ 'ਚ 2 ਜਾਂ 3 ਪਾਣੀ ਨਾਲ ਵੀ ਸਰ ਜਾਂਦਾ ਹੈ। ਤੇ 50 ਦਿਨ ਦੇ ਬਾਅਦ ਜਿਹੜਾ ਬਹੁਤ ਜ਼ਰੂਰੀ ਗੱਲ ਹੈ, 50 ਦਿਨ ਦੇ ਬਾਅਦ ਇਹਨਾਂ ਪਾਣੀ ਆਪਾਂ ਬੰਦ ਕਰ ਦੇਣਾ, ਕਿਉਂਕਿ ਜਿਹੜੀਆਂ ਦਾਲ ਫਸਲਾਂ ਨੇ ਨਾ ਜੀ, ਇਹ ਆਪਾਂ ਕਹਿੰਦੇ ਆ ਇਹ ਇਨਡਿਟਰਮੀਨੇਟ ਗਰੋਥ ਹੈਬਿਟ। ਇਹਦਾ ਮਤਲਬ ਆ ਕਿ ਇਹਨਾਂ ਨੂੰ ਆਪਾਂ ਪਾਣੀ ਲਾਈ ਜਾਈਏ, ਇਹਨਾਂ ਨੂੰ ਫੁੱਲ ਆਈ ਜਾਣਗੇ, ਇਹਨਾਂ ਦੀ ਜਿਹੜੀ ਗਰੋਥ ਰੁਕੇਗੀ ਨਹੀਂ। ਜਿਸ ਤਰ੍ਹਾਂ ਸੀਰੀਅਲ ਨੇ ਨਾ ਜੀ, ਕਣਕ, ਝੋਨਾ, ਇਹ ਜਦੋਂ ਪੱਕ ਜਾਂਦੇ ਇਕਸਾਰ ਪੱਕਦੇ ਆ। ਦਾਲਾਂ ਜਿਹੜੀਆਂ ਨੇ ਇਹਨਾਂ ਨੂੰ ਮੈਨੇਜਮੈਂਟ ਕਰਨੀ ਪੈਂਦੀ ਹੈ, ਇਹਨਾਂ ਨੂੰ ਮੈਚਿਓਰ ਕਰਨ ਲਈ। ਸੋ ਉਹਦਾ ਨੁਕਤਾ ਜ਼ਰੂਰੀ ਹੈ ਕਿ 50 ਦਿਨ ਬਾਅਦ ਜਦੋਂ 80% ਫਲੀਆਂ ਪੱਕ ਜਾਣ ਤੇ ਇਹਨੂੰ ਪਾਣੀ ਬੰਦ ਕਰ ਦੇਣਾ। ਪਾਣੀ ਬੰਦ ਕਰਨ ਦੇ ਨਾਲ ਇਹ ਇਕਸਾਰ ਪੱਕੇਗੀ, ਔਰ ਇਕਸਾਰ ਪੱਕਣ ਜਦੋਂ ਪੱਕ ਜਾਏਗੀ ਇਹ, ਤਾਂ ਇਹਨੂੰ ਕੀ ਕਰਨਾ, ਆਪਾਂ ਇਹਦੀ ਕੰਬਾਈਨ ਨਾਲ ਵੀ ਵਾਢੀ ਕਰ ਸਕਦੇ ਹਾਂ, ਇਹਦੀ ਥ੍ਰੈਸ਼ਰ ਨਾਲ ਵੀ ਆਪਾਂ ਕਢਾਈ ਕਰ ਸਕਦੇ ਹਾਂ, ਔਰ ਇਹਨੂੰ ਚਾਹੇ ਤਾਂ ਕੰਬਾਈਨ ਐਸ ਸੱਚ ਖੇਤ ਦੇ ਵਿੱਚ ਸਿੱਧੀ ਚੱਲ ਕੇ ਇਹਦੀ ਥ੍ਰੈਸ਼ਿੰਗ ਹੋ ਜਾਂਦੀ ਹੈ, ਜਾਂ ਕੀ ਕਰਦੇ ਨੇ ਲੋਕ, ਕਈ ਕੰਬਾਈਨ ਖੇਤ ਦੇ ਵਿੱਚ ਖੜਾ ਕੇ ਛੋਟੇ ਛੋਟੇ ਢੇਰੀਆਂ ਇਹਦੀਆਂ ਕੱਟ ਕੇ ਖੇਤ 'ਚ ਰੱਖ ਲੈਂਦੇ ਆ। 1-2 ਦਿਨ ਉਹਨੂੰ ਧੁੱਪ ਲਵਾ ਦਿੰਦੇ, ਜਿਹੜੀ ਕੋਈ ਹਰੀ ਫੜੀ ਹੁੰਦੀ ਹੈ ਨਾ ਜੀ ਉਹ ਵੀ ਸੁੱਕ ਜਾਂਦੀ ਹੈ। ਉਸ ਤੋਂ ਬਾਅਦ ਇਹਨੂੰ ਕੰਬਾਈਨ ਜਾਂ ਥ੍ਰੈਸ਼ਰ ਨਾਲ ਕੱਢ ਲੈਂਦੇ ਆ ਜੀ। ਸੋ ਇਹ ਜਿਹੜੇ ਜ਼ਰੂਰੀ ਨੁਕਤੇ ਮੈਂ 3-4 ਗੱਲਾਂ ਦੱਸੀਆਂ ਨਾ, ਇਹ ਆਪਾਂ ਜ਼ਰੂਰ ਦਿਮਾਗ 'ਚ ਰੱਖਣੀਆਂ। ਚਲੋ ਹੁਣ ਆਪਣਾ ਪਾਣੀ ਲਾਉਣ ਦਾ, ਬੀਜਣ ਦਾ ਤਰੀਕਾ, ਸਮਾਂ ਤਾਂ ਲੰਘ ਗਿਆ,
पर हुण आपां जिहड़ा अगे इहदा मैच्योरिटी आ रही है, सो इस करके जिहड़ी मैं गल दसी पानी बंद करन वाली ਉਹ ਜ਼ਰੂਰ कर ਲੈਣੀ ਆਪਾਂ। ਸੋ ਡਾਕਟਰ ਸਾਹਿਬ ਇਹਨਾਂ ਗੱਲਾਂ ਦੇ ਵਿੱਚੋਂ ਦੋ ਤਿੰਨ ਆਈਆਂ। ਇੱਕ ਤਾਂ ਇਹਨੂੰ ਚਾਵਲ ਜਿੰਨਾ ਪਾਣੀ ਨਹੀਂ ਚਾਹੀਦਾ, ਪਰ ਇਹ ਸੈਂਸਿਟਿਵ ਹੈ, ਇਹਦਾ ਧਿਆਨ, ਇਹਦੀ ਸੰਭਾਲ ਜ਼ਰੂਰੀ ਹੈ ਇਸ ਫਸਲ ਦੀ, ਜੇ ਆਪਾਂ ਚੰਗਾ ਰਿਜ਼ਲਟ ਚਾਹੁੰਦੇ ਹੈਗੇ ਆ। ਤੇ ਪਰ ਇੱਕ ਤਰ੍ਹਾਂ ਇਹ ਪੰਜਾਬ ਲਈ ਤਾਂ ਬਹੁਤ ਫਾਇਦੇਮੰਦ ਹੋਗੀ, ਕਿਉਂਕਿ ਸਾਨੂੰ ਪਾਣੀ ਜਦੋਂ ਆਪਾਂ ਪੈਡੀ ਗਰੋ ਕਰਦੇ ਹਾਂ, ਜੀਰੀ ਜਾਂ ਚਾਵਲ, ਉਹਦੇ ਨਾਲ ਪਾਣੀ ਦਾ ਤਾਂ ਸਾਨੂੰ ਬਹੁਤ ਜ਼ਿਆਦਾ ਵੱਧ ਦੇਣਾ ਪੈਂਦਾ, ਤੇ ਆਪਣਾ ਵਾਟਰ ਟੇਬਲ ਵੀ ਬਹੁਤ ਘਟ ਗਿਆ ਹੈਗਾ। ਪਾਣੀ ਵਾਸਤੇ ਤਾਂ ਕੰਡਿਊਸਿਵ ਨਹੀਂ ਰਹਿ ਗਿਆ ਰਾਈਸ। ਤੇ ਮੂੰਗੀ ਦੀ ਦਾਲ ਜਿਹੜਾ ਤੁਸੀਂ ਦੱਸਿਆ, ਤੇ 60 ਮੂੰਗ ਦੱਸਿਆ ਕਿ 60 ਦਿਨਾਂ ਦਾ ਇਹਦਾ ਟਾਈਮ ਪੀਰੀਅਡ ਹੈਗਾ, ਤੇ ਬਹੁਤ ਕੁਛ ਸਾਨੂੰ ਪਤਾ ਲੱਗਿਆ ਇਸ ਬਾਰੇ। ਪਰ ਹੁਣ ਜੇ ਇਨ ਕੇਸ ਕਿਸੇ ਦਾ ਇਹ ਡਿਲੇ ਹੋ ਗਈ ਕਲਟੀਵੇਸ਼ਨ ਦੇ ਵਿੱਚ, ਉਹਨਾਂ ਨੇ ਸੋ ਕੀਤਾ, ਸੋਇੰਗ ਸੀਜ਼ਨ ਉਹਨਾਂ ਦਾ ਥੋੜਾ ਜਿਹਾ ਡਿਲੇ ਹੋ ਗਿਆ, ਤੇ ਅੱਗੇ ਬਾਰਿਸ਼ਾਂ ਆ ਗਈਆਂ, ਫਿਰ ਕਿਵੇਂ ਉਹਨੂੰ ਉਹ ਡੀਲ ਕਰੇ? ਹਾਂਜੀ, ਇਹ ਜਿਹੜਾ ਤੁਹਾਡਾ ਸਵਾਲ ਹੈ ਨਾ, ਇਹ ਇਸ ਵੇਲੇ ਬਹੁਤ ਰੈਲੇਵੈਂਟ ਹੈ। ਰੈਲੇਵੈਂਟ ਇਸ ਕਰਕੇ ਹੈ ਕਿ ਤੁਸੀਂ ਦੇਖੋਗੇ, ਮੈਂ ਵੀ ਦੇਖ ਰਿਹਾ ਸੀ, ਇੱਕ ਦੋ ਵਾਰੀ ਇੱਧਰ ਉੱਧਰ ਜਾਣਾ ਹੋਇਆ ਜਦੋਂ ਪਿੰਡਾਂ 'ਚ, ਤੇ ਕਾਫੀ ਏਰੀਆ ਮੂੰਗੀ ਦਾ ਔਰ ਲੇਟ ਲੱਗਿਆ ਹੋਇਆ ਹੈ। ਉਹ ਲੇਟ ਲੱਗਿਆ ਕਿਉਂਕਿ MSP ਦੀ ਅਨਾਉਂਸਮੈਂਟ ਹੋਈ, ਉਹ 'ਚ ਥੋੜਾ ਟਾਈਮ ਲੱਗ ਗਿਆ, ਸੋ ਉਹਦੇ ਨਾਲ ਕਾਫੀ ਏਰੀਆ ਜਿਹੜਾ ਉਹ ਅਪ੍ਰੈਲ ਐਂਡ ਈਵਨ ਮਈ 'ਚ ਜਾ ਕੇ ਵੀ ਲੱਗਿਆ ਹੋਇਆ ਜੀ। ਸੋ ਹੁਣ ਇਹਦੇ 'ਚ ਚਾਂਸ ਹੈ ਕਿ ਬਾਰਿਸ਼ਾਂ ਦੀ ਸਮੱਸਿਆ ਆਏਗੀ, ਜਿਹੜੀ ਲੇਟ ਮੂੰਗੀ ਲੱਗੀ ਹੋਈ ਹੈ। ਸੋ ਉਹਦੇ ਲਈ ਇਸ ਤਰ੍ਹਾਂ ਹੈ ਕਿ ਜਦੋਂ ਇਹਨਾਂ ਵੈਰਾਈਟੀਆਂ ਦੀ ਅਸੀਂ ਜੋ ਵਿਕਸਿਤ ਕੀਤੀਆਂ ਸੀ ਨਾ ਜੀ, ਅਸੀਂ ਬਿਲਕੁਲ ਇਹ ਧਿਆਨ 'ਚ ਰੱਖਿਆ ਸੀ ਕਿ ਇਹ ਵੈਰਾਈਟੀਆਂ ਦਾ ਕੱਦ ਛੋਟਾ ਹੋਵੇ, ਇਹਨਾਂ ਦਾ ਜਿਹੜਾ ਤਣਾ ਹੈ ਉਹ ਮਜ਼ਬੂਤ ਹੋਵੇ। ਤੁਸੀਂ ਦੇਖੋਗੇ ਜਿਹੜੀਆਂ ਵੈਰਾਈਟੀਆਂ, ਇਹਨਾਂ ਦੀ ਜਿਹੜੀਆਂ ਫਲੀਆਂ ਉਹ ਥੱਲੇ ਨੂੰ ਬਿਲਕੁਲ ਰੂਪ ਥੱਲੇ ਨੂੰ ਹੈਗੀਆਂ, ਉਹ ਥੱਲੇ ਨੂੰ ਹੋਣ ਕਰਕੇ ਪਾਣੀ ਦਾ ਅਸਰ ਘੱਟ ਹੁੰਦਾ ਹੈ, ਉਹਦਾ ਪਰਦਾ ਵੀ ਮੋਟਾ ਹੈ। ਪਰ ਫਿਰ ਵੀ ਜੇ ਤਾਂ ਇੱਕ ਦੋ ਬਾਰਿਸ਼ਾਂ ਹੋਣ ਖੜੀ ਮੂੰਗੀ ਦੇ ਉੱਤੇ, ਉਸ ਤੋਂ ਬਾਅਦ ਧੁੱਪ ਲੱਗ ਜਾਂਦੀ, ਹਵਾ ਲੱਗ ਜਾਂਦੀ, ਸੁੱਕ ਜਾਂਦੀ ਹੈ, ਕੋਈ ਜ਼ਿਆਦਾ ਸਮੱਸਿਆ ਨਹੀਂ ਆਉਂਦੀ। ਸਮੱਸਿਆ ਆਉਂਦੀ ਹੈ ਜਦੋਂ ਬਾਰਿਸ਼ ਲਗਾਤਾਰ ਝੜੀ ਲੱਗ ਜਾਂਦੀ ਹੈ ਖੜੀ ਮੂੰਗੀ ਤੇ, ਜਾਂ ਕਈ ਵਾਰ ਖੇਤ 'ਚ ਕੱਟ ਕੇ ਰੱਖੀ ਹੋਈ ਮੂੰਗੀ ਜਿਹੜੀ ਉਹ ਭਿੱਜ ਜਾਂਦੀ ਹੈ, ਉਹਦੇ ਨਾਲ ਦਾਣੇ ਦਾ ਰੰਗ ਬਦਲ ਜਾਂਦਾ, ਉਹ ਨੁਕਸਾਨ ਹੁੰਦਾ ਹੈ। ਸੋ ਉਹਦੇ ਲਈ ਇੱਕ ਆਪਾਂ ਇਹ ਕਰਨਾ ਹੈ ਕਿ ਕੋਸ਼ਿਸ਼ ਕਰੋ ਵੀ ਕਿਸਾਨ ਵੀਰ ਜਿਹੜੇ ਕੋਸ਼ਿਸ਼ ਇਹ ਕਰਨ, ਕੋਈ ਸ਼ੈੱਡ ਵਗੈਰਾ ਕੋਈ ਨੇੜੇ ਹੋਵੇ ਉਹਦਾ ਦੇਖ ਲੈਣ, ਘਰ ਦੇ ਵਿੱਚ ਕੋਈ ਬਰਾਂਡਾ ਹੋਵੇ, ਕੋਈ ਕਮਰਾ ਹੋਵੇ ਵਿਹਲਾ, ਤਾਂ ਕਿ ਇਹਨੂੰ ਪੱਕਦੇ ਸਾਰ ਹੀ ਜੇ ਮੌਸਮ ਨਹੀਂ ਠੀਕ ਲੱਗਦਾ ਤਾਂ ਇਹਨੂੰ ਥ੍ਰੈਸ਼ ਕਰਨ ਦੀ ਬਜਾਏ ਇਹਨੂੰ ਕੱਢ ਕੇ ਕਿਤੇ ਸ਼ੈੱਡ ਥੱਲੇ ਬਰਾਂਡੇ ਦੇ ਵਿੱਚ ਲਿਜਾ ਕੇ ਉੱਥੇ ਰੱਖ ਲਓ। ਉਸ ਤੋਂ ਬਾਅਦ ਜਦੋਂ ਮੌਸਮ ਠੀਕ ਹੋ ਜਾਏ ਇਹਨੂੰ ਝਾੜ ਲਓ। ਈਵਨ ਇਹਨੂੰ ਸ਼ੈੱਡ ਦੇ ਥੱਲੇ ਪੱਕੇ ਫਰਸ਼ ਤੇ ਥ੍ਰੈਸ਼ਰ ਦੇ ਨਾਲ ਵੀ, ਉਹਦੇ ਨਾਲ ਟਰੈਕਟਰ ਦੇ ਨਾਲ ਵੀ ਗਾਹ ਹੋ ਜਾਂਦਾ ਹੈ। ਸੋ ਇਸ ਕਰਕੇ ਬਾਰਿਸ਼ ਜਿਹੜੀ ਹੈ, ਇੱਕ ਦੋ ਬਰਸਾਤਾਂ ਦਾ ਕੋਈ ਜ਼ਿਆਦਾ ਇਹਦੇ ਤੇ ਘਬਰਾਉਣ ਦੀ ਗੱਲ ਨਹੀਂ, ਪਰ ਜਦੋਂ ਲੰਬੀ ਝੜੀ ਲੱਗਦੀ ਹੈ ਨਾ, ਉਦੋਂ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਸੰਭਾਲਣ ਦੀ ਲੋੜ ਹੈ, ਉਦੋਂ ਖਿਆਲ ਰੱਖਣ ਦੀ ਲੋੜ ਹੈ। ਇੱਕ ਹੋਰ ਗੱਲ ਡਾਕਟਰ ਸਾਹਿਬ, ਜਿਹੜੀ ਕਿ ਮੂੰਗੀ ਦੀ ਦਾਲ ਦੇ ਨਾਲ ਬੜਾ ਇੰਟਰਸਟਿੰਗ ਚੀਜ਼ ਹੈ ਕਿ ਆਪਾਂ ਪੰਜਾਬ ਦੇ ਵਾਸੀ ਜਿਹੜੇ ਆਪਣੇ ਕਿਸਾਨ ਹੈ, ਚਾਵਲ ਖਾਂਦੇ ਨਹੀਂ ਹੈ, ਪਰ ਆਪਾਂ ਗਰੋ ਕਰਦੇ ਹਾਂ ਚਾਵਲ। ਪਰ ਮੂੰਗੀ ਦੀ ਦਾਲ ਇੱਕ ਇਹੋ ਜਿਹੀ ਫਸਲ ਹੈ ਕਿ ਜਿਹੜੀ ਆਪਾਂ ਮਾਰਕੀਟ ਵੀ ਕਰਦੇ ਹਾਂ ਤੇ ਖਾਂਦੇ ਵੀ ਹੈਗੇ ਆ। ਸੋ ਇਹਦੇ ਅੰਦਰ ਥੋੜਾ ਜਿਹਾ ਫਾਇਦਾ ਵੀ ਹੋ ਜਾਂਦਾ ਹੈਗਾ ਸਾਨੂੰ। ਤੇ ਇਸ ਤੋਂ ਬਾਅਦ ਅਭਿਜੀਤ, ਤੁਸੀਂ ਡਾਕਟਰ ਸਾਹਿਬ ਇਹਦੇ ਤੇ ਕੁਝ ਕਹੋਗੇ? ਫਿਰ ਅੱਗੇ ਡਾਕਟਰ ਮੱਲੀ ਤੋਂ ਅਭਿਜੀਤ ਕੁਐਸਚਨ ਪੁੱਛਣਗੇ। ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਸਤਿ ਸ਼੍ਰੀ ਅਕਾਲ ਸਮਿਤਾ ਜੀ। ਸੋ ਇੱਥੇ ਜਿਹੜੀ ਡਾਕਟਰ ਸਾਹਿਬ ਨੇ ਜਾਣਕਾਰੀ ਦਿੱਤੀ ਹੈ, ਇਹ ਬਹੁਤ ਹੀ ਯੂਜ਼ਫੁਲ ਜਾਣਕਾਰੀ ਹੈ, ਤੇ ਮੈਨੂੰ ਲੱਗਦਾ ਵੀ ਇਹ ਜਿਹੜੇ ਆਪਣੇ ਦਾਲ ਗਰੋਅਰਸ ਹੈਗੇ ਆ ਉਹਨਾਂ ਨੂੰ ਬਹੁਤ ਫਾਇਦਾ ਕਰੇਗੀ। ਮੇਰਾ ਕੁਐਸਚਨ ਇੱਕ ਹੈਗਾ ਡਾਕਟਰ ਮੱਲੀ ਸਾਹਿਬ ਵਾਸਤੇ ਵੀ, ਜਿਹੜੀ ਆਪਾਂ ਪ੍ਰੋਕਿਉਰਮੈਂਟ ਦੇਖ ਰਹੇ ਹੈਗੇ ਆ ਵੀ ਸਰਕਾਰ ਨੇ ਕਰਨੀ ਹੈ, ਕਿੰਨੀ ਕੁ ਆਪਣੇ ਐਕਸੈਸ ਹੋਣ ਦੀ ਸੰਭਾਵਨਾ ਹੈਗੀ ਹੈ? ਵੀ ਕਿੰਨੀ ਕੁ ਮੂੰਗੀ ਐਕਸੈਸ ਹੋਊਗੀ, ਜ਼ਿਆਦਾ ਹੋਊਗੀ, ਤੇ ਸਰਕਾਰ ਕਿੰਨੀ ਪ੍ਰੋਕਿਉਰਮੈਂਟ ਕਰੂਗੀ, ਤੇ ਇਹਦਾ ਕੀ ਹਿਸਾਬ ਕਿਤਾਬ ਰਹੇਗਾ ਇਹਦਾ? ਅਭਿਜੀਤ,
ਪੰਜਾਬ ਸਰਕਾਰ ਨੇ ਇਹਦੀ ਮੂੰਗੀ ਦੀ ਪ੍ਰੋਕਿਉਰਮੈਂਟ ਲਈ ਤੇ ਇਹਦੀ ਪਰਚੇਜ਼ ਲਈ ਜਿਹੜੀ ਨੋਡਲ ਏਜੰਸੀ ਦੀ ਜ਼ਿੰਮੇਵਾਰੀ ਲਾਈ ਹੈ ਉਹ ਹੈ ਮਾਰਕਫੈਡ। ਜਿੱਦਾਂ ਡਾਕਟਰ ਬੈਂਸ ਨੇ ਦੱਸਿਆ ਕਿ ਰਕਬਾ ਤਕਰੀਬਨ ਦੁੱਗਣਾ ਜਾਂ ਦੁੱਗਣੇ ਤੋਂ ਵੀ ਜ਼ਿਆਦਾ ਹੋ ਰਿਹਾ ਹੈ ਤੇ ਨੈਚੁਰਲੀ ਉਹਦੇ ਹਿਸਾਬ ਨਾਲ ਪ੍ਰੋਡਕਸ਼ਨ ਵੀ ਜ਼ਿਆਦਾ ਹੋਏਗੀ। ਤੋ ਪੰਜਾਬ ਗਵਰਨਮੈਂਟ ਨੂੰ ਇਹਦੇ ਵਿੱਚ ਆਪਣਾ ਪੈਸਾ ਵੀ ਖਰਚ ਕਰਨਾ ਪਏਗਾ। ਤੇ ਜੇ ਅਸੀਂ ਅੰਦਾਜ਼ਾ ਲਾਉਂਦੇ ਆ ਕਿ ਜਿੱਦਾਂ 5 ਕੁਇੰਟਲ ਦੀ ਐਵਰੇਜ ਆ ਜਾਵੇ ਤੇ 4 ਕੁਇੰਟਲ ਇਹਦੀ ਮਾਰਕੀਟੇਬਲ ਸਰਪਲਸ ਹੋਵੇ ਤੇ ਟੋਟਲ ਜਿਹੜਾ ਇਹਦਾ 225 ਕਰੋੜ ਲਾ ਲਓ ਇਹਦਾ ਮੂੰਗੀ ਦਾ ਖਰਚਾ ਤੇ ਉਹ ਕੋਈ 25-30 ਕਰੋੜ ਇਹਦਾ ਇਨਸੀਡੈਂਟਲ ਚਾਰजेस ਜੋ ਗਵਰਨਮੈਂਟ ਦੇ ਖਰਚ ਆਉਣਗੇ ਇਹਦੇ ਤੇ ਸਾਰੇ, ਤੇ ਇਹਦੇ ਚ ਕੋਈ 250 ਕਰੋੜ ਇਹਦਾ ਪੈਸਾ ਗਵਰਨਮੈਂਟ ਨੂੰ ਰੱਖਣਾ ਪਏਗਾ। ਤੇ ਜੇ ਇਹਦੀ ਆਪਾਂ ਕਰ ਲਈਏ ਪ੍ਰੋਡਕਸ਼ਨ ਥੋੜੀ ਜਿਹੀ ਹੋਰ ਹੋ ਜਾਏ ਤੇ ਉਹਦੇ ਹਿਸਾਬ ਨਾਲ ਜਿਹੜਾ ਇਹਦਾ ਖਰਚਾ ਹੈਗਾ ਉਹ 350। ਸੋ ਅਪਰ ਲਿਮਿਟ ਜਿਹੜੀ 350 ਕਰੋੜ ਤੇ ਲੋਅਰ ਲਿਮਿਟ 250 ਕਰੋੜ ਇਹਦੇ ਵਿੱਚ ਬੈਠਦੀ ਆ। ਸੋ ਇੱਕ ਸਰਕਾਰ ਲਈ ਇਹ ਬਹੁਤ ਜ਼ਿਆਦਾ ਖਰਚਾ ਨਹੀਂਗਾ। ਜਿੱਦਾਂ ਮਾਰਕਫੈਡ ਨੂੰ ਨੋਡਲ ਏਜੰਸੀ ਬਣਾਇਆ ਇਹਨਾਂ ਨੇ ਤੇ ਕੋਈ ਪੰਜਾਬ ਦੇ ਵਿੱਚ 41 ਮੰਡੀਆਂ ਜਿਹੜੀਆਂ ਨੇ ਉਹ ਨੋਟੀਫਾਈ ਕੀਤੀਆਂ ਨੇ ਮੂੰਗੀ ਦੀ ਪਰਚੇਜ਼ ਦੇ ਲਈ ਪੰਜਾਬ ਗਵਰਨਮੈਂਟ ਨੇ। ਜਿੱਦਾਂ ਆਪਣੇ ਹੁਣ 23 ਜ਼ਿਲ੍ਹੇ ਆ, 23 ਜ਼ਿਲ੍ਹਿਆਂ ਦੇ ਵਿੱਚ 1 ਤੋਂ ਲੱਗ ਕੇ 4 ਜਿਹੜੀਆਂ ਮੰਡੀਆਂ ਉਹ ਆਇਡੈਂਟੀਫਾਈ ਕੀਤੀਆਂ ਨੇ। ਸੋ ਇਹਨਾਂ ਦੇ ਵਿੱਚੋਂ 23 ਜ਼ਿਲ੍ਹਿਆਂ ਦੇ ਵਿੱਚੋਂ 10 ਜ਼ਿਲ੍ਹੇ ਹੈ ਜਿਹੜੇ ਜਿਨ੍ਹਾਂ ਦੇ ਵਿੱਚ ਇੱਕ ਮੰਡੀ ਹੈ, ਮੋਸਟਲੀ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਹੀ ਹੈ। ਜਿੱਦਾਂ ਬਰਨਾਲਾ ਆ, ਬਰਨਾਲੇ ਦੀ ਉਹਨਾਂ ਨੇ ਤਪਾ ਮੰਡੀ ਰੱਖੀ ਆ। ਫਰੀਦਕੋਟ ਫਤਿਹਗੜ੍ਹ ਸਾਹਿਬ ਦੀ ਜਿਹੜੀ ਉਹ ਮੰਡੀ ਸਰਹੰਦ ਰੱਖੀ ਆ। ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਕੈਮਰਾ ਔਨ ਹੋਏ ਕਿ ਪੀਪਲ ਕੈਨ ਸੀ ਯੂ। ਲੁਧਿਆਣੇ ਦੀ ਇਹਨਾਂ ਨੇ ਜਗਰਾਉਂ ਮੰਡੀ ਰੱਖੀ ਆ। ਮਲੇਰਕੋਟਲਾ ਤੇ ਫਿਰ ਮੋਹਾਲੀ ਦੀ ਲਾਲੜੂ, ਪਠਾਨਕੋਟ, ਰੋਪੜ ਤੇ ਤਰਨਤਾਰਨ। ਸੋ ਇਹ ਸਾਡੇ 10 ਜ਼ਿਲ੍ਹੇ ਹੋ ਗਏ। ਇੱਕ ਮੰਡੀ ਇਹਨਾਂ ਦੇ ਵਿੱਚ ਹੈ। ਬਠਿੰਡੇ ਦੇ ਵਿੱਚ 4 ਮੰਡੀਆਂ ਰੱਖੀਆਂ ਗਈਆਂ ਨੇ। ਬਠਿੰਡਾ ਆ, ਰਾਮਪੁਰਾ ਫੂਲ ਆ, ਰਾਮਾ ਮੰਡੀ ਹੈ ਤੇ ਤਲਵੰਡੀ ਸਾਬੋ ਹੈ। ਤੋ ਇਸ ਤੋਂ ਇਲਾਵਾ ਬਾਕੀ 10 ਜ਼ਿਲ੍ਹੇ ਹੋਰ ਬਚੇ ਆ ਜਿਹੜੇ ਉਹਨਾਂ ਦੇ ਵਿੱਚ 2 ਜਾਂ 3 ਮੰਡੀਆਂ, ਇੱਕ ਮੋਸਟਲੀ ਡਿਸਟ੍ਰਿਕਟ ਹੈੱਡਕੁਆਰਟਰ ਦੇ ਉੱਤੇ ਆ ਤੇ ਬਾਕੀ ਹੋਰ ਸੈਂਟਰ ਪੰਜਾਬ ਗਵਰਨਮੈਂਟ ਨੇ ਆਇਡੈਂਟੀਫਾਈ ਕੀਤੇ। ਸੋ ਟੋਟਲ 41 ਮੰਡੀਆਂ ਨੇ। ਸੋ ਜਿਹੜੀਆਂ ਗਵਰਨਮੈਂਟ, ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਗਵਰਨਮੈਂਟ ਆਫ ਇੰਡੀਆ ਨੇ ਕੁਝ ਕਮਿਟਮੈਂਟ ਕੀਤੀ ਹੈ ਇਹਦੀ ਪਰਚੇਜ਼ ਕਰਨ ਦੀ। ਸੋ 4585 ਮੀਟ੍ਰਿਕ ਟਨ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਇਹ ਕਮਿਟਮੈਂਟ ਕੀਤੀ ਹੈ। ਪਤਾ ਨਹੀਂ ਹੁਣ 4585 ਕਿੱਦਾਂ ਆ, 5000 ਕਿਉਂ ਨਹੀਂ ਜਾਂ 4500 ਕਿਉਂ ਨਹੀਂ। ਤੋ ਉਹ ਬੜੀ ਚੰਗੀ ਗੱਲ ਆ। ਚਲੋ ਕੁਝ ਨਾ ਕੁਝ ਤੇ ਚੱਲੇ, ਪੰਜਾਬ ਗਵਰਨਮੈਂਟ ਵੀ ਚੱਲੀ, ਕਿਸਾਨਾਂ ਦਾ ਸੁਧਾਰ ਹੋਊਗਾ, ਥੋੜੀ ਇੰਪਰੂਵਮੈਂਟ ਹੋਊਗੀ। ਪਰ ਇਹਦੇ ਨਾਲ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਨੇ ਕੁਝ ਸ਼ਰਤਾਂ ਲਾਈਆਂ ਨੇ ਔਰ ਗਵਰਨਮੈਂਟ ਆਫ ਇੰਡੀਆ ਨੇ ਨੈਫਡ ਨੂੰ ਇਹਦੇ ਵਿੱਚ ਨੋਡਲ ਏਜੰਸੀ ਬਣਾਇਆ। ਉਹਨਾਂ ਨੇ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਮੂੰਗੀ ਖਰੀਦਣੀ ਹੈ ਪਾਲਿਸੀ ਸਪੋਰਟ ਸਿਸਟਮ ਦੇ ਅੰਡਰ। ਤੇ ਇਹਦੇ ਵਿੱਚ ਕੁਝ ਸ਼ਰਤਾਂ ਰੱਖੀਆਂ ਨੇ ਇਹਨਾਂ ਨੇ। ਕੋਈ FAQs, ਫੇਅਰ ਐਵਰੇਜ ਕੁਆਲਿਟੀ ਸਪੈਸੀਫਿਕੇਸ਼ਨਸ ਇਹਦੇ ਵਿੱਚ ਰੱਖੀਆਂ ਨੇ। ਜਿੱਦਾਂ ਕਿ ਇੰਪਿਓਰਿਟੀਜ਼ ਆ ਕਿ 2% ਤੋਂ ਜ਼ਿਆਦਾ ਨਹੀਂ ਹੋਣੀਆਂ ਚਾਹੀਦੀਆਂ। ਐਡਮਿਕਸਚਰ ਦਾ ਮਤਲਬ ਹੈ ਕੋਈ ਹੋਰ ਫਸਲ ਦਾ ਸੀਡ ਜਿਹੜਾ ਉਹ ਇਹਦੇ ਵਿੱਚ ਨਾ ਆਵੇ, ਤਾਂ ਉਹ 3% ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਏਦਾਂ ਹੀ ਇਮੈਚੁਰ ਸੀਡ ਹੁੰਦੇ ਨੇ ਕੁਝ, ਉਹ ਵੀ 3% ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਏਦਾਂ ਹੀ ਡੈਮੇਜਡ ਸੀਡ ਜਿਹੜੇ ਆ ਕੋਈ ਡਿਸਕਲਰਡ ਹੋ ਜਾਂਦੇ ਆ, ਉਹ 3% ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਏਦਾਂ ਹੀ
ਸੁੰਡੀ ਦੇ ਖਾਦੇ ਹੋਏ ਕੋਈ ਤਕਰੀਬਨ 4% ਤੋਂ ਜ਼ਿਆਦਾ ਸੀਡ ਨਹੀਂ ਹੋਣੇ ਚਾਹੀਦੇ। ਸਲਾਈਟਲੀ ਡੈਮੇਜਡ ਵੀ 4% ਤੋਂ ਜ਼ਿਆਦਾ ਨਹੀਂ ਹੋਣੇ ਚਾਹੀਦੇ। ਸੋ ਇਹਦਾ ਮਤਲਬ ਇਹ ਹੈ ਕਿ ਇਹ ਜਿਹੜੀ ਹੈ ਮੂੰਗੀ ਦੀ ਫਸਲ ਬੜੀ ਸਾਫ਼ ਸੁਥਰੀ ਕਰਕੇ ਮੰਡੀ ਦੇ ਵਿੱਚ ਲਿਆਉਣ ਦੀ ਲੋੜ ਆ, ਤਾਂ ਕਿ ਕਿਸਾਨ ਨੂੰ ਕੋਈ ਮੁਸ਼ਕਲ ਨਾ ਆਵੇ। ਔਰ ਨਾਲ ਜਿਹਦੇ ਇਹਦੇ ਵਿੱਚ ਮੋਇਸਚਰ ਕੰਟੈਂਟ ਹੈ ਉਹ 12% ਉਹਨਾਂ ਨੇ ਅਪਰ ਲਿਮਿਟ ਰੱਖੀ ਹੈ। ਸੋ ਇਸ ਤੋਂ ਜ਼ਿਆਦਾ ਮੋਇਸਚਰ ਕੰਟੈਂਟ ਨਹੀਂ ਹੋਣਾ ਚਾਹੀਦਾ। ਫਸਲ ਸੁਕਾ ਕੇ ਸਪੈਸੀਫਿਕੇਸ਼ਨਸ ਦੇ ਮੁਤਾਬਕ ਮੰਡੀ ਦੇ ਵਿੱਚ ਆਵੇ। ਔਰ ਇਹਨਾਂ ਨੇ ਜਿਹੜਾ ਪ੍ਰੋਕਿਉਰਮੈਂਟ ਦਾ ਟਾਈਮ ਆ ਉਹ 2 ਮਹੀਨੇ ਰੱਖਿਆ, ਜੂਨ ਤੇ ਜੁਲਾਈ। ਸੋ ਬੜਾ ਲੰਬਾ ਟਾਈਮ ਆ, ਬਹੁਤ ਵਧੀਆ ਗੱਲ ਹੈ। 7275 ਰੁਪਏ ਪਰ ਕੁਇੰਟਲ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਗਵਰਨਮੈਂਟ ਆਫ ਇੰਡੀਆ ਨੇ ਫਿਕਸ ਕੀਤਾ ਆ। ਤੇ ਇਹਨਾਂ ਨੇ ਇੱਕ ਸ਼ਰਤ ਇਹ ਰੱਖੀ ਹੈ ਕਿ ਕਿਸਾਨ ਤੋਂ ਅਸੀਂ 25 ਕੁਇੰਟਲ ਪਰ ਫਾਰਮਰ ਪਰ ਡੇ ਤੋਂ ਜ਼ਿਆਦਾ ਖਰੀਦ ਨਹੀਂ ਕਰਾਂਗੇ। ਇੱਕ ਫਾਰਮਰ ਤੋਂ ਇੱਕ ਦਿਨ ਦੇ ਵਿੱਚ 25 ਕੁਇੰਟਲ ਤੋਂ ਜ਼ਿਆਦਾ ਨਹੀਂ ਖਰੀਦ ਕੀਤੀ ਜਾਊਗੀ। ਔਰ ਇਹਦੇ ਵਿੱਚ ਆੜਤੀਏ ਨੂੰ ਬਾਹਰ ਕਰ ਦਿੱਤਾ ਗਿਆ ਕਿ ਡਾਇਰੈਕਟ ਜਿਹੜੀ ਇਹ ਫਾਰਮਰ ਤੋਂ ਮੰਡੀ ਦੇ ਰਾਹੀਂ ਜਿਹੜੀ ਇਹ ਪਰਚੇਸ ਕੀਤੀ ਜਾਊਗੀ। ਪਰ ਨਾਲ ਦੀ ਨਾਲ ਇੰਪੋਰਟੈਂਟ ਗੱਲ ਇਹ ਹੈ ਕਿ ਫਾਰਮਰ ਰਜਿਸਟਰ ਹੋਣਾ ਚਾਹੀਦਾ ਹੈ। ਅਨਾਜ ਖਰੀਦ ਪੋਰਟਲ ਦੇ ਉੱਤੇ ਫਾਰਮਰ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ, ਉਹ ਬੜੀ ਜ਼ਰੂਰੀ ਆ। ਔਰ ਉਹ ਰਜਿਸਟ੍ਰੇਸ਼ਨ ਜਿਹੜੀ ਆ ਉਹ ਪਟਵਾਰੀ ਦੇ ਰਾਹੀਂ ਤਸਦੀਕ ਹੋਣੀ ਜ਼ਰੂਰੀ ਹੈ। ਇਹ ਚੀਜ਼ਾਂ ਬੜੀਆਂ ਮਹੱਤਵਪੂਰਨ ਨੇ ਕਿਸਾਨਾਂ ਦੇ ਲਈ। ਸੋ ਉਹ ਮੰਡੀ ਦੇ ਵਿੱਚ ਜਿਹੜੀ ਮੰਡੀ ਬੋਰਡ ਆ, ਇਹ ਜਿਹੜੀ ਇਹ ਲਿਸਟ ਆ ਇਹ ਨੈਫਡ ਨੂੰ ਦੇਗਾ। ਤੇ ਤਕਰੀਬਨ ਉਹਨਾਂ ਨੇ 5 ਕੁਇੰਟਲ ਪਰ ਏਕੜ ਦੀ ਜਿਹੜੀ ਐਵਰੇਜ ਪ੍ਰੋਡਕਟਿਵਿਟੀ ਦੇ ਹਿਸਾਬ ਨਾਲ ਇਹ ਸਾਰਾ ਸਿਸਟਮ ਬਣਾਇਆ। ਤੇ ਨਾਲ ਉਹਨਾਂ ਨੇ ਇਹ ਕਿਹਾ ਕਿ ਇੱਕ ਸ਼ਰਤ ਇਹ ਵੀ ਹੈ ਕਿ ਇੱਕ ਡਿਸਟ੍ਰਿਕਟ ਦੇ ਵਿੱਚੋਂ ਜੋ ਪ੍ਰੋਡਕਸ਼ਨ ਹੋਣੀ ਆ ਉਹਦਾ 25% ਤੋਂ ਜ਼ਿਆਦਾ ਇੱਕ ਡਿਸਟ੍ਰਿਕਟ ਦੇ ਵਿੱਚੋਂ ਨਹੀਂ ਖਰੀਦਿਆ ਜਾਊਗਾ। ਸੋ ਇਸ ਤਰ੍ਹਾਂ ਟੋਟਲ ਕਰਕੇ ਉਹ 4585 ਮੀਟ੍ਰਿਕ ਟਨ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਥਰੂ ਨੈਫਡ ਇਹ ਖਰੀਦ ਕਰੇਗੀ। ਤੇ ਇਹ ਬੜਾ ਜ਼ਰੂਰੀ ਹੈ ਕਿ ਉਸ ਤੋਂ ਬਾਅਦ ਇਹਨਾਂ ਨੇ ਉਹਦੀ ਜਿਹੜੀ ਆ ਰੱਖਣਾ ਕਿੱਥੇ ਆ, ਜਿਹੜੀ ਆ ਇਹ ਪ੍ਰੋਡਿਊਸ ਆ ਵੇਅਰ ਹਾਊਸਿਸ ਦੇ ਵਿੱਚ ਇਹ ਲੈ ਕੇ ਜਾਣੀ ਆ। ਔਰ ਕਿਸਾਨ ਨੂੰ ਜਦੋਂ ਕਿਸਾਨ ਦੀ ਫਸਲ ਚੁੱਕੀ ਗਈ 3 ਦਿਨਾਂ ਦੇ ਵਿੱਚ ਬੈਂਕ ਅਕਾਊਂਟ ਦੇ ਵਿੱਚ ਉਹਦੇ ਪੈਸੇ ਆ ਜਾਣਗੇ। ਔਰ ਵਿਦਿਨ 5 ਡੇਜ਼ 30 ਕਿਲੋਮੀਟਰ ਦੇ ਡਿਸਟੈਂਸ ਦੇ ਅੰਦਰ ਵੇਅਰ ਹਾਊਸ ਦੇ ਵਿੱਚ ਉਹ ਮੂੰਗੀ ਦੀ ਫਸਲ ਆ ਜਿਹੜੀ ਉਹ ਪਹੁੰਚ ਜਾਏਗੀ। ਸੋ ਇਦਾਂ ਦਾ ਸਿਸਟਮ ਇਹਨਾਂ ਨੇ ਬਣਾਇਆ। ਔਰ ਇਦਾਂ ਹੀ ਪੰਜਾਬ ਗਵਰਨਮੈਂਟ ਲਈ ਵੀ ਇਹੀ ਮੰਡੀਆਂ ਹੋਣਗੀਆਂ। ਤੋ ਇਦਾਂ ਦਾ ਹੀ ਸਾਰਾ ਸਿਸਟਮ ਹੈ। ਹਾਲਾਂਕਿ ਬਹੁਤਾ ਐਲੈਬੋਰੇਟ ਅਜੇ ਨਹੀਂ ਆਇਆ ਕਿਉਂਕਿ ਗਵਰਨਮੈਂਟ ਆਫ ਇੰਡੀਆ ਲਈ ਪੰਜਾਬ ਗਵਰਨਮੈਂਟ ਨੇ ਸਪੈਸੀਫਾਈ ਕੀਤਾ ਸੀ, ਉਹਨਾਂ ਦੀਆਂ ਫੇਅਰ ਐਵਰੇਜ ਕੁਆਲਿਟੀ ਸਪੈਸੀਫਿਕੇਸ਼ਨਸ ਵੀ ਆ ਗਈਆਂ ਨੇ। ਸਰ ਇੱਕ ਇੱਥੇ ਸਵਾਲ ਇਹ ਹੈ ਵੀ ਜਿਹੜੀਆਂ ਪਾਲਿਸੀਆਂ ਹੈਗੀਆਂ ਕਿ ਗਵਰਨਮੈਂਟ ਉਹਨਾਂ ਦੇ ਵਿੱਚ ਕੁਝ ਸੋਧ ਕਰ ਸਕਦੀ ਹੈ ਉਹਨਾਂ ਨੂੰ ਬਿਹਤਰ ਬਣਾਉਣ ਵਾਸਤੇ, ਜਾਂ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਦੇਖੋ ਜਿਹੜੀਆਂ ਗਵਰਨਮੈਂਟ ਆਫ ਇੰਡੀਆ ਦੀਆਂ ਸਪੈਸੀਫਿਕੇਸ਼ਨ ਜਿਹਦਾ FAQ ਆ ਉਹਦੇ ਵਿੱਚ ਤੇ ਅਸੀਂ ਨਹੀਂ ਐਕਸਪੈਕਟ ਕਰਾਂਗੇ ਅਨਲੈਸ ਐਂਡ ਅੰਟਿਲ ਕੋਈ ਬਹੁਤੀ ਹੋਈ एनवायरमेंटल प्रॉब्लम कोई खड़ी हो जाती है। ਤੇ ਬਾਕੀ ਅਜੇ ਗਵਰਨਮੈਂਟ ਆਫ ਪੰਜਾਬ ਨੇ ਵੀ ਬਹੁਤ ਹੀ ਮੇਰੇ ਖਿਆਲ ਇਹਦੇ ਤੇ ਵਰਕ ਨਹੀਂ ਕੀਤਾ ਗਿਆ ਤੇ ਕੋਈ ਪਲੱਸ ਮਾਈਨਸ ਵੀ ਹੋ ਸਕਦਾ ਹੈ ਸਮੇਂ ਦੇ ਮੁਤਾਬਕ, ਮੌਕੇ ਦੇ ਮੁਤਾਬਕ, ਪਰ ਮੋਰ ਔਰ ਲੈਸ ਇਹ ਬ੍ਰੌਡ ਇਹ ਗਾਈਡਲਾਈਨਸ ਜਿਹੜੀਆਂ ਹੈਗੀਆਂ ਨੇ। ਡਾਕਟਰ ਸਾਹਿਬ ਇਹ ਤੁਸੀਂ ਬਹੁਤ ਵਧੀਆ ਗੱਲ ਦੱਸੀ ਵੀ ਇੱਕ ਤਾਂ ਉਹਨਾਂ ਨੂੰ ਪੋਰਟਲ ਦੇ ਉੱਤੇ ਰਜਿਸਟਰ ਕਰਨਾ ਪਊਗਾ ਤੇ ਇੱਕ ਡਿਸਟ੍ਰਿਕਟ ਦੇ ਵਿੱਚੋਂ ਜਿੰਨਾ ਹੈਗਾ ਅਨਾਜ ਉਹਦਾ 25% ਪ੍ਰੋਡਕਸ਼ਨ ਦੀ ਪ੍ਰੋਕਿਉਰਮੈਂਟ ਹੋਊਗੀ। ਹਾਂਜੀ, ਤੇ ਇਹ ਜਿਹੜੇ ਫਿਰ ਐਕਸੈਸ ਪ੍ਰੋਡਕਸ਼ਨ ਹੋ ਜੂਗੀ ਉਸ ਨੂੰ ਕਿਸਾਨ ਕਿਸ ਤਰ੍ਹਾਂ ਮੈਨੇਜ ਕਰ ਸਕਦਾ ਹੈ? ਉਹ ਤੇ ਫਿਰ ਪੰਜਾਬ ਗਵਰਨਮੈਂਟ ਲਏਗੀ। ਪੰਜਾਬ ਗਵਰਨਮੈਂਟ ਨੇ ਵੀ ਤਾਂ ਆਣਾ ਹੈਗਾ ਨਾ, ਇਹ ਤਾਂ ਆਪਾਂ ਗੱਲ ਕਰ ਰਹੇ ਹਾਂ ਗਵਰਨਮੈਂਟ ਆਫ ਇੰਡੀਆ ਦੀ ਪਰਚੇਸ ਦੀ, ਤੇ ਬਾਕੀ ਪੰਜਾਬ ਗਵਰਨਮੈਂਟ ਕਰੇਗੀ। ਉਹ ਕਮਿਟਮੈਂਟ ਹੈ ਪੰਜਾਬ ਗਵਰਨਮੈਂਟ ਦੀ ਉਹੀ MSP ਦੇ ਉੱਤੇ।
ਇਦਾਂ ਹੀ ਵੇਅਰ ਹਾਊਸਿਸ ਦੇ ਵਿੱਚ ਲੈ ਕੇ ਜਾਣਗੇ। ਤਾਂ ਮੇਰਾ ਖਿਆਲ ਹੈ ਕਿ ਜੋ ਕਮਿਟਮੈਂਟ ਪੰਜਾਬ ਗਵਰਨਮੈਂਟ ਨੇ ਕੀਤੀ ਹੈ ਉਹ ਸਿਰੇ ਚੜਾਉਣਗੇ ਬਿਲਕੁਲ। ਜੀ ਅੱਛਾ ਸਰ, ਇੱਕ ਤੁਸੀਂ ਸਰ ਰਤਨ ਟਾਟਾ ਮੂੰਗ ਟਰਸਟ ਨਾਲ ਵੀ ਐਸੋਸੀਏਟਿਡ ਹੋ, ਉਹਦੇ ਬਾਰੇ ਥੋੜਾ ਜਿਹਾ ਜੇ ਤੁਸੀਂ ਸਾਡੇ ਸਰੋਤਿਆਂ ਨਾਲ ਥੋੜੀ ਜਾਣਕਾਰੀ ਸਾਂਝੀ ਕਰੋ ਵੀ ਤੁਸੀਂ ਕਿਸ ਤਰ੍ਹਾਂ ਦਾ ਕੰਮ ਕੀਤਾ, ਕਿਸ ਤਰ੍ਹਾਂ ਐਕਸਪੀਰੀਅੰਸ ਹੈ ਤੁਹਾਡਾ ਉੱਥੇ। ਜਿੱਦਾਂ ਮੈਂ ਐਜ਼ ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ ਵੀ ਉਦੋਂ ਡਾਕਟਰ ਕਾਲਕਟ ਸਾਹਿਬ ਨੇ ਵੀ ਇਹ ਕੰਪੇਨ ਸ਼ੁਰੂ ਕੀਤੀ ਸੀ ਪੰਜਾਬ ਸਟੇਟ ਫਾਰਮਰਸ ਕਮਿਸ਼ਨ ਵੱਲੋਂ। ਇਹ ਮੂੰਗੀ ਦੇ ਉੱਤੇ ਨਾ, ਸੱਠੀ ਮੂੰਗੀ ਦੇ ਉੱਤੇ ਸਟ੍ਰੈਸ ਦਿੱਤਾ ਸੀ, ਡਾਕਟਰ ਬੈਂਸ ਜਾਣਦੇ ਨੇ। ਤੇ ਉਹਦੇ ਨਾਲ ਜਿਹੜਾ ਜਗਰਾਉਂ ਵਾਲਾ ਏਰੀਆ ਆ ਕਾਫੀ ਸੱਠੀ ਮੂੰਗੀ ਦੇ ਥੱਲੇ ਆਇਆ ਸੀਗਾ। ਤੇ ਨਾਲ ਮੈਂ ਜਦੋਂ ਜੁਆਇਨ ਕੀਤਾ ਰਤਨ ਟਾਟਾ ਟਰਸਟ ਦੇ ਨਾਲ ਐਜ਼ ਐਗਰੀਕਲਚਰ ਐਡਵਾਈਜ਼ਰ, ਤੇ ਇਹ ਸੱਠੀ ਮੂੰਗ ਦਾ ਪ੍ਰੋਜੈਕਟ ਮੈਂ ਇਹਦੀ ਮੋਨੀਟਰਿੰਗ ਕੀਤੀ ਸੀਗੀ। ਤੇ ਇਹਦੇ ਚ ਇਦਾਂ ਹੀ ਆ ਕਿ ਉਸ ਟਾਈਮ ਦੇ ਉੱਤੇ ਜਿਹੜਾ ਫਾਰਮਰਸ ਨੂੰ MSP ਨਹੀਂ ਸੀ ਮਿਲ ਰਿਹਾ, ਤੇ ਪ੍ਰਾਈਵੇਟ ਪਲੇਅਰਸ ਨੇ, ਟ੍ਰੇਡਰਸ ਨੇ ਫਾਰਮਰਸ ਨੂੰ ਐਕਸਪਲੋਇਟ ਕੀਤਾ। ਏਰੀਆ ਵਧਿਆ ਜਿੱਦਾਂ ਡਾਕਟਰ ਬੈਂਸ ਨੇ ਦੱਸਿਆ। ਸਾਡੇ ਪੰਜਾਬ ਦੇ ਵਿੱਚ ਸੱਠੀ ਮੂੰਗੀ SML 668 ਦਾ ਏਰੀਆ ਵਧਣ ਦੇ ਨਾਲ ਨਾਲ ਹਰਿਆਣੇ ਦੇ ਵਿੱਚ ਵੀ ਇਹ ਚਿਣਗ ਜਾਗੀ। ਹਰਿਆਣੇ ਦੇ ਵਿੱਚ ਵੀ ਸੱਠੀ ਮੂੰਗੀ ਥੱਲੇ ਏਰੀਆ ਆਇਆ, ਔਰ ਇਹੀ ਵੈਰਾਈਟੀ ਪੰਜਾਬ ਵਾਲੀ ਜਿਹੜੀ ਹਰਿਆਣੇ ਦੇ ਵਿੱਚ ਗਈ। ਏਰੀਆ ਵਧਿਆ, ਪਰ ਆਪਾਂ ਨੂੰ ਪਤਾ ਹੀ ਹੈ ਕਿ ਫਿਰ ਦੇਖੋ ਜੀ ਇਹਦੇ ਦਾਣੇ ਬੜੇ ਮੋਟੇ ਆ। ਪ੍ਰਾਈਵੇਟ ਟ੍ਰੇਡਰਸ ਨੇ ਇਹਦਾ ਪ੍ਰਾਈਸ ਜਿਹੜਾ ਉਹ ਪੂਰਾ ਨਹੀਂ ਦਿੱਤਾ, ਪ੍ਰਾਈਸ ਥੱਲੇ ਆ ਗਿਆ, ਫਾਰਮਰ ਡਿਸਕਰੇਜ ਹੋਏ, ਔਰ ਕਈ ਵੱਡੇ ਵੱਡੇ ਫਾਰਮਰਸ ਡਿਸਕਰੇਜ ਵੀ ਹੋਏ, ਇਹਦੇ ਵਿੱਚ ਛੱਡ ਵੀ ਗਏ। ਸੋ ਰਲਿਆ ਮਿਲਿਆ ਜਿਹਾ ਐਕਸਪੀਰੀਅੰਸ ਰਿਹਾ ਆ। ਪਰ ਜੇ ਇਹ MSP ਦੇ ਤਹਿਤ ਹੀ ਖਰੀਦੀ ਜਾਵੇ ਤੇ ਮੇਰਾ ਖਿਆਲ ਹੈ ਕਾਫੀ ਮਾਈਲਸਟੋਨ ਆ ਜਿਹੜੇ ਉਹ ਸਰ ਕੀਤੇ ਜਾ ਸਕਦੇ ਆ ਪੰਜਾਬ ਦੇ ਦੁਆਰਾ, ਔਰ ਪੰਜਾਬ ਦਾ ਹੀ ਨਹੀਂ ਬਲਕਿ ਇਹਦੇ ਚ ਹਿੰਦੁਸਤਾਨ ਦਾ ਵੀ ਕਲਿਆਣ ਹੋ ਸਕਦਾ। ਸੋ ਉਹ ਬਹੁਤ ਵਧੀਆ, ਬੜੇ ਅੱਛੇ ਐਕਸਪੀਰੀਅੰਸਸ ਮੈਨੂੰ ਉਹਦੇ ਵਿੱਚ ਮਿਲੇ ਆ। ਜਿੱਦਾਂ ਡਾਕਟਰ ਬੈਂਸ ਦੱਸ ਰਹੇ ਸੀ ਕਿ ਬੜੀ ਮੈਨੇਜਮੈਂਟ ਇੰਟੈਂਸਿਵ ਕ੍ਰੌਪ ਹੈ। ਇਹ ਨਹੀਂ ਕਿ ਫਾਰਮਰ ਯਾਰ ਮੈਂ ਤੇ ਉਹ 10 ਦਿਨ ਮੇਰੇ ਭੂਆ ਦੇ ਲੜਕੇ ਦਾ ਵਿਆਹ ਸੀ ਤੇ ਮੈਂ ਉਧਰ ਬਿਜ਼ੀ ਹੋ ਗਿਆ। ਹੁਣ 60 ਦਿਨਾਂ ਦੇ ਵਿੱਚ ਉਹ 10 ਦਿਨ ਉਧਰ ਬਿਜ਼ੀ ਹੋ ਜਾਓ ਤੇ ਤੁਸੀਂ ਫਸਲ ਦਾ ਧਿਆਨ ਨਾ ਕਰੋ ਤੇ ਉਹ ਗੱਲ ਫਿਰ ਬਣਨੀ ਨਹੀਂ। ਇਹ ਤੇ ਇਹ ਆ ਵੀ ਰੋਜ਼ ਗੇੜਾ ਮਾਰਨ ਵਾਲੀ ਗੱਲ ਆ, ਪਰ ਹੈ ਬਹੁਤ ਵਧੀਆ। ਇਹਦੇ ਵਿੱਚ ਇਹ ਬੜਾ ਫਾਇਦਾ ਹੋਊਗਾ ਜੇ ਸਪੋਜ਼ ਕਰੋ ਅਸੀਂ ਸੱਠੀ ਮੂੰਗੀ ਲਾਉਂਦੇ ਆ। ਦੇਖੋ ਕਿੱਦਾਂ ਟਵਿਨ ਐਡਵਾਂਟੇਜ ਸਾਨੂੰ ਹੋਣਾ ਆ। ਜਦੋਂ ਸੱਠੀ ਮੂੰਗੀ ਲਾਣਗੇ, ਜਦੋਂ ਖੇਤ ਖਾਲੀ ਹੋਣਗੇ, ਇਹਦਾ ਮਤਲਬ ਇਹ ਹੈ ਕਿ ਕਿਸਾਨ ਅਗੇਤਾ ਝੋਨਾ ਲਾ ਹੀ ਨਹੀਂ ਸਕੂਗਾ, ਉਹਦੇ ਕੋਲੇ ਟਾਈਮ ਵਿੰਡੋ ਹੈ ਹੀ ਨਹੀਂ। ਸੋ ਮੂੰਗੀ ਕੱਢ ਕੇ ਫਿਰ ਉਹ ਝੋਨਾ ਲਾਏਗਾ, ਟਾਈਮਲੀ ਹੋਏਗਾ, ਬਾਰਿਸ਼ਾਂ ਨਾਲ ਕੋਇਨਸਾਈਡ ਕਰ ਜਾਏਗਾ, ਤੇ ਇਹਦੇ ਚ ਪਾਣੀ ਦੀ ਖਪਤ ਸਾਡੀ ਝੋਨੇ ਦੇ ਵਿੱਚ ਘਟ ਜਾਏਗੀ। ਨਾਲ ਦੀ ਨਾਲ ਇਹ ਹੈ ਕਿ ਜੇ ਕੁਝ ਰਕਬਾ ਜਿਹੜੀ ਹੈ ਸਪਰਿੰਗ ਮੇਜ਼, ਜਿਹਦਾ ਆਲਮੋਸਟ ਸਿਮਿਲਰ ਟਾਈਮ ਆ ਤੇ ਪਾਣੀ ਜ਼ਿਆਦਾ ਖਾਂਦੀ ਆ। ਹਾਲਾਂਕਿ ਮੈਂ ਮੱਕੀ ਦਾ ਆਦਮੀ ਆ ਤੇ ਮੈਂ ਮੱਕੀ ਨੂੰ ਰਿਪਲੇਸ ਕਰਨ ਦੀ ਸ਼ਾਇਦ ਮੇਰੀ ਜ਼ਮੀਰ ਨਾ ਹੋਵੇ, ਪਰ ਮੈਂ ਸੱਚ ਤੇ ਪਹਿਰਾ ਦਿੰਦਾ ਕਿ ਇਹ ਸੱਠੀ ਜਿਹੜਾ ਸਪਰਿੰਗ ਮੇਜ਼ ਵਾਲਾ ਏਰੀਆ ਸੱਠੀ ਮੂੰਗੀ ਥੱਲੇ ਆ ਜਾਵੇ ਤਾਂ ਸਾਡੀ ਪਾਣੀ ਦੀ ਬਚਤ ਸਪਰਿੰਗ ਮੱਕੀ ਨਾਲੋਂ ਵੀ ਜ਼ਿਆਦਾ ਹੋ ਸਕਦੀ ਹੈ, ਕਿਉਂਕਿ ਸਪਰਿੰਗ ਮੱਕੀ ਤੇ ਪਾਣੀ ਜ਼ਿਆਦਾ ਲੱਗਦਾ। ਜੀ ਬਹੁਤ ਬਹੁਤ ਧੰਨਵਾਦ ਮੱਲੀ ਸਾਹਿਬ। ਤੇ ਕੁੱਲ ਮਿਲਾ ਕੇ ਇੱਕ ਸਰਕਾਰ ਦਾ ਜਿਹੜਾ ਕਦਮ ਹੈਗਾ, ਇੱਕ ਸ਼ਲਾਘਾਯੋਗ ਕਦਮ ਹੈਗਾ, ਜਿੱਥੇ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੈ। ਸੋ ਹਾਂਜੀ ਸਮਿਤਾ ਜੀ, ਜੇ ਤੁਸੀਂ ਕੋਈ ਕੁਐਸਚਨ ਕਰਨਾ ਚਾਹੋ ਤਾਂ। ਹਾਂਜੀ ਡਾਕਟਰ ਮੱਲੀ, ਇੱਕ ਤਾਂ ਟਵਿਨ ਐਡਵਾਂਟੇਜ ਵਾਲੀ ਗੱਲ ਤੁਸੀਂ ਬਹੁਤ ਚੰਗੀ ਦੱਸੀ ਹੈਗੀ ਹੈ, ਤੇ ਦੂਜਾ ਕਿ ਸਰਕਾਰ ਜਿਵੇਂ ਇਸ ਨੂੰ ਮੂੰਗੀ ਉਗਾਉਣ ਲਈ ਮੋਟੀਵੇਟ ਕਰ ਰਹੀ ਹੈ ਕਿਸਾਨਾਂ ਨੂੰ ਚੰਗੀ MSP ਦੇ ਕੇ। ਇਹ ਤਾਂ ਵਾਕਈ ਪ੍ਰੇਜ਼ ਵਰਥੀ ਗੱਲ ਹੈਗੀ ਹੈ, ਕਿਉਂਕਿ ਆਪਣੇ ਕਿਸਾਨ ਬਹੁਤ ਜ਼ਿਆਦਾ ਜੂਝ ਰਹੇ ਸੀਗੇ ਇੱਕ ਇਹ ਜਿਹੇ ਕ੍ਰੌਪ ਪੈਟਰਨ ਦੇ ਵਿੱਚ, ਕਿ ਔਰ ਜਿਹੜੇ ਕਿ ਸਾਡੇ ਲਈ
ਪੰਜਾਬ ਦੇ ਲਈ ਰਾਈਸ ਬਿਲਕੁਲ ਵੀ ਕੰਡਿਊਸਿਵ ਨਹੀਂ ਹੈਗਾ, ਕਿਉਂਕਿ ਨਾ ਤਾਂ ਇਹ ਕੋਸਟਲ ਏਰੀਆ ਹੈ ਤੇ ਨਾ ਹੀ ਇਹ ਰੇਨਫੈਡ ਏਰੀਆ ਹੈਗਾ। ਸੋ ਜੋ ਨੁਕਸਾਨ ਸਾਡੇ ਨਾਲ ਹੋ ਰਿਹਾ ਸੀ, ਸਾਡੇ ਪੰਜਾਬ ਦੇ ਨਾਲ ਹੋਇਆ, ਤੇ ਉਹਦੇ ਲਈ ਤਾਂ ਜਿਵੇਂ ਤੁਸੀਂ ਦੱਸਿਆ ਤੇ ਡਾਕਟਰ ਬੈਂਸ ਨੇ ਦੱਸਿਆ ਕਿ ਇਹ ਤਾਂ ਵੈਰੀ ਗੁੱਡ ਵੇ ਫਾਰਵਰਡ ਹੈ। ਤੇ ਸਾਡੇ ਨਾਲ ਜੁੜੇ ਨੇ ਜੀ ਸਰਦਾਰ ਇੰਦਰਜੀਤ ਸੇਖੋਂ, ਇਹ ਬੜੇ ਸਕਸੈਸਫੁਲ ਮੂੰਗ ਦਾਲ ਗਰੋਅਰ ਹੈਗੇ ਨੇ, ਕਈ ਸਾਲਾਂ ਤੋਂ ਮੂੰਗ ਦਾਲ ਗਰੋ ਕਰ ਰਹੇ ਨੇ। ਤੇ ਇਹਨਾਂ ਤੋਂ ਅਸੀਂ ਉਹਨਾਂ ਦੇ ਐਕਸਪੀਰੀਅੰਸ ਬਾਰੇ ਜਾਣਾਂਗੇ ਕਿ ਇਹਨਾਂ ਨੇ ਕਿਵੇਂ ਮੂੰਗ ਦਾਲ ਗਰੋ ਕਰਨੀ ਸ਼ੁਰੂ ਕੀਤੀ ਤੇ ਕਿਵੇਂ ਆਪਣੇ ਐਕਸਪੀਰੀਅੰਸ ਤੋਂ ਲੋਕਾਂ ਨੂੰ ਸੁਜੈਸ਼ਨਸ ਦੇਣਗੇ। ਹਾਂਜੀ, ਥੈਂਕ ਯੂ ਮੈਮ। ਅਸੀਂ ਨਾ ਜੀ ਜਿਹੜੀ ਮੂੰਗੀ ਦੀ ਬਿਜਾਈ ਹੈ ਇਹਦੀ ਜਿਓਮੈਟਰੀ ਥੋੜੀ ਜਿਹੀ ਚੇਂਜ ਕੀਤੀ ਹੈ। ਵੀ ਬ੍ਰੌਟ ਇਨ ਇਜ਼ ਨੋਮੈਟਿਕ ਪਲਾਂਟਰਸ ਤੇ ਬੈਡਸ ਦੇ ਉੱਪਰ ਲਾਈ ਹੈ ਤੇ ਫਰੋ ਇਰੀਗੇਸ਼ਨ ਅਸੀਂ ਕਰ ਰਹੇ ਹਾਂ, ਔਰ ਉਹਦੇ ਨਾਲ ਇੱਕ ਤਾਂ ਪਾਣੀ ਦੀ ਬਹੁਤ ਬੱਚਤ ਹੈ, ਪਲਾਂਟ ਸਟੈਂਡ ਇਜ਼ ਮਚ ਬੈਟਰ, ਮੈਨੇਜਮੈਂਟ ਕ੍ਰੌਪ ਦੀ ਬਹੁਤ ਇੰਪਰੂਵ ਕਰ ਗਈ ਕਿਉਂਕਿ ਅਸੀਂ ਸਾਰਾ ਕੁਝ ਉਹਨੂੰ ਮਕੈਨੀਕਲੀ ਵਰਕ ਕਰ ਸਕਦੇ ਹਾਂ। ਇਹਦੇ 'ਚ ਦੋ ਤਿੰਨ ਬੜੀਆਂ ਇਹ ਸਮੱਸਿਆ ਆ ਰਹੀਆਂ ਕਿ ਇੱਕ ਸਾਨੂੰ ਇਨਸੈਕਟ ਲੋਡ ਕਾਫੀ ਆ ਰਿਹਾ, ਉਹ ਦੇਖਣ 'ਚ ਆਇਆ, ਜਿਵੇਂ ਜੇਸਿਡ ਹੈ, ਕੈਟਰਪਿਲਰ ਹੈ, ਉਹਦੀ ਸਾਨੂੰ ਮੈਨੇਜਮੈਂਟ ਦੀ ਇੰਪਰੂਵਮੈਂਟ ਦੀ ਲੋੜ ਹੈ। ਇਸ ਦੇ ਇਲਾਵਾ ਜਿਹੜੀ ਹਾਰਵੈਸਟਿੰਗ ਹੈ ਉਹ ਅਸੀਂ ਮਕੈਨੀਕਲ ਕਰ ਰਹੇ ਹਾਂ। ਮਕੈਨੀਕਲ ਦਾ ਕੰਬਾਈਨ ਆਨੇ ਆ, ਡੈਸੀਕੇਟ ਕੀਤਾ, ਇਹਨੂੰ ਫਸਲ ਨੂੰ ਵੱਢ ਲੈਂਦੇ ਆ ਤੇ ਉਸ ਤੋਂ ਬਾਅਦ ਪਰ ਉਹਦੇ 'ਚ ਅਸੀਂ ਇੱਕ ਚੀਜ਼ ਦੇਖ ਰਹੇ ਹਾਂ ਵੀ ਟਰੈਸ਼ ਵੀ ਬਹੁਤ ਆ ਰਿਹਾ, ਪੱਤੇ ਬਹੁਤ ਕੁਝ ਵਿੱਚ ਆ ਜਾਂਦੇ ਆ। ਉਹਦੇ ਵਾਸਤੇ ਸਾਡੇ ਕੋਲੇ ਕੋਈ ਚੰਗੇ ਗ੍ਰੇਡਰਸ ਨਹੀਂ ਹੈਗੇ ਜਿਹੜੀ ਕ੍ਰੌਪ ਨੂੰ ਅਸੀਂ ਪ੍ਰੋਪਰਲੀ ਗ੍ਰੇਡ ਕਰ ਸਕੀਏ, ਜਾਂ ਕੋਈ ਨਾ ਹੀ ਮੰਡੀਆਂ 'ਚ ਉਹ ਅਵੇਲੇਬਲ ਹੈ। ਜਿਹੜੇ ਪਾਵਰ ਕਲੀਨਰਸ ਆ ਉਹ ਇਨਐਫੈਕਟਿਵ ਹੈ। ਅੱਛਾ, ਫਿਰ ਇਹਦੇ 'ਚ ਕਿਉਂਕਿ ਇਹ ਫਸਲ ਸਾਰੀ ਇੱਕ ਸਾਰ ਪੱਕਦੀ ਨਹੀਂ ਹੈ, ਇਹ 'ਚ ਡਿਸਕਲਰਿੰਗ ਬਹੁਤ ਆ ਰਹੀ ਹੈ। ਉਹਦੇ ਵਾਸਤੇ ਸਾਨੂੰ ਸੋਚਣਾ ਚਾਹੀਦਾ ਔਰ ਇੰਟਰੋਡਿਊਸ ਕਰਨਾ ਚਾਹੀਦਾ ਕਲਰ ਸੌਟਰਸ। ਅੱਛਾ, ਸਾਊਥ ਇੰਡੀਆ ਦੇ ਵਿੱਚ ਇਹ ਮਸ਼ੀਨਾਂ ਅਵੇਲੇਬਲ ਹੈ, ਕਲਰ ਸੌਟਰ ਵਗੈਰਾ, ਉਹ ਥੋੜੀ ਕੁਆਂਟੀਟੀ ਆ 200-300 ਕਿਲੋ ਪਰ ਆਰ ਕਰਦੇ ਆ। ਜੇ ਉਹ ਚੀਜ਼ਾਂ ਉਰੇ ਇੰਟਰੋਡਿਊਸ ਕੀਤੀਆਂ ਜਾਣ, ਇਟ ਵਿਲ ਹੈਲਪ ਅਸ ਅ ਲੋਟ in preparing for the market. ਅੱਛਾ, ਇੱਕ ਸਾਨੂੰ ਚਾਹੀਦੇ ਆ ਮਕੈਨੀਕਲ ਡਰਾਇਰਸ, ਉਹ ਵੀ ਇਸ ਟਾਈਮ ਕੋਈ ਉਪਲਬਧ ਨਹੀਂ ਹੈਗੇ। ਹੁਣ ਆਪਣੀ ਜਿੰਨੀ ਡਰਾਇੰਗ ਹੋ ਰਹੀ ਹੈ ਸਾਰੀ ਸਨ ਡਰਾਇੰਗ ਹੋ ਰਹੀ ਹੈ, ਸਨ ਡਰਾਇੰਗ ਨਾਲ ਡਿਸਕਲਰਿੰਗ ਵੀ ਹੋ ਰਹੀ ਹੈ। ਸੋ ਇਹਨਾਂ ਮੁੱਦਿਆਂ ਤੇ ਆਪਾਂ ਨੂੰ ਥੋੜਾ ਜਿਹਾ ਐਮਫਸਿਸ ਲੈ ਕਰਨਾ ਚਾਹੀਦਾ ਔਰ ਇਹਦੇ ਵਾਸਤੇ ਕੋਈ ਫੰਡ ਵਗੈਰਾ ਆਪਾਂ ਅਵੇਲੇਬਲ ਕਰੀਏ। ਸੋ ਇਹਦੇ ਲਈ ਤੁਸੀਂ ਕੀ ਸੁਜੈਸ਼ਨਸ ਕੀ ਦਿੰਦੇ ਹੋ ਆਮ ਫਾਰਮਰ ਨੂੰ ਕਿ ਕਿਸ ਤਰ੍ਹਾਂ ਮੈਡਮ ਇਹ ਫਾਰਮ ਲੈਵਲ ਤੇ ਨਹੀਂ, ਇਹ ਮੰਡੀ ਲੈਵਲ ਤੇ ਆਊਗਾ ਕਿਉਂਕਿ ਫਾਰਮਰ ਇੱਕ ਪੂਰਾ ਕ੍ਰੌਪ ਲਿਆਂਦਾ ਹੈ, ਉੱਥੇ ਗ੍ਰੈਵਿਟੀ ਸੈਪਰੇਟਰਸ ਹੋ ਜਾਣ, ਕਲਰ ਸੌਟਰਸ ਹੋ ਜਾਣ, so he can have access to all these equipments. He cannot do it on the farm level. हाँ, farm level ਜਿਹੜਾ growing ਹੈ ਉਹ ਕਰ ਸਕਦਾ ਹੈ। ਹੁਣ ਜਿਵੇਂ pneumatic planters ਹੈ, ਉਹ ਤੁਸੀਂ you can hire a pneumatic planter, 1500 ਰੁਪਏ ਏਕੜ ਕੋਸਟ ਕਰਦਾ, 10 ਏਕੜ ਉਹ ਬੀਜ ਜਾਂਦਾ ਇੱਕ ਦਿਹਾੜੀ ਦੇ ਵਿੱਚ, and he can go about 15-20 acres a day. ਅੱਛਾ, ਜੋ ਅਸੀਂ ਆਹ ਫੋਲੋ ਕੀਤਾ, ਅਸੀਂ we never waited ਕਿ ਜੀ ਮੋਇਸਚਰ ਹੋਵੇ ਨਾ ਹੋਵੇ, ਅਸੀਂ ਉਹਨੂੰ ਡਰਾਈ ਬੀਜ ਕੇ and then we irrigated it and we got excellent results. ਔਰ ਇੱਕ ਅਸੀਂ ਮੈਥਡ ਯੂਜ਼ ਕਰ ਰਹੇ ਹਾਂ ਜਿਹੜਾ ਪੈਪਸੀ ਡੇਜ਼ 'ਚ ਅਸੀਂ ਇੰਟਰੋਡਿਊਸ ਕੀਤਾ ਸੀਗਾ, ਇਟਸ ਸਰਜ ਇਰੀਗੇਸ਼ਨ। ਅਸੀਂ ਪਹਿਲੇ ਔਲੀਆਂ 'ਚ ਪਾਣੀ ਲਾਉਂਦੇ ਹਾਂ, ਜਦੋਂ ਪੂਰਾ ਭਰ ਜਾਂਦਾ ਫਿਰ ਪਾਣੀ ਲਾਉਂਦੇ, ਉਹਦੇ ਨਾਲ ਜਿਹੜੀ ਸੇਮ ਹੈ ਉਹ ਸਾਰੇ ਬੈਡਸ ਤੱਕ
ਚਲੀ ਜਾਂਦੀ ਹੈ ਐਂਡ ਵੀ ਗੈਟ ਅ ਵੈਰੀ ਹਾਈ ਜਰਮੀਨੇਸ਼ਨ ਔਰ ਸਾਡਾ ਸੀਡ ਰੇਟ ਵੀ ਰਿਡਿਊਸ ਹੋ ਗਿਆ ਅੱਧੇ ਸੀਡ ਰੇਟ ਨਾਲ ਹੀ ਅਸੀਂ ਉਹ ਕੰਮ ਚਲਾ ਰਹੇ ਹਾਂ ਅਜੇ ਉਹਦੇ ਪਲਾਂਟ ਵੇਟਿੰਗ ਨਹੀਂ ਹੈਗੀ ਹੈ ਓਵਰ ਪ੍ਰੋਪਗੇਸ਼ਨ ਨਾਲ ਯੂ ਵਿਲ ਸੀ ਕਿ ਮੋਇਸਚਰ ਸਟ੍ਰੈਸ ਹੁੰਦੀ ਹੈ ਪਲਾਂਟਸ ਵਿਲਟ ਕਰਨ ਲੱਗ ਪੈਂਦੇ ਆ ਇਹ ਤੋਂ ਵੀ ਸਾਨੂੰ ਰਿਲੀਫ ਹੈ ਅੱਛਾ ਇਹ ਜ਼ਿਆਦਾ ਨਿਊਟ੍ਰੀਐਂਟਸ ਇਹਨੂੰ ਲੋੜ ਨਹੀਂ ਹੈ ਕਿਉਂਕਿ ਅਸੀਂ ਆਲੂ ਤੋਂ ਬਾਅਦ ਇਹਨੂੰ ਬੀਜ ਰਹੇ ਹਾਂ ਉਹਦੇ ਆਪਣੇ ਆਪ ਹੀ ਬਹੁਤ ਨਿਊਟ੍ਰੀਐਂਟਸ ਹੁੰਦੇ ਸੋ ਇਹ ਕਲਰ ਸ਼ਾਰਟੇਜ ਵਗੈਰਾ ਹੋ ਜਾਣ ਵੀਲ ਗੈਟ ਦ ਟੌਪ ਪ੍ਰਾਈਸ ਫॉर ਇਟ ਅੱਛਾ ਇਹਦੇ ਦਾਲਾਂ ਵੀ ਵਿਕਦੀਆਂ ਜਿਹੜੇ ਸਪਲਿਟ ਹੋ ਜਾਂਦੇ ਆ ਉਹ ਵੀ ਗ੍ਰੇਨ ਵਿਕਦਾ ਸੋ ਇਫ ਵੀ ਕੈਨ ਗ੍ਰੇਡ ਇਟ ਬੈਸਟ ਪ੍ਰਾਈਸ ਥੋੜਾ ਜਿਹਾ ਡਾਊਨਗ੍ਰੇਡ ਹੋ ਗਿਆ 2-3 ਗ੍ਰੇਡਸ ਹੋ ਜਾਣਗੇ ਅੱਛਾ ਮੇਰੇ ਵਾਸਤੇ ਤਾਂ ਜ਼ਿਆਦਾ ਇੰਪੋਰਟੈਂਟ ਹੈ I also need the fodder because I have animals on my farm. So ਇਹਦਾ ਜਿਹੜਾ residue ਹੈ you take it as fodder for your cattle Also cattle and goats. goats also. ਠੀਕ ਹੈ ਜੀ ਅੱਛਾ and it's nourishing. ਹੋਰ ਟੈਕਨੀਕ ਅਸੀਂ ਕੀਤੀ ਹੈ ਵੀ ਸਵਾਥ ਅਸੀਂ ਇਹਨੂੰ ਲਾਈਨਾਂ 'ਚ ਵੱਢ ਲੈਂਦੇ ਆ ਲੀਵ ਇਟ ਫॉर ਕਪਲ ਆਫ ਡੇਜ਼ ਟਰੈਕਟਰ ਦੇ ਵਿੱਚ ਹੀ ਉਹਨੂੰ ਕੱਟ ਲੈਂਦੇ ਆ we leave it in the field 3-4 ਦਿਨ 'ਚ ਡਰਾਈ ਹੋ ਜਾਂਦਾ and then we thrash it ਔਰ ਜਾਂ ਕੰਬਾਈਨ ਚੋਂ ਕੱਢ ਲਓ ਤੁਸੀਂ ਗੱਲ ਕਰ ਰਹੇ ਸੀ ਕਲਰ ਸੌਰਟਰਸ ਦੀ ਸੋ ਤੁਹਾਡੇ ਨਾਲ ਕੀ ਐਕਸਪੀਰੀਅੰਸ ਹੁੰਦਾ ਯੂ ਗੈਟ ਦ ਸੇਮ ਆਈ ਐਮ ਸ਼ੋਰ ਯੂ ਡੋਨਟ ਗੈਟ ਦ ਸੇਮ ਕਲਰ obviously no you just have to standardize the machine South India 'ਚ ਬਹੁਤ ਹੈਗਾ ਹਾਂਜੀ in Coimbatore they are making these color sorters small color sorters 200 kilo capacity I'm not talking those big machines ਜਿਹੜੀਆਂ ਆਪਣਾ ਰਾਈਸ ਪਲਾਂਟਸ ਲੱਗੀਆਂ ਇਹ ਤਾਂ ਛੋਟੀਆਂ ਮਸ਼ੀਨਸ ਹੋ ਸੋ ਮੂੰਗੀ ਦਾ ਤਾਂ ਕਲਰ ਦੇ ਉੱਪਰ ਬੜਾ ਇਫੈਕਟ ਹੈ the pricing so and it is not expensive 4 ਲੱਖ ਰੁਪਏ ਦੀ ਮਸ਼ੀਨ ਹੈ ਤੇ ਦੂਜੀ ਗੱਲ ਹੈਗੀ ਹੈ ਕਿ ਇਹਦੇ ਚ ਵੀਡਸ ਵਗੈਰਾ ਲਈ ਇਨਸੈਕਟਿਸਾਈਡਸ ਜਾਂ ਪੈਸਟ ਕਿੰਨੇ ਕਾਂਦੇ ਹੈ ਜਾਂ ਇਹਨੂੰ ਡਿਜ਼ੀਜ਼ਸ ਕਿੰਨੀਆਂ ਜਿਹੜਾ ਅਸੀਂ ਦੇਖਿਆ ਨਾ ਜੇਸਡ ਇਜ਼ ਜਦ ਫਲਾਵਰਿੰਗ ਸ਼ੁਰੂ ਹੁੰਦੀ ਹੈ ਜੇਸਡ ਨਾਲ ਦੀ ਨਾਲ ਆ ਜਾਂਦਾ ਸੋ ਵੀ ਹੈਵ ਟੂ ਹੈਵ ਅ ਗੁੱਡ ਸਪਰੇ ਸਿਸਟਮ that is covered ਅੱਛਾ ਕੈਟਰਪਿਲਰ ਕਈ ਏਰੀਆ ਚ ਆ ਜਾਂਦਾ ਕਈਆਂ ਚ ਨਹੀਂ ਹੁੰਦਾ but that can be controlled ਔਰ ਅਸੀਂ ਜਿਹੜਾ ਕਰ ਰਹੇ ਹਾਂ ਵੀ ਯੂਜ਼ਿੰਗ ਇਸ ਬੂਮ ਸਪਰੇਅਰਸ ਉਹ ਸਾਰੇ ਦਾ ਸਾਰਾ ਇੱਕ ਜਿਹੜਾ ਵੀਡ ਕੰਟਰੋਲ ਹੈ ਉਹ ਵੀ ਅਸੀਂ ਟਰੈਕਟਰ ਨਾਲ ਹੀ ਬੂਮ ਸਪਰੇਅਰਸ ਅਸੀਂ ਇਹਨੂੰ ਕੰਟਰੋਲ ਕਰ ਰਹੇ ਹਾਂ but do you think ਕਿ ਇਹਦੇ ਤੇ ਸਪਰੇਜ਼ ਘੱਟ ਹੈ then other crops like ਤੁਸੀਂ ਤਾਂ you are a seasoned agriculturist it's a very small crop such ਦਿਨਾਂ ਦਾ ਸਭ ਕੁਝ the whole story is over 65 days and cost ਜੇ ਅੱਛੀ ਤਰ੍ਹਾਂ ਇਹਨੂੰ ਕੀਤਾ ਜਾਵੇ ਤੇ cost factor ਕਿਵੇਂ ਆਂਦਾ ਹੈਗਾ ਕਿ it's how is it beneficial it's not very expensive if you have the equipment to buy cost ਨਹੀਂ ਹੈਗਾ ਪਰ ਜਿਹਦੇ ਕੋਲ ਨਹੀਂ ਹੈ equipment ਨਹੀਂ afford then you should hire it ਠੀਕ ਹੈ ਜੀ ਅੱਜਕੱਲ ਤਾਂ ਨੈਪਸੈਕ ਸਪਰੇਅਰਸ ਆ ਰਹੇ ਹੈ very effective ਹਾਂਜੀ engine ਹਾਂਜੀ ਉਹ ਢੋਲੀ on basis ਦੇ ਉੱਪਰ you can hire them ਬਿਲਕੁਲ ਬਿਲਕੁਲ ਹਾਂਜੀ ਇਸ ਦੇ ਨਾਲ ਵੀਲ a little one more question to Dr. Bains ਤੇ ਫਿਰ ਅਸੀਂ ਓਪਨ ਕਰ ਦਾਂਗੇ ਕਿ ਸਾਰੇ ਜਿੰਨੇ ਲੋਕ ਨਾਲ ਜੁੜੇ ਆ ਜੇ ਉਹਨਾਂ ਨੇ ਕੁਐਸਚਨ ਪੁੱਛਣਾ ਹੈਗਾ ਪੈਨਲਿਸਟ ਨੂੰ ਡਾਕਟਰ ਬੈਂਸ ਕੀ ਮੂੰਗੀ ਦੀ ਦਾਲ ਦੇ ਬਾਰੇ ਤੁਸੀਂ ਕੀ ਦੱਸੋਗੇ ਕਿ ਇਹਦੀ ਹੋਰ ਕਿੰਨੀ ਕੁ ਵੈਲਿਊ ਐਡੀਸ਼ਨ ਹੋਵੇ ਮਾਰਕੀਟਿੰਗ ਦੇ ਵਿੱਚ ਤੁਹਾਡੇ ਦੁਆਰਾ ਜਾਂ ਸਟੋਰੇਜ ਵਾਸਤੇ ਕੀ ਐਡੀਸ਼ਨਲ ਹੋਣਾ ਚਾਹੀਦਾ ਹੈ ਮੇਬੀ ਵਿਲੇਜ ਲੈਵਲ ਤੇ ਪਿੰਡਾਂ ਨੂੰ ਕਿਵੇਂ ਇਕੱਠਾ ਹੋਣਾ ਚਾਹੀਦਾ ਹੈ ਮਾਰਕੀਟਿੰਗ ਲਈ ਹੋਰ ਕੀ ਕੀਤਾ ਜਾ ਸਕਦਾ ਹੈ ਸਰਕਾਰਾਂ ਤੋਂ ਵੀ ਔਰ ਇੰਡੀਵਿਜੂਅਲਸ ਵੀ ਉਹਨਾਂ ਦਾ ਕੀ ਰੋਲ ਹੋਣਾ ਚਾਹੀਦਾ ਹਾਂਜੀ ਜੀ ਇਹ
ਜਿਸ ਤਰ੍ਹਾਂ ਹੁਣੀ ਡਾਕਟਰ ਮੱਲੀ ਦੱਸ ਰਹੇ ਸੀਗੇ ਕਿ ਜਿਸ ਤਰ੍ਹਾਂ ਏਰੀਆ ਕਾਫੀ ਲੱਗਿਆ ਇਸ ਵਾਰੀ, ਔਰ ਜੇ ਗਵਰਨਮੈਂਟ ਦੀ ਪਾਲਿਸੀ ਇਸ ਤੇ ਇਨਕਰੇਜਿੰਗ ਰਹੀ ਤਾਂ ਏਰੀਆ ਹੋਰ ਵਧੇਗਾ। ਸੋ ਵੈਲਿਊ ਐਡੀਸ਼ਨ ਇਹਦੇ ਚ ਫਾਰਮਰ ਜੇ ਕਰ ਲੈਣ ਤਾਂ ਬਹੁਤ ਅੱਛੀ ਗੱਲ ਹੋਏਗੀ, ਕਿਉਂਕਿ ਮੇਰੇ ਖਿਆਲ ਮਾਰਕੀਟ ਆਪਾਂ ਮੂੰਗੀ ਲੈਣ ਜਾਂਦੇ ਆ ਤੇ ਸਾਬਤ ਮੂੰਗੀ ਸ਼ਾਇਦ 110 ਰੁਪਏ 115 ਰੁਪਏ ਕਿਲੋ ਹੈ, MSP ਇਹਦਾ 72-73 ਰੁਪਏ ਹੈ। ਸੋ ਇੱਕ ਤਾਂ ਫਾਰਮਰ ਜੇ ਹਿੰਮਤ ਕਰਨ, ਇਹਦੀ ਥੋੜਾ ਪੱਖਾ ਲਾ ਕੇ ਸਾਫ਼ ਕਰਕੇ ਇਹਦੇ ਕਿਲੋ ਉਹਦੇ ਪੈਕੇਟ ਬਣਾ ਕੇ, ਜਿਵੇਂ ਕੋਈ ਵੱਡੇ ਸਟੋਰਸ ਵਿੱਚ ਦੇ ਦੇਣ, ਅਨਪੋਲਿਸ਼ਡ ਹੋਏਗੀ ਨਾਲੇ, ਉਹ ਲੋਕ ਤਾਂ ਲੱਭਦੇ ਆ ਅਨਪੋਲਿਸ਼ਡ ਵਾਲਾ ਇਸ ਵੇਲੇ। ਸੁਸਾਇਟੀਆਂ ਦੇ ਵਿੱਚ ਗਵਰਨਮੈਂਟ ਕੋਈ ਇਦਾਂ ਦੀ ਸਕੀਮ ਸ਼ੁਰੂ ਕਰ ਸਕਦੀ ਹੈ ਕਿ ਸੁਸਾਇਟੀਆਂ 'ਚ ਇਹਦੀ, ਕਿਉਂਕਿ ਮੂੰਗੀ ਦੇਖੋ ਇਸ ਤਰ੍ਹਾਂ ਹੈ ਕਿ ਹਰ ਘਰ 'ਚ ਮੇਰੇ ਖਿਆਲ ਰੋਜ਼ ਨਹੀਂ ਤਾਂ ਇੱਕ ਦਿਨ ਛੱਡ ਕੇ ਬਣਦੀ ਹੈ, ਆਪਣੀ ਸਟੇਪਲ ਡਾਇਟ ਹੈ, ਹਰੇਕ ਘਰ ਨੇ ਖਾਣੀ ਹੈ। ਔਰ ਜਿਹੜੇ ਪਿੰਡ ਵਾਲੇ ਵੀ ਉਹ ਬਾਹਰੋਂ ਵੀ ਤਾਂ 110-15 ਰੁਪਏ ਕਿਲੋ ਲੈ ਕੇ ਹੀ ਆਉਂਦੇ ਨੇ ਜੀ ਬਾਜ਼ਾਰ 'ਚੋਂ। ਸੋ ਈਵਨ ਮੂੰਗ ਗਰੋਰ ਕੋਈ ਇਹਦੇ 'ਚ ਇਹਨੂੰ ਸਿੰਪਲੀ ਪੈਕ ਕਰਕੇ ਪੋਲੀਥੀਨ ਦੇ ਲਿਫਾਫਿਆਂ 'ਚ ਮੇਰੇ ਖਿਆਲ 90 ਰੁਪਏ 100 ਰੁਪਏ ਹਰੇਕ ਬੰਦਾ ਖੁਸ਼ ਹੋ ਕੇ ਲੈ ਲਏਗਾ। ਸੋ ਵੈਲਿਊ ਐਡੀਸ਼ਨ ਬੜੀ ਸਿੰਪਲ ਵੈਲਿਊ ਐਡੀਸ਼ਨ ਹੈ, ਇਹਦੇ 'ਚ ਕੁਝ ਖਾਸ ਕਰਨ ਦੀ ਲੋੜ ਨਹੀਂ ਹੈ। ਤੇ ਦੂਸਰਾ, ਜਿਸ ਤਰ੍ਹਾਂ ਸਟੋਰੇਜ ਤੁਸੀਂ ਕਿਹਾ ਨਾ ਜੀ, ਆਪਣੇ ਨਾਲ ਨਾ ਜੁੜੇ ਹੋਇਆ ਮਿਸਟਰ ਹਰਪ੍ਰੀਤ ਸਿੰਘ ਜਗਰਾਉਂ ਦੇ ਕੋਲ ਪਿੰਡ ਹੈ, ਇਹ ਵੀ ਬੜੇ ਸਕਸੈਸਫੁਲ ਮੂੰਗ ਗਰੋਰ ਨੇ। ਇਹ ਕੋਲਡ ਸਟੋਰੇਜ ਸਟੋਰ ਕਰਦੇ ਆ। ਮੈਂ ਹਰਪ੍ਰੀਤ ਜੀ, ਮੇਰੀ ਗੱਲ ਤੁਸੀਂ ਸੁਣ ਲਿਓ, ਮੇਰੀ ਆਵਾਜ਼ ਨਾ? ਹਰਪ੍ਰੀਤ ਜੀ ਹੈਗੇ ਆਪਣੇ ਨਾਲ? ਹਾਂਜੀ ਹਾਂਜੀ ਹਰਪ੍ਰੀਤ ਜੀ, ਤੁਸੀਂ ਥੋੜਾ ਦੱਸੋਗੇ ਕੋਲਡ ਸਟੋਰ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਇਹਨੂੰ ਸਟੋਰ ਕਰਦੇ ਹੋ? ਇਹਨੂੰ ਸੁਕਾ ਕੇ ਚੰਗੀ ਤਰ੍ਹਾਂ ਪੱਖਾ ਪੁੱਖਾ ਲਗਾ ਕੇ ਵਧੀਆ ਤਰੀਕੇ ਦੇ ਨਾਲ ਪੈਕ ਕਰਕੇ, ਜਿਹੜੇ ਆਮ ਕਣਕ ਵਾਲੇ ਗੱਟੂ ਥੱਲੇ ਹੁੰਦੇ ਆ ਉਹਨਾਂ ਦੇ ਵਿੱਚ ਹੀ ਸਟਾਕ ਕਰੀਦਾ ਜੀ। ਅਗਰ ਇਹ ਸਾਨੂੰ ਪਹਿਲਾਂ ਕੱਢਣੀ, ਟੈਂਪਰੇਚਰ ਜਿਹੜਾ ਉਹਦਾ ਆਮ ਆਲੂ ਵਾਲਾ ਹੀ ਹੁੰਦਾ ਜੀ ਸਾਡੇ ਕੋਲ, 34-35 ਡਿਗਰੀ। ਕਿੰਨੀ ਕੁ ਦੇਰ ਇਹਦੇ ਚ ਮਤਲਬ ਮੂੰਗੀ ਠੀਕ ਰਹਿ ਜਾਂਦੀ ਹੈ? ਜਰਮੀਨੇਸ਼ਨ ਤੇ ਫਰਕ ਨਹੀਂ ਪੈਂਦਾ? ਕੋਈ ਐਡਵਰਸ ਇਫੈਕਟ ਨਹੀਂ ਪੈਂਦਾ? ਜਰਮੀਨੇਸ਼ਨ ਤੇ ਨਹੀਂ, ਫਰਕ ਤਾਂ ਕੋਈ ਨਹੀਂ ਜੀ ਪਿਆ। ਅਸੀਂ ਇਹ ਇਸ ਤਰ੍ਹਾਂ ਹੀ ਪਈ ਰਹਿਣ ਦਿੰਦੇ ਆ। ਅੱਗੇ ਜਨਵਰੀ ਦੇ ਵਿੱਚ ਜਾਂ ਦਸੰਬਰ ਦੇ ਵਿੱਚ ਕੱਢ ਕੇ ਵੇਚੀ ਦੀ ਹੈ। ਸੋ ਦੇਖੋ, ਇਹ ਕਿੰਨਾ ਸਿੰਪਲ ਮੈਥਡ ਹੈਗਾ ਜੀ। ਕੋਲਡ ਸਟੋਰ ਆਮ ਹੈਗੇ ਆਪਣੇ ਰੂਰਲ ਏਰੀਆ ਦੇ ਵਿੱਚ। ਸੋ ਜੇ ਮੰਡੀ 'ਚ ਇਮੀਡੀਏਟਲੀ ਨਹੀਂ ਵੀ ਵੇਚਣੀ ਤਾਂ ਇਹਦੀ ਸਟੋਰੇਜ ਕੋਲਡ ਸਟੋਰੇਜ ਹੋ ਸਕਦੀ ਹੈ। ਪ੍ਰੈਕਟੀਕਲ ਐਕਸਪੀਰੀਅੰਸ ਹੈ ਤੁਹਾਡੇ ਸਾਹਮਣੇ। ਕਿਉਂਕਿ ਅਦਰਵਾਈਜ਼ ਇਹਨੂੰ ਨਾ ਜੀ, ਜਿਹੜਾ ਸਟੋਰਡ ਗ੍ਰੇਨ ਇਨਸੈਕਟ ਪੈਸਟ ਮੂੰਗੀ ਬਹੁਤ ਸਸੈਪਟੇਬਲ ਹੈ, ਇਹਨੂੰ ਢੋਰਾ ਬਹੁਤ ਪੈਂਦਾ ਹੈ। ਥੋੜੀ ਦੇਰ ਬਾਹਰ ਪਈ ਰਹਿ ਗਈ, ਇਹ ਢੋਰਾ ਲੱਗ ਜਾਂਦਾ ਜੀ ਇਹਨੂੰ। ਸੋ ਇਹ ਹਰਪ੍ਰੀਤ ਜੀ ਦੇਖ ਲਓ, ਇਹ ਲਾਓ ਤੁਸੀਂ ਆਲਮੋਸਟ 1 ਸਾਲ ਤੱਕ ਕੋਲਡ ਸਟੋਰ ਰੱਖ ਲੈਂਦੇ ਇਹਨੂੰ। ਸੋ ਉੱਥੋਂ ਕੱਢ ਕੇ ਥੋੜੀ ਤੁਸੀਂ ਇਹਦੀ ਵੈਲਿਊ ਐਡੀਸ਼ਨ ਕਰਕੇ ਉੱਥੋਂ ਹੀ ਵੇਚੀ ਚੱਲੋ। ਹਾਂਜੀ, ਨਹੀਂ ਸਾਰਾ ਇਹਦੇ ਲਈ ਕੋਈ ਗ੍ਰੇਡਰ ਵਧੀਆ ਹੋਵੇ ਕਿ ਨਹੀਂ? ਕਰਿਆਨਾ ਨਹੀਂ ਰੱਖਦੇ ਜੀ, ਕੱਲੀ ਮੂੰਗੀ ਰੱਖੀ ਦੀ ਹੈ ਜੀ। ਉਹ ਵੀ ਆਪਣੇ ਘਰ ਦੀ ਹੁੰਦੀ ਹੈ, ਸਾਰੀ ਰੱਖ ਲਈ ਦੀ ਹੈ ਜੀ। ਮੂੰਗੀ ਦੀ ਦਾਲ ਦਾ ਫਾਇਦਾ ਹੀ ਇਹ ਹੈਗਾ ਕਿ ਆਪਾਂ ਪੰਜਾਬੀ, ਮੇਰਾ ਖਿਆਲ ਮੂੰਗੀ ਦੀ ਦਾਲ ਸਾਡੀ ਇੱਕ ਤਰ੍ਹਾਂ ਸਟੇਪਲ ਡਾਇਟ ਹੈ, ਕਾਫੀ ਜ਼ਿਆਦਾ ਘਰਾਂ 'ਚ ਬਣਦੀ ਹੈਗੀ ਹੈ। ਤੇ ਹੁਣ ਆਪਾਂ ਕੁਐਸਚਨਸ ਲਈ ਓਪਨ ਕਰੀਏ। ਮੇਰਾ ਖਿਆਲ ਸਮਤਾ ਜੀ ਮੈਂ ਕੁਝ ਇੰਪੋਰਟੈਂਟ ਗੱਲਾਂ ਨਾ, ਮਹੱਤਵਪੂਰਨ ਗੱਲਾਂ ਜਿਹੜੀਆਂ ਰਹਿ ਗਈਆਂ ਨੇ, ਮੈਂ ਉਹ ਕਰਨੀਆਂ ਚਾਹੁੰਦਾ ਆ। ਜੇ ਮੈਨੂੰ 2 ਮਿੰਟ ਦੇ ਦਿਓ ਤਾਂ। ਹਾਂਜੀ ਜ਼ਰੂਰ ਡਾਕਟਰ। ਜਿੱਦਾਂ ਸੇਖੋਂ ਸਾਹਿਬ ਨੇ ਕੁਝ ਗੱਲਾਂ ਕੀਤੀਆਂ ਨੇ, ਤੇ ਜੇ ਅਸੀਂ ਕੋਈ ਮੇਜਰ ਪਾਲਿਸੀ ਡਿਸੀਜਨ ਲੈਂਦੇ ਆ ਕਿ ਉਹ ਬੜੇ ਸੋਚ ਵਿਚਾਰ ਤੋਂ ਬਾਅਦ ਹੋਣਾ ਚਾਹੀਦਾ ਹੈ। ਉਹਦੇ ਸਾਰੇ ਪਹਿਲੂ ਆ ਜਿਹੜੇ ਉਹ ਡਿਸਕਸ ਹੋਣੇ ਚਾਹੀਦੇ ਆ, ਔਰ ਸਾਰੇ ਸਟੇਕ ਹੋਲਡਰਸ ਦੇ ਨਾਲ ਉਹ ਡਿਸਕਸ ਹੋਣੇ ਚਾਹੀਦੇ ਆ। ਮੇਰਾ ਖਿਆਲ ਹੈ ਕਿ ਸਾਨੂੰ ਇਹ ਲੈਸਨ ਲੈ ਲੈਣਾ ਚਾਹੀਦਾ ਹੈ, ਢੁਕਵਾਂ ਫੈਸਲਾ ਕਰਨਾ ਚਾਹੀਦਾ ਹੈ, ਤੇ ਜਿਹੜੇ ਟਾਈਮ ਦੇ ਉੱਤੇ ਉਹ ਐਕਸ਼ਨ ਲੈਣ ਦੀ ਲੋੜ ਆ। ਜਿੱਦਾਂ ਸੇਖੋਂ ਸਾਹਿਬ ਨੇ ਕੁਝ ਕੰਸਰਨਸ ਜ਼ਾਹਰ ਕੀਤੇ ਹੈ, ਜੇ ਇਹ ਪਹਿਲੋਂ ਟੇਕ ਕੇਅਰ ਕੀਤੇ ਹੁੰਦੇ ਕਿ ਮੰਡੀਆਂ ਦੇ ਵਿੱਚ ਆਹ ਚੀਜ਼ਾਂ ਮਸ਼ੀਨਾਂ ਸਾਡੇ ਕੋਲ ਹੋਣੀਆਂ ਚਾਹੀਦੀਆਂ ਨੇ, ਤੇ ਸ਼ਾਇਦ ਇਹ ਪ੍ਰੋਬਲਮਸ ਨਾ ਆਉਂਦੀਆਂ।
ਸੋ ਸੱਠੀ ਮੂੰਗੀ ਦੇ ਸੰਦਰਭ ਦੇ ਵਿੱਚ ਮੈਂ ਦੇਖਦਾ ਕਿ ਇਹ ਜੇ ਕੰਪੀਟੈਂਟ ਅਦਾਰਾ ਆ ਜਿਹੜਾ, ਮੇਰਾ ਖਿਆਲ ਹੈ ਕਿ ਸ਼ਾਇਦ ਉਹਦੇ ਨਾਲ ਵੀ ਹੋ ਸਕਦਾ ਕਿ ਡਿਸਕਸ ਹੋਇਆ ਹੋਵੇ ਜਾਂ ਨਾ ਹੋਇਆ ਹੋਵੇ, ਕਿਉਂਕਿ ਜਿਹੜੀ ਅਨਾਉਂਸਮੈਂਟ ਹੈ ਨਾ ਉਹ ਬਹੁਤ ਹਰੀਡਲੀ, ਔਰ ਜਦੋਂ ਸੋਇੰਗ ਟਾਈਮ ਲੰਘ ਗਿਆ ਸੀ ਉਦੋਂ ਵੀ ਅਸਾਈਨਮੈਂਟ ਅਨਾਉਂਸਮੈਂਟ ਹੋਈ ਜਾ ਰਹੀ ਸੀ ਕਿ ਸੱਠੀ ਮੂੰਗੀ ਬੀਜੋ, ਸੱਠੀ ਮੂੰਗੀ ਬੀਜੋ। ਸੋ ਜਿਹੜੇ ਪ੍ਰੋਡਕਸ਼ਨ ਟੂ ਕੰਜ਼ੰਪਸ਼ਨ ਲੌਜਿਸਟਿਕਸ ਨੇ ਉਹ ਸ਼ਾਇਦ ਉਸ ਲੈਵਲ ਤੱਕ ਨਹੀਂ ਤੈਅ ਹੋਣੇ, ਜਿਹੜੇ ਤੈਅ ਹੋਣੇ ਬੜੇ ਜ਼ਰੂਰੀ ਹੈ। ਮਾਰਕੀਟਿੰਗ ਇੰਟੈਲੀਜੈਂਸ ਬੜੀ ਇੰਪੋਰਟੈਂਟ ਹੈ। ਇਹਦੇ ਤੇ ਸਾਡੀ ਕੋਈ ਪਹਿਲਾ ਇਨਪੁਟ ਅਵੇਲੇਬਲ ਸੀ ਕਿ ਅਸੀਂ ਉਹ ਇਨਪੁਟ ਨੂੰ ਟੇਕ ਕੇਅਰ ਕੀਤਾ, ਕਿੰਨੀ ਪ੍ਰੋਡਕਸ਼ਨ ਕਰਨੀ ਹੈ, ਕਿਹੜੇ ਰਕਬੇ ਦੇ ਵਿੱਚ ਕਰਨੀ ਹੈ, ਔਰ ਕਿੱਥੇ ਕਰਨੀ, ਕਿੰਨੇ ਰਕਬੇ 'ਚ ਕਰਨੀ ਹੈ ਔਰ ਕਿੱਥੇ ਕਰਨੀ ਹੈ, ਕਿੱਥੇ ਹੈ ਜਿਹੜਾ ਇਹ ਬੜਾ ਮਹੱਤਵਪੂਰਨ ਹੈ। ਕਿਹੜੀ ਇਕੋਲੋਜੀ ਇਹਦੇ ਲਈ ਢੁਕਵੀਂ ਹੈ, ਬੜਾ ਜ਼ਰੂਰੀ ਹੈ। ਮੈਂ ਕੌੜੀਆਂ ਸਚਾਈਆਂ ਇੱਕ ਦੋ ਇੱਥੇ ਕਹਿਣੀਆਂ ਚਾਹੁੰਦਾ, ਹੈ ਸੱਚ ਬਿਲਕੁਲ, ਪਰ ਲੱਗੇਗਾ ਕੌੜਾ ਕਈਆਂ ਨੂੰ, ਹੋ ਸਕਦਾ ਸਰਕਾਰ ਨੂੰ ਵੀ ਕੌੜਾ ਲੱਗੇ। 1 ਲੱਖ ਏਰੀਆ ਸੀ ਕਹਿੰਦੇ ਆ ਕਿ ਇਹਦੇ ਥੱਲੇ ਆ ਗਿਆ, ਤਕਰੀਬਨ 1/4 25% ਏਰੀਆ ਜਿਹੜਾ ਮਾਨਸਾ ਦੇ ਵਿੱਚ ਆ, ਤੇ ਜੇ ਮਾਨਸਾ ਤੇ ਬਠਿੰਡੇ ਦਾ ਏਰੀਆ ਰਲਾ ਲਈਏ ਤੇ ਸ਼ਾਇਦ 1/3 ਜਾਂ 1/3 ਤੋਂ ਵੀ ਥੋੜਾ ਉੱਪਰ ਹੋ ਜਾਂਦਾ। ਸੋ ਉਹ ਰਕਬਾ ਜਿੱਥੇ ਸੱਠੀ ਮੂੰਗੀ ਬਿਲਕੁਲ ਨਹੀਂ ਸੀ ਹੋਣੀ ਚਾਹੀਦੀ, ਉੱਥੇ 1/3 ਏਰੀਆ ਸੱਠੀ ਮੂੰਗੀ ਦਾ ਆ ਗਿਆ। ਕਿਉਂ? ਨੰਬਰ 1, ਮੂੰਗੀ, ਸੱਠੀ ਮੂੰਗੀ ਤੇ ਨਰਮਾ ਪਲਾਂਟਿੰਗ ਟਾਈਮ ਇੱਕੋ ਹੀ ਆ, ਤੇ ਕਿਹੜੀ ਡਿਵਰਸੀਫਿਕੇਸ਼ਨ ਕਰ ਲਈ ਅਸੀਂ? ਕੋਈ ਡਿਵਰਸੀਫਿਕੇਸ਼ਨ ਤਾਂ ਨਾ ਹੋਈ। ਨੰਬਰ 2, ਮੂੰਗੀ ਦੇ ਜਿਹੜੇ ਕੀੜੇ ਆ, ਸੇਖੋ ਸਾਹਿਬ ਗੱਲ ਕਰ ਰਹੇ ਸੀਗੇ, ਕੈਟਰਪਿਲਰ, ਟਬੈਕੋ ਕੈਟਰਪਿਲਰ ਬਹੁਤ ਆਉਂਦਾ ਇਹਦੇ ਉੱਤੇ, ਚਿੱਟੀ ਮੱਖੀ ਬਹੁਤ ਆਉਂਦੀ ਹੈ। ਇਹਦਾ ਮਤਲਬ ਇਹ ਹੋਇਆ ਕਿ ਅਸੀਂ ਟਬੈਕੋ ਕੈਟਰਪਿਲਰ ਤੇ ਚਿੱਟੀ ਮੱਖੀ ਮੂੰਗੀ ਦੇ ਉੱਤੇ ਪਾਲ ਕੇ ਪਰੋਸ ਦੇਣੀ ਹੈ ਅਸੀਂ ਆਪਣੀ ਨਰਮੇ ਦੀ ਫਸਲ ਨੂੰ, ਜਿਹੜੀ ਉਹ ਨਰਮੇ ਦੀ ਫਸਲ ਨੂੰ ਖਾਏਗੀ। ਨੰਬਰ 3, ਇਸ ਤੋਂ ਬਾਅਦ ਮੂੰਗੀ ਤੋਂ ਬਾਅਦ ਕਿਸਾਨ ਕੀ ਬੀਜੇਗਾ? ਝੋਨਾ ਬੀਜੇਗਾ ਨਾ, ਜਿਹੜਾ ਕਿ ਮਾਨਸਾ ਤੇ ਬਠਿੰਡੇ ਦੇ ਵਿੱਚ ਨਹੀਂ ਹੋਣਾ ਚਾਹੀਦਾ, ਤੇ ਇਕੋਲੋਜੀ ਖਰਾਬ ਕਰੇਗਾ ਇਹ ਸਾਡੇ ਨਰਮੇ ਦੀ। ਨਰਮੇ ਨੂੰ ਬਿਲਕੁਲ ਸੋਕਾ ਚਾਹੀਦਾ ਹੈ, ਸੁੱਕਾ এনवायरमेंट। ਇਹ ਅਨਨੈਸੈਸਰੀ ਹਿਊਮਿਡਿਟੀ ਉੱਥੇ ਕ੍ਰੀਏਟ ਹੋਏਗੀ ਜਦੋਂ ਇਹ ਕਿਸਾਨ ਸੱਠੀ ਮੂੰਗੀ ਤੋਂ ਬਾਅਦ ਫਿਰ ਝੋਨਾ ਲਾਣਗੇ। ਸੋ 3 ਪੱਖਾਂ ਦੇ ਉੱਤੋਂ ਇਹ ਮਾਰ ਇਹ ਪੈ ਰਹੀ ਹੈ। ਇਹਦਾ ਮਤਲਬ ਇਹ ਹੈ ਅਸੀਂ 2 ਦੁਸ਼ਮਣ ਨਰਮੇ ਦੇ ਉਸ ਪੱਟੀ ਦੇ ਵਿੱਚ ਖੜੇ ਕਰ ਦਿੱਤੇ। ਮੈਨੂੰ ਦੱਸੋ ਕਿਹਨੇ ਇਹਦੇ ਬਾਰੇ ਸੋਚਿਆ, ਕਿੱਥੇ ਡਿਸਕਸ ਡਾਕਟਰ ਸਾਹਿਬ ਇਹਦਾ ਮਤਲਬ ਇਹ ਹੈਗਾ ਕਿ ਹਾਫ ਬੇਕਡ ਆਈਡੀਆਜ਼ ਹੈ, ਕਿ ਪੂਰੀ ਤਰ੍ਹਾਂ ਐਕਸਪਰਟਸ ਦੇ ਤੋਂ ਸਲਾਹ ਲਿੱਤੇ ਬਿਨਾ, ਕਿਉਂਕਿ ਏਰੀਆ ਟੂ ਏਰੀਆ ਜਿਵੇਂ ਤੁਸੀਂ ਗੱਲ ਦੱਸ ਰਹੇ ਹੈਗੇ ਹੋ ਕਿ ਬਹੁਤ ਜ਼ਰੂਰੀ ਹੈ, ਕਿਉਂਕਿ ਕਿਸ ਏਰੀਆ ਦੇ ਵਿੱਚ ਕੀ ਉਗਣਾ ਚਾਹੀਦਾ ਹੈਗਾ, ਤੇ ਇਸ ਚੀਜ਼ ਦੇ ਬਾਰੇ ਕਲਸਟਰ ਆਇਡੈਂਟੀਫਾਈ ਹੋਣੇ ਚਾਹੀਦੇ ਆ ਸੱਠੀ ਮੂੰਗੀ ਦੇ, ਕੰਪਰੀਹੈਂਸਿਵ ਪਾਲਿਸੀ ਬਣਾਉਣੀ ਚਾਹੀਦੀ ਹੈ, ਤੇ ਉਹਦਾ ਉਸ ਨੂੰ ਕਿਸ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ ਸੀ ਸਰਕਾਰ ਨੂੰ, ਉਹਨਾਂ ਦੀ ਕਿੱਥੇ ਡਰਾਬੈਕਸ ਹੋਈਆਂ ਹੈਗੀਆਂ, ਤੇ ਜਿਹੜੇ ਡਰਾਬੈਕਸ ਤਾਂ ਖੈਰ ਤੁਸੀਂ ਦੱਸਦੇ ਹੈਗੇ ਆ, ਇਹਨੂੰ ਰੈਕਟੀਫਾਈ ਕਿਵੇਂ ਕੀਤਾ ਜਾਣਾ ਚਾਹੀਦਾ ਹੈਗਾ? ਇਹੋ ਹੀ ਹੈ ਕਿ ਹੁਣ ਇਹ ਜਿਹੜੇ ਕਲਸਟਰ ਹੈ ਆਇਡੈਂਟੀਫਾਈ ਐਸ ਐਕਸਪੀਰੀਅੰਸ ਦੇ ਉੱਤੋਂ ਤੁਸੀਂ ਦੇਖਿਓ ਰੌਲਾ ਪਏਗਾ, ਇਹ ਆਉਣ ਵਾਲਾ ਹੀ ਹੈ ਸਮਾਂ। ਸਾਨੂੰ ਜਿੱਥੇ ਜਿੱਥੇ ਦੀ ਪਰਫਾਰਮੈਂਸ ਚੰਗੀ ਰਹਿ ਰਹੀ ਹੈ ਉਹ ਕਲਸਟਰ ਆਇਡੈਂਟੀਫਾਈ ਕਰਨੇ ਚਾਹੀਦੇ ਆ ਆਉਣ ਵਾਲੇ ਸਮੇਂ ਦੇ ਵਿੱਚ, ਫਾਲੋਇੰਗ ਈਅਰਸ ਦੇ ਵਿੱਚ ਉੱਥੇ ਸਾਨੂੰ ਫੋਕਸ ਕਰਨੀ ਚਾਹੀਦੀ ਹੈ। ਔਰ ਇਹ ਜਿਹੜਾ ਬਠਿੰਡਾ ਤੇ ਮਾਨਸਾ ਵਾਲਾ ਏਰੀਆ ਇਹਦੇ ਵਿੱਚ ਸੱਠੀ ਮੂੰਗੀ ਬਿਲਕੁਲ ਨਹੀਂ ਆਉਣੀ ਚਾਹੀਦੀ। ਔਰ ਇਹਦੀ ਨੌਲੇਜ ਸਰਕਾਰ ਨੇ ਕਿਸੇ ਨੂੰ ਦਿੱਤੀ ਜਿਹੜਾ ਡਾਕਟਰ ਸਾਹਿਬ ਡਿਵਰਸੀਫਿਕੇਸ਼ਨ ਹੈ, ਬੜੀ ਅੱਛੀ ਗੱਲ ਹੈ, ਸਰਕਾਰ ਨੇ ਕਦਮ ਲਿਆ, ਹਰੇਡਲੀ ਲਿਆ ਆਪਾਂ, ਚਲੋ ਜਿਸ ਤਰ੍ਹਾਂ ਕਹਿ ਰਹੇ ਹਾਂ, ਪਰ ਜੇ ਡਿਵਰਸੀਫਿਕੇਸ਼ਨ ਰੀਅਲੀ ਲਿਆਉਣੀ ਹੈ ਨਾ ਜੀ, ਫੇਰ ਕ੍ਰੌਪਸ ਆਇਡੈਂਟੀਫਾਈ ਹੋ ਕੇ ਕ੍ਰੌਪਿੰਗ ਪੈਟਰਨ ਕਿਹੜੇ 'ਚ ਫਿੱਟ ਹੋਣਗੀਆਂ, ਕਿਹੜੇ ਕਲਸਟਰ 'ਚ ਫਿੱਟ ਹੋਣਗੀਆਂ, ਜਿਹੜੀ ਬੜੀ ਕੰਪਰੀਹੈਂਸਿਵ ਪਾਲਿਸੀ ਬਣਨੀ ਚਾਹੀਦੀ ਹੈ, ਜਿਵੇਂ ਡਾਕਟਰ ਸਾਹਿਬ ਕਹਿ ਰਹੇ ਆ ਨਾ। ਔਰ ਆਈ ਆਲਸੋ ਫੋਰਸੀ ਕਿ ਪ੍ਰੋਬਲਮ ਆ ਸਕਦੀ ਹੈ ਕੱਲ ਨੂੰ, ਸੋ ਇਹ ਬੜਾ ਜ਼ਰੂਰੀ ਹੈ, ਬਹੁਤ ਅੱਛਾ ਸਟੈਪ ਲਿਆ ਆਪਾਂ, ਵੀ ਸ਼ੁੱਡ ਕੰਪਲੀਮੈਂਟ ਦਾ ਗਵਰਨਮੈਂਟ, ਬਟ
ਜੇ ਇਹਨੂੰ ਚੰਗੀ ਤਰ੍ਹਾਂ ਇੰਪਲੀਮੈਂਟ ਕਰਨਾ, ਅੱਗੇ ਲੈ ਕੇ ਜਾਣਾ, ਕੱਲੀ ਮੂੰਗੀ ਹੀ ਨਹੀਂ, ਹੋਰ ਬਹੁਤ ਫਸਲਾਂ ਹੈਗੀਆਂ ਜਿਹੜੀਆਂ ਆਇਡੈਂਟੀਫਾਈ ਕਰਕੇ, ਕਲਸਟਰ ਆਇਡੈਂਟੀਫਾਈ ਕਰਕੇ, ਫਰੋਮ ਸੋਇੰਗ ਟਿਲ ਕੰਜ਼ੰਪਸ਼ਨ, ਸਾਰਾ ਉਹਦਾ ਸਾਰਾ ਕੁਝ ਪਾਲਿਸੀ ਚ ਆਉਣਾ ਚਾਹੀਦਾ, ਫਿਰ ਡਿਵਰਸਿਫਿਕੇਸ਼ਨ ਹੋਏਗੀ। ਤੇ ਜੇ ਇਹ ਬੜੀ ਚੰਗੀ ਗੱਲ ਹੈ, ਡਾਕਟਰ ਬੈਂਸ ਨੇ ਕਿਹਾ, ਬਹੁਤ ਵਧੀਆ, ਪੰਜਾਬ ਗਵਰਨਮੈਂਟ ਦਾ ਉਪਰਾਲਾ ਵਧੀਆ, ਗਵਰਨਮੈਂਟ ਵਧੀਆ ਆਫ ਹੈ। ਇੰਡੀਆ ਦਾ ਵਧੀਆ ਹੈ। ਤੇ ਜੇ ਜਿਹੜਾ ਪ੍ਰਾਈਸ ਹੈ ਇਹਦਾ MSP ਤੋਂ ਉੱਪਰ ਰਵੇ ਤਾਂ ਵਪਾਰੀ ਖਰੀਦੇ, ਗਵਰਨਮੈਂਟ ਨੂੰ ਬਿਲਕੁਲ ਆਉਣਾ ਨਹੀਂ ਚਾਹੀਦਾ ਇਹਦੇ ਵਿੱਚ। ਵਪਾਰੀ ਖਰੀਦੇ, MSP ਤੋਂ ਉੱਪਰ ਰਹਿ ਰਿਹਾ ਤੇ ਉਹ ਵਪਾਰੀ ਖਰੀਦੇ। ਤੇ ਪੰਜਾਬ ਗਵਰਨਮੈਂਟ ਨੂੰ, ਗਵਰਨਮੈਂਟ ਆਫ ਇੰਡੀਆ ਨਾਲ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ, ਪੰਜਾਬ ਗਵਰਨਮੈਂਟ MSP ਤੇ ਮੂੰਗੀ ਖਰੀਦੋਗੀ, ਮੂੰਗੀ ਖਰੀਦ ਕੇ ਆਪਣੀ ਇਹ ਵੇਅਰ ਹਾਊਸਿਸ ਦੇ ਵਿੱਚ ਰੱਖੇਗੀ, ਮਾਰਕੀਟਿੰਗ ਕਰੇਗੀ, ਤੇ ਜਿੰਨਾ ਘਾਟਾ ਪੰਜਾਬ ਗਵਰਨਮੈਂਟ ਨੂੰ ਪਵੇਗਾ, ਸੈਂਟਰ ਗਵਰਨਮੈਂਟ ਉਹਨੂੰ ਕੰਪਨਸੇਟ ਕਰ ਦੇਵੇ। ਇਹ ਚੀਜ਼ਾਂ ਜਿਹੜੀਆਂ ਇਹਨੂੰ ਪ੍ਰਾਈਸ ਡੈਫੀਸ਼ੀਐਂਸੀ ਪੇਮੈਂਟ ਸਿਸਟਮ ਕਹਿੰਦੇ ਆ, ਜਿਹੜਾ ਕਿ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਦੇ ਵਿੱਚ ਸਿਸਟਮ ਹੋ ਸਕਦਾ ਹੈ। ਕਿਸੇ ਵੇਲੇ ਡਾਕਟਰ ਮਨਮੋਹਨ ਸਿੰਘ ਵੇਲੇ ਇਹ ਮੱਕੀ ਦੇ ਵਿੱਚ ਉਹਨਾਂ ਨੇ ਪ੍ਰਪੋਜ਼ ਕੀਤਾ ਸੀਗਾ ਪੰਜਾਬ ਗਵਰਨਮੈਂਟ ਨੂੰ ਕਿ ਤੁਸੀਂ ਪ੍ਰੋਕਿਉਰ ਕਰੋ, ਜੇ ਤੁਹਾਨੂੰ ਘਾਟਾ ਪਿਆ ਤੇ ਅਸੀਂ ਤੁਹਾਨੂੰ ਕੰਪਨਸੇਟ ਕਰਾਂਗੇ। ਅੱਛਾ, ਹਰਿਆਣਾ ਗਵਰਨਮੈਂਟ ਨੇ ਵੀ ਕੁਝ ਫਸਲਾਂ ਡਿਵਰਸਿਫਿਕੇਸ਼ਨ ਦੇ ਵਿੱਚ ਲਿਆਂਦੀਆਂ ਨੇ। ਅਸੀਂ ਸਾਨੂੰ ਹਰਿਆਣਾ ਗਵਰਨਮੈਂਟ ਦਾ ਐਕਸਪੀਰੀਅੰਸ ਲੈ ਲੈਣਾ ਚਾਹੀਦਾ ਕਿ ਕਿਹੜੀਆਂ ਫਸਲਾਂ ਉਹਨਾਂ ਲਈ ਉਹ ਡਿਵਰਸਿਫਿਕੇਸ਼ਨ ਜੋ ਝੋਨੇ ਦੇ ਬਦਲ ਦੇ ਵਿੱਚ ਉਹਨਾਂ ਨੇ ਲਈਆਂ, ਕਿਹੜੀਆਂ ਕਾਮਯਾਬ ਰਹੀਆਂ ਨੇ। ਇਦਾਂ ਹੀ ਆ ਨਾ, ਆਪਾਂ ਲੈਸਨ ਇੱਕ ਦੂਜੇ ਤੋਂ ਲੈ ਸਕਦੇ ਹਾਂ। ਤੇ ਵੇਅਰ ਹਾਊਸ ਦੀ ਫੈਸਿਲਿਟੀ ਕਿਸਾਨਾਂ ਨੂੰ ਵੀ ਦਿੱਤੀ ਜਾਵੇ, ਜਿੱਦਾਂ ਹਰਪ੍ਰੀਤ ਸਿੰਘ ਉਹਨਾਂ ਨੇ ਦੱਸਿਆ ਕਿ ਉੱਥੇ ਸਟੋਰ ਕਰ ਲੈਂਦੇ ਨੇ। ਤੇ ਜੇ ਕਿਸਾਨਾਂ ਨੂੰ ਉੱਥੇ ਸਟੋਰ ਕਰਨ ਦੀ ਫੈਸਿਲਿਟੀ ਦੇ ਦਿੱਤੀ ਜਾਵੇ, 80-75% ਉਹਨੂੰ ਰਕਮ ਪਹਿਲਾਂ ਹੀ ਦੇ ਦਿੱਤੀ ਜਾਵੇ ਜਦੋਂ ਵੇਅਰ ਹਾਊਸ ਦੇ ਵਿੱਚ ਲੈ ਆਂਦੇ, ਤੇ ਉਸ ਤੋਂ ਬਾਅਦ ਜਦੋਂ ਜਿਹਦਾ ਉਹਦਾ ਪ੍ਰਾਈਸ ਰਾਈਜ਼ ਕਰਦਾ ਹੈ ਤੇ ਫਾਰਮਰ ਵੇਚੇ, ਤਾਂ ਫਾਰਮਰ ਜਿਹੜੀ ਉਹ 75% ਗਵਰਨਮੈਂਟ ਤੋਂ ਲਿਆ ਉਹ ਉਹਨਾਂ ਨੂੰ ਵਾਪਸ ਕਰ ਦੇਵੇ। ਸੋ ਇਦਾਂ ਦਾ ਸਿਸਟਮ ਅਸੀਂ ਚਲਾ ਸਕਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ। ਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ, ਡਾਕਟਰ ਬੈਂਸ ਕਹਿ ਰਹੇ ਸੀਗੇ, ਪ੍ਰਾਇਮਰੀ ਪ੍ਰੋਸੈਸਿੰਗ ਕਰਕੇ, ਸੈਕੰਡਰੀ ਪ੍ਰੋਸੈਸਿੰਗ ਕਰਕੇ, ਪੈਕੇਜਿੰਗ, ਬ੍ਰਾਂਡਿੰਗ ਕਰਕੇ ਇਹ ਅਸੀਂ ਮਾਰਕੀਟ ਦੇ ਵਿੱਚ ਵੇਚ ਸਕਦੇ ਆ। ਫਾਰਮਰ ਡਾਇਰੈਕਟਲੀ ਆਰਗੇਨਾਈਜੇਸ਼ਨਸ ਵੇਚ ਸਕਦੀਆਂ ਜਾਂ ਕੋਆਪਰੇਟਿਵ ਸੁਸਾਇਟੀਜ਼ ਦੇ ਰਾਹੀਂ ਵੇਚ ਸਕਦੀਆਂ ਨੇ। ਸੋ ਥੋੜਾ ਜਿਹਾ ਮਾਰਜਨ ਕੋਆਪਰੇਟਿਵ ਸੁਸਾਇਟੀਜ਼ ਨੂੰ ਦੇ ਦਿਓ, ਲੋਕਲ ਕੈਚਮੈਂਟ ਦੇ ਵਿੱਚ ਹੀ ਸਾਡੀ ਇਹ ਕੰਜ਼ੰਪਸ਼ਨ ਹੋ ਜਾਵੇ, ਸਾਨੂੰ ਬਾਹਰ ਜਾਣ ਦੀ ਲੋੜ ਨਾ ਪਵੇ। ਸਾਡੇ ਕਿਉਂ ਪਿੰਡਾਂ ਵਾਲੇ ਜਾ ਕੇ ਸ਼ਹਿਰਾਂ ਤੋਂ ਜਾ ਕੇ ਖਰੀਦਣ। ਮੈਂ ਐਸ ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ ਜਾਂ ਉਸ ਤੋਂ ਬਾਅਦ ਵੀ ਜਦੋਂ ਰਤਨ ਟਾਟਾ ਟਰਸਟ ਦੇ ਵਿੱਚ ਕੰਮ ਕੀਤਾ, ਬੜੀ ਮਹੱਤਵਪੂਰਨ ਗੱਲ ਆ, ਅਸੀਂ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿੱਚ ਫਾਰਮਰਸ ਦੇ ਗਰੁੱਪ ਖੜੇ ਕੀਤੇ, ਮੂੰਗੀ ਉਗਾਈ। ਮੈਂ ਕਿਹਾ ਗੱਲ ਹੀ ਕੋਈ ਨਹੀਂ, ਸਾਡੇ ਦਰਬਾਰ ਸਾਹਿਬ ਲੰਗਰ ਹਾਲ ਦੇ ਲੰਗਰ ਦੇ ਵਿੱਚ ਇੰਨੀ ਮੂੰਗੀ ਦੀ ਕੰਜ਼ੰਪਸ਼ਨ ਹੁੰਦੀ ਹੈ ਡੇਲੀ, ਤੇ ਕਿਉਂ ਨਾ ਪਵਿੱਤਰ, ਇਸ ਪਵਿੱਤਰ ਧਰਤੀ ਦੀ ਪਵਿੱਤਰ ਭਾਵਨਾ ਦੇ ਨਾਲ ਪੈਦਾ ਕੀਤੀ ਹੋਈ ਮੂੰਗੀ ਸਾਡੇ ਦਰਬਾਰ ਸਾਹਿਬ ਲੰਗਰ ਦੇ ਵਿੱਚ ਜਾਵੇ। ਭਾਈ ਕਿਉਂ ਆਵੇ ਦਿੱਲੀ ਤੋਂ ਮੂੰਗੀ ਸਾਡੇ ਲੰਗਰ ਦੇ ਵਿੱਚ, ਸਾਡੇ ਜਦੋਂ ਇੱਥੇ ਪੈਦਾ ਹੋ ਸਕਦੀ ਹੈ, ਪਰ ਨਹੀਂ ਹੋ ਸਕਿਆ। ਜੇ ਕੋਈ ਮੇਰੀ ਗੱਲ ਸੁਣ ਰਿਹਾ ਹੋਵੇ ਤੇ ਉਹਦੀ ਪਕੜ ਇਸ ਵੇਲੇ ਪੰਜਾਬ ਗਵਰਨਮੈਂਟ ਦੇ ਵਿੱਚ ਜਾਂ SGPC ਦੇ ਵਿੱਚ ਹੋਵੇ, ਉਹ ਕੁਝ ਨਾ ਕੁਝ ਹਿੰਮਤ ਕਰ ਸਕਦਾ ਹੋਵੇ, ਤੇ ਇਹ ਬੜਾ ਮਹੱਤਵਪੂਰਨ ਫੈਸਲਾ ਆ। ਫੈਸਲਾ ਹੋ ਸਕਦਾ ਹੈ ਕਿ ਸਾਡੇ ਕਿਸਾਨਾਂ ਦਾ ਵੀ ਭਲਾ ਹੋ ਸਕਦਾ ਹੈ, ਔਰ ਸਾਡੇ ਲੰਗਰ ਦੇ ਵਿੱਚ ਜੋ ਭਾਵਨਾ ਨਾਲ ਪੈਦਾ ਕੀਤੀ ਹੋਈ ਮੂੰਗੀ ਉਹ ਆਏਗੀ, ਇਹਦਾ ਕੋਈ ਮੁਕਾਬਲਾ ਨਹੀਂ। ਸਰ SGPC ਪਰਚੇਜ ਕਰਦੀ ਹੈ ਜੀ ਮੂੰਗੀ ਕਿੱਥੋਂ? ਦਿੱਲੀ ਤੋਂ। ਅੱਛਾ ਜੀ, ਪਰਚੇਜ ਕਰਦੇ ਨੇ ਉਹ ਪੰਜਾਬ ਤੋਂ ਨਹੀਂ, ਪੰਜਾਬ ਦੇ ਫਾਰਮਰਸ ਦਾ ਗਰੁੱਪ ਉਹਦੇ ਪੈਦਾ ਕਰਕੇ ਅਸੀਂ ਕੋਸ਼ਿਸ਼ ਕਰ ਹਟੇ ਬਈ ਲੈ ਲਓ ਭਾਈ, ਆਹ ਲੈ ਲਓ, ਜੋ ਤੁਸੀਂ ਦਿੱਲੀ ਭਾਅ ਲੈਂਦੇ ਹੋ ਉਸੇ ਤੇ ਲੈ ਲਓ, ਉਹ ਤੋਂ ਘੱਟ ਦੇ ਦਿਓ, 5-10 ਰੁਪਏ ਘੱਟ ਦੇ ਦਿਓ। ਨਹੀਂ ਪੋਸੀਬਲ ਹੋ ਸਕਿਆ।
ਗੱਲ ਸੱਚੀ ਹੈ, ਕੌੜੀ ਵੈਸੇ ਤਾਂ ਲੱਗੂਗੀ ਸਰ ਕਈਆਂ ਨੂੰ। ਪਰਚੇਜ ਕਰਕੇ ਕੋਆਪਰੇਟਿਵ ਰਾਹੀਂ, ਜਿਵੇਂ ਮੈਡਮ ਦੱਸ ਰਹੇ ਸੀ ਕਿ ਘਰਾਂ ਦੇ ਵਿੱਚ ਹੀ ਮੂੰਗੀ ਦੀ ਇੰਨੀ ਕੁ ਖਪਤ ਹੋ ਜਾਏਗੀ ਜਿੰਨੀ ਪੰਜਾਬ ਤੋਂ ਪੈਦਾ ਨਹੀਂ ਕੀਤੀ ਜਾਣੀ, ਜੇ ਪ੍ਰੋਪਰ ਬਿਲਕੁਲ ਹੋ ਬਿਲਕੁਲ ਬਿਲਕੁਲ ਪਿੰਡਾਂ 'ਚ ਬਿਲਕੁਲ ਅਸੀਂ ਲੋਕਲ ਜੀ, ਲੋਕਲ ਅਸੀਂ- ਕੈਚਮੈਂਟਸ ਦੇ ਵਿੱਚ ਬੜਾ ਵਾਸਟ ਅਸੀਂ ਏਰੀਆ ਪਿਆ ਸਾਡਾ, ਹੋ ਜਿੰਨੀ- ਸਕਦਾ ਸਭ ਕੁਝ। ਡਾਕਟਰ ਜਿੰਨੀ ਸਾਹਿਬ, ਮੈਂ ਉਹੀ ਗੱਲ ਕਹਿ ਰਿਹਾ, ਰਿਕੁਆਇਰਮੈਂਟ, ਜਿੰਨੀ ਮਸ਼ੀਨਾਂ ਆਪਣੀ ਲਿਆਓ। ਰਿਕੁਆਇਰਮੈਂਟ ਆ ਨਾ ਜੀ, ਆਪਾਂ ਉਹਦੀਆਂ 15% ਦਾਲਾਂ ਪੰਜਾਬ 'ਚ ਸਿਰਫ ਪ੍ਰੋਡਿਊਸ ਕਰ ਰਹੇ ਹਾਂ, ਜਿੰਨੀ ਰਿਕੁਆਇਰਮੈਂਟ ਹੈ ਇਸ ਵੇਲੇ ਆਪਣੀ। ਸੋ ਇਹ ਤਾਂ ਆਪਣੇ ਕੰਜ਼ੰਪਸ਼ਨ ਦੀ ਤਾਂ ਪ੍ਰੋਬਲਮ ਹੀ ਨਹੀਂ ਮੂੰਗੀ ਦੀ ਕੋਈ ਵੀ। ਤੇ ਚਲੋ ਹੁਣ ਆਪਾਂ ਇਹਨੂੰ ਕਰਦੇ ਆ ਓਪਨ। ਤੇ ਮੈਂ ਇੱਕ ਗੱਲ ਇੱਥੇ ਭੁੱਲ ਗਿਆ ਦੱਸਣੀ, ਸਾਰੇ ਮੈਂ ਥੋੜਾ ਜਿਹਾ ਲਾਈਟਰ ਸਾਈਡ ਤੇ ਲੈ, ਸਾਰੇ ਸੋਚਦੇ ਹੋਣਗੇ ਡਾਕਟਰ ਮੱਲੀ ਜੈਕਟ ਕਿਉਂ ਪਾਈ ਬੈਠੇ ਆ। ਡਾਕਟਰ ਮੱਲੀ ਇਸ ਵੇਲੇ ਸਿਡਨੀ ਬੈਠੇ ਆ। ਮੈਂ ਕਿਹਾ ਸਾਰੇ ਸੋਚਦੇ ਹੋਣਗੇ ਕਿ ਇੰਨੀ ਗਰਮੀ, ਡਾਕਟਰ ਸਾਹਿਬ ਜੈਕਟ ਪਾ ਕੇ ਬੈਠੇ ਆ। ਡਾਕਟਰ ਸਾਹਿਬ ਸਿਡਨੀ ਵਿਜ਼ਿਟ ਕਰ ਰਹੇ ਆ। ਇਹ ਡਾਕਟਰ ਮੱਲੀ ਦੀ ਦੱਸਦੇ ਹੈ, ਪਤਾ ਲੱਗਦਾ ਹੈਗਾ ਕਿ ਉਹ ਪੰਜਾਬ ਨਾਲ ਕਿੰਨੇ ਜੁੜੇ ਹੈ, ਇੰਨੀ ਜੀ, ਦੂਰ ਹੋ ਕੇ ਵੀ, ਟਾਈਮ ਜ਼ੋਨ ਵੀ ਫਰਕ ਹੈ, ਪਰ ਉਹਨਾਂ ਨੇ ਜੋ ਮੈਸੇਜ ਦਿੱਤਾ ਹੈ ਸਾਨੂੰ, ਇਹ ਮੇਰਾ ਖਿਆਲ ਹੋਰ ਕੋਈ ਦੇ ਨਹੀਂ ਸਕਦਾ। ਔਰ ਇਹਨਾਂ ਦੀ ਜੋ ਇਹਨਾਂ ਨੇ ਗੱਲ SGPC ਬਾਰੇ ਕਹੀ ਸੀਗੀ, ਇਹ ਮੇਰਾ ਖਿਆਲ ਵਾਕਈ ਇਹ ਗੱਲ ਪਹੁੰਚਣੀ ਚਾਹੀਦੀ ਹੈ ਉੱਥੇ, ਕਿ ਸਾਡੇ ਪੰਜਾਬ ਤੋਂ ਕਿਉਂ ਨਹੀਂ ਜਾਰੀ ਹੈਗੀ ਮੂੰਗੀ ਦੀ ਦਾਲ। ਬੜਾ ਹੀ ਐਕਚੁਅਲੀ ਸੀਰੀਅਸ ਮੈਟਰ ਹੈਗਾ। ਹਾਂਜੀ, ਹੁਣ ਆਪਾਂ ਕੁਐਸਚਨਸ ਵਾਸਤੇ ਓਪਨ ਕਰਦੇ ਹੈਗੇ ਆ। ਡਾਕਟਰ ਅਮਰਜੀਤ ਸਿੰਘ ਜੀ, ਤੁਸੀਂ ਪੁੱਛਣਾ ਚਾਹੁੰਦੇ ਹੈਗੇ ਹੋ ਜੀ ਕੁਛ? ਨਹੀਂ, ਪੁੱਛਣਾ ਤਾਂ ਨਹੀਂ ਚਾਹੁੰਦੇ ਮੈਡਮ, ਬਸ ਇਹੀ ਹੈ ਵੀ ਅਸੀਂ ਆਰਗੈਨਿਕ ਪ੍ਰੋਡਿਊਸਰ ਆ, ਟੋਟਲ ਆਰਗੈਨਿਕ, ਤਾਂ ਬੈੱਡ ਪਲਾਂਟਰ ਨਾਲ ਹੀ ਹਰ ਫਸਲ ਬੀਜੀ ਜਾਂਦੀ ਹੈ, ਤਾਂ ਕਿ ਪਾਣੀ ਦੀ ਬਹੁਤ ਬਚਤ ਹੁੰਦੀ ਹੈ, ਪਾਣੀ ਨਾਲ ਹੀ ਬਿਜਲੀ ਜੁੜੀ ਹੋਈ ਹੈ ਜੀ। ਹਾਂ, ਇਹ ਸਾਨੂੰ ਪ੍ਰੋਬਲਮ ਆਉਂਦੀ ਹੈ ਕਿ ਕੱਖ ਬਹੁਤ ਹੋ ਜਾਂਦੇ ਨੇ, ਉਹ ਸਾਨੂੰ ਗੋਡੀ ਕਰਾਉਣੀ ਪੈਂਦੀ ਹੈ। ਤਾਂ ਇੱਕ ਪਾਸੇ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਪਿੰਡਾਂ ਦੀਆਂ ਔਰਤਾਂ ਨੂੰ ਕੰਮ ਦੇ ਰਹੇ ਹਾਂ, ਰੁਜ਼ਗਾਰ ਦੇ ਰਹੇ ਹਾਂ, ਪਰ ਫਿਰ ਵੀ ਬਹੁਤ ਸਾਰੇ ਕਿਸਾਨਾਂ ਨੂੰ ਬਹੁਤ ਸਾਰਾ ਪੈਸਾ ਲਾਉਣਾ ਪੈਂਦਾ ਹੈ ਕਿ ਆਰਗੈਨਿਕ ਜਦੋਂ ਪ੍ਰੋਡਿਊਸ ਕਰਨੀ ਹੈ। ਤੇ ਵੈਸੇ ਇੱਕ ਪਾਕਿਸਤਾਨ ਦਾ ਢੰਗ ਹੈ ਜੀ ਕਿ ਬੈੱਡ ਬਣਾ ਕੇ ਬੀਜੋ ਤੇ ਉਹਨੂੰ ਪੂਰੀ ਮਲਚਿੰਗ ਕਰ ਦਿਓ ਪਰਾਲੀ ਨਾਲ, ਧਰਤੀ ਮਾਂ ਨੂੰ, ਫਿਰ ਨਦੀਨ ਨਹੀਂ ਵੀ ਹੁੰਦੇ ਜੀ। ਇਹੀ ਨਦੀਨਾਂ ਦੀ ਇੱਕ ਗੁਡਾਈ ਦੀ ਪ੍ਰੋਬਲਮ ਆਉਂਦੀ ਹੈ। ਇਹ ਆਪਣੇ ਜਿਹੜੀ ਹੈ ਨੇ ਜੀ ਬੈੱਡ ਪਲਾਂਟਿੰਗ ਦੀ, ਆਪਣੀ PAU ਦੀ ਰਿਕਮੈਂਡੇਸ਼ਨ ਵੀ ਹੈਗੀ ਆ, ਔਰ ਬੜੀ ਅੱਛੀ ਹੋ ਜਾਂਦੀ ਹੈ। ਤੇ ਇੱਕ ਮੈਂ ਜ਼ਰੂਰੀ ਗੱਲ ਰਹਿ ਗਈ ਸਮਤਾ ਜੀ, ਬੜੀ ਜ਼ਰੂਰੀ, ਜਿਵੇਂ ਡਾਕਟਰ ਮੱਲੀ ਨੇ ਐਂਡ 'ਚ ਕੀਤੀ, ਇੱਕ ਹੋਰ ਜ਼ਰੂਰੀ, ਜਿਹੜੀ ਬਹੁਤ ਜ਼ਰੂਰੀ ਇੰਪੋਰਟੈਂਟ ਗੱਲ ਰਹਿ ਗਈ। ਆਪਾਂ ਗੱਲ ਕਰਦੇ ਹਾਂ ਕੱਖਾਂ ਦੀ, ਵੀਡਸ ਦੀ, ਕੀੜੇ ਮਕੌੜੇ ਦੀ ਮੂੰਗੀ 'ਚ ਆਉਂਦਾ ਹੈ, ਪਰ ਇੱਕ ਇਹ ਵੀ ਮੈਸੇਜ ਇੱਕ ਮੈਂ ਦੇਣਾ ਚਾਹੁੰਦਾ, ਜੇ ਪਾਲਿਸੀ ਮੇਕਰ ਸਰਕਾਰ ਕੋਲ ਪਹੁੰਚ ਜਾਵੇ। ਇੱਕ ਅਥਾਰਟੀ ਹੈ ਜੀ, ਜਿਹਨੂੰ CIB ਐਂਡ RC ਕਹਿੰਦੇ ਆ, ਸੈਂਟਰਲ ਇਨਸੈਕਟੀਸਾਈਡ ਬੋਰਡ ਐਂਡ ਰਿਕਮੈਂਡੇਸ਼ਨ ਕਮੇਟੀ, ਸੈਂਟਰਲ ਗਵਰਨਮੈਂਟ ਦੀ। ਕੋਈ ਵੀ ਫਸਲ ਦੇ ਵਿੱਚ ਜਿਹੜੇ ਇਨਸੈਕਟੀਸਾਈਡ, ਪੈਸਟੀਸਾਈਡਸ, ਕੈਮੀਕਲ ਹੈ ਨਾ ਜੀ, ਇਹ ਸਰਟੀਫਾਈ ਕਰਦੀ ਹੈ, ਰਿਕਮੈਂਡ ਕਰਦੀ ਹੈ, ਤਾਂ ਉਹ ਵੇਚ ਸਕਦਾ ਕੋਈ, ਜਾਂ ਉਹ ਆ ਸਕਦੇ ਮਾਰਕੀਟ 'ਚ। ਔਰ ਇਸ ਵੇਲੇ ਹਾਲਾਤ ਇਹ ਹੈ ਕਿ ਕਿਉਂਕਿ ਪਲਸਿਸ ਵੱਲ ਤਵੱਜੋ ਹੈ ਨਹੀਂ ਗੀ, ਇਸ ਵੇਲੇ ਆਪਣੇ ਕੋਈ ਵੀ ਕੈਮੀਕਲ ਦਾਲਾਂ ਦਾ ਰਿਕਮੈਂਡੇਸ਼ਨ 'ਚ ਹੈ ਨਹੀਂਗਾ, ਹਾਲਾਂਕਿ ਅਵੇਲੇਬਲ ਹੈਗੇ ਆ। ਇਸ ਵੇਲੇ ਇਸ ਬੋਰਡ ਵੱਲੋਂ ਸਰਟੀਫਾਈਡ ਕੈਮੀਕਲ ਕੋਈ ਵੀ ਹੈ ਨਹੀਂਗਾ ਜੀ। ਈਵਨ PAU ਦੀ ਰਿਕਮੈਂਡੇਸ਼ਨ ਪੈਕੇਜ ਦੇ ਵਿੱਚੋਂ ਸਾਰੇ ਕੈਮੀਕਲ ਕੱਢਣੇ ਪਏ, ਕਿਉਂਕਿ ਇਸ ਬੋਰਡ ਵੱਲੋਂ ਸਰਟੀਫਾਈਡ ਨਹੀਂ ਹੈਗੇ। ਸੋ ਇਸ ਵੇਲੇ ਆਫੀਸ਼ੀਅਲੀ ਕੋਈ ਵੀ ਸਾਇੰਸਦਾਨ ਕੋਈ ਵੀ ਕੈਮੀਕਲ ਮੂੰਗੀ ਤੇ ਰਿਕਮੈਂਡ ਨਹੀਂ ਕਰ ਸਕਦਾ। ਸੋ ਇੱਕ ਇਹ ਪੰਜਾਬ ਗਵਰਨਮੈਂਟ ਨੂੰ ਉਪਰਾਲਾ ਕਰਕੇ, ਸੈਂਟਰਲ ਗਵਰਨਮੈਂਟ ਨਾਲ ਟੇਕ ਅਪ ਕਰਕੇ, ਇਹ ਕੈਮੀਕਲ ਜਿਹੜੇ ਆ ਬੋਰਡ ਤੋਂ ਅਪਰੂਵ ਕਰਾਉਣੇ ਚਾਹੀਦੇ ਆ। ਫਾਰਮਰ ਸੇਖੋ ਸਾਹਿਬ ਹੁਣ ਦੱਸ ਦੇਣਗੇ ਤੁਹਾਨੂੰ, ਕੈਮੀਕਲ ਸਪਰੇ ਕਰਦੇ ਆ, ਹਰਪ੍ਰੀਤ ਜੀ ਕਰਦੇ ਹੋਣਗੇ, ਜ਼ਰੂਰ ਕਰਦੇ ਹੋਣਗੇ, ਪਰ ਉਹ ਕਿਤੇ ਵੀ ਉਹਨਾਂ ਦੀ ਸਿਫਾਰਿਸ਼ ਨਹੀਂ ਹੈਗੀ। ਸੋ ਅਧਿਕਾਰਿਤ ਤੌਰ ਤੇ ਅਸੀਂ ਕੋਈ ਨਹੀਂ ਕਹਿ ਸਕਦਾ ਕਿ ਕੋਈ ਕੈਮੀਕਲ ਆ ਕਰੋ ਕਿ ਨਾ ਕਰੋ। ਪੰਜਾਬ ਗਵਰਨਮੈਂਟ ਲਈ ਇੱਕ ਬਹੁਤ ਜ਼ਰੂਰੀ ਗੱਲ ਹੈ, ਜੇ ਦਾਲਾਂ ਨੂੰ ਉਤਸ਼ਾਹਿਤ ਕਰਨ ਲੱਗੀ ਹੈ ਤਾਂ ਇਹਨਾਂ ਦੇ ਜਿਹੜੇ ਕੈਮੀਕਲ ਹੈ, ਸੈਂਟਰਲ ਗਵਰਨਮੈਂਟ ਨਾਲ ਟੇਕ ਅਪ ਕਰਕੇ ਇਹਨਾਂ ਨੂੰ ਜਲਦੀ ਅਪਰੂਵ ਕਰਾਉਣ। ਸਰ, ਸਪਰੇਅ ਦੀ ਤਾਂ ਜ਼ਰੂਰਤ ਹੀ ਨਹੀਂ ਪੈਂਦੀ। ਇੱਕ ਫਾਰਮਰ ਜਿਹਨੂੰ ਯਕੀਨ ਨਹੀਂ ਆਉਂਦਾ, ਅਸੀਂ ਬਿਲਕੁਲ ਸਪਰੇਅ ਨਹੀਂ ਕਰਦੇ, ਸਿਰਫ ਨਦੀਨਾਂ ਦੀ ਪ੍ਰੋਬਲਮ ਆ ਰਹੀ ਹੈ ਕਿ ਉਹਦੀ ਗੁਡਾਈ ਕਰਨੀ। ਜੇ ਪਰਾਲੀ ਪਵਾਉਂਦੇ ਆ, ਪਹਿਲਾਂ ਪਰਾਲੀ ਦੀਆਂ ਗੱਠਾਂ ਬਣਵਾਓ, ਫਿਰ ਲੇਬਰ ਤੋਂ ਪਾਓ,
ਉਹ ਖਰਚਾ ਪੈਂਦਾ ਹੈ। ਜ਼ਿਆਦਾ ਅਸੀਂ, ਸਪਰੇ ਤਾਂ ਹਾਂਜੀ ਫਰਾਂਸ ਵੈਸੇ ਸਾਹਿਬ ਨੂੰ ਲਿਖ ਮੈਂਡੇਟ ਕੇ ਨਹੀਂ ਹੈ। ਭੇਜਿਆ ਕਿ ਬਾਈਟ ਦੇ ਵਿੱਚ 5000 ਕਮ ਸੇ ਕਮ ਰੱਖਿਆ ਜਾਵੇ ਜਿਹੜੇ ਆਰਗੈਨਿਕ ਕਰਨ, ਮਿਲਟਸ ਦੀ ਖੇਤੀ ਕਰਨ। ਜੀ ਜੀ ਜੀ, ਇਹਦੇ ਚ ਜਿਸ ਤਰ੍ਹਾਂ ਨਾ ਜੀ, ਜਿਹੜਾ ਇੱਕ ਤਾਂ ਜਿਹੜਾ ਨਾ ਵੀਡਸ ਲਈ ਇੱਕ ਪ੍ਰੀ ਐਮਰਜੈਂਸ, ਇੱਕ ਪੋਸਟ ਐਮਰਜੈਂਸ, ਜੇ ਉਹ ਸਪਰੇ ਹੋ ਜਵੇ ਨਾ ਜੀ, ਤੇ ਉਹਦੇ ਨਾਲ ਲੇਬਰ ਦਾ ਖਰਚਾ ਬਚੇਗਾ। ਇਸ ਤਰ੍ਹਾਂ ਹੀ ਜੇ ਕਿਤੇ ਵੀ ਸੁੰਡੀ, ਕੈਟਰਪਿਲਰ, ਕੋਈ ਬੋਰਰ ਕੋਈ ਆ ਜਾਂਦਾ ਤਾਂ ਉਹ ਸਪਰੇ ਕਰਾਂਗੇ ਤਾਂ ਨੁਕਸਾਨ ਤੋਂ ਬਚਾਂਗੇ। ਮੇਰੇ ਕਹਿਣ ਦਾ ਮਤਲਬ ਹੈ ਘੱਟ ਤੋਂ ਘੱਟ ਸਪਰੇ ਆਪਾਂ ਕਹਿੰਦੇ ਆ, ਪਰ ਸਪਰੇ ਰਿਕਮੈਂਡਡ ਤਾਂ ਹੋਵੇ ਨਾ ਜੀ, ਅਪਰੂਵਡ ਤਾਂ ਹੋਵੇ। ਜੇ ਆਪਾਂ ਏਰੀਆ ਦਾ ਵਧਾਉਣ ਲੱਗੇ ਆ ਤਾਂ ਘੱਟੋ ਘੱਟ ਆਪਾਂ ਕੋਈ ਵੀ ਜਿਹੜਾ ਅਥਾਰਟੀ ਆ ਉਹ ਕਹਿ ਤਾਂ ਸਕੇ ਨਾ ਕਿ ਆਹ ਸਪਰੇ ਕਰ ਲਓ। ਉਹ ਜਦ ਤੱਕ ਨਹੀਂ ਕਹਿ ਸਕੇਗਾ ਜਦ ਤੱਕ ਉਹ ਆਪਣੇ ਅਪਰੂਵ ਨਹੀਂ ਹੋਣਗੇ, ਕਿਉਂਕਿ ਮਾਈਨਰ ਕ੍ਰੌਪਸ ਆ, ਇਹਨਾਂ ਦੀ ਅਪਰੂਵਲ ਤੇ ਕੰਪਨੀਜ਼ ਵੀ ਜ਼ਿਆਦਾ ਨਹੀਂ ਉਹ ਧਿਆਨ ਦਿੰਦੀਆਂ। ਜਿਹੜੀਆਂ ਵੱਡੀਆਂ ਕ੍ਰੌਪਸ ਆ ਉਹ ਕੰਪਨੀਜ਼ ਆਪ ਇੰਟਰਸਟ ਲੈ ਕੇ ਅਪਰੂਵ ਕਰਾ ਲੈਂਦੀਆਂ, ਕਿਉਂਕਿ ਉਹਦੀ ਖਪਤ ਜ਼ਿਆਦਾ ਹੈ। ਇਹਨਾਂ ਦੀ ਖਪਤ ਜ਼ਿਆਦਾ ਹੈ ਨਹੀਂ, ਇਸ ਕਰਕੇ ਕੰਪਨੀਜ਼ ਵੱਲੋਂ ਵੀ ਨੈਗਲੈਕਟਡ ਹੈ। ਸੋ ਇਹ ਤਾਂ ਪੰਜਾਬ ਸਰਕਾਰ ਨੂੰ ਹੀ ਉਪਰਾਲਾ ਕਰਨਾ ਪੈਣਾ, ਸੈਂਟਰ ਨਾਲ ਟੇਕ ਅਪ ਕਰਕੇ ਅਪਰੂਵ ਇਹਨਾਂ ਨੂੰ ਜਿਹੜੇ ਨਾ ਕੈਮੀਕਲ ਅਪਰੂਵ ਕਰਾਉਣੇ ਜ਼ਰੂਰੀ ਨੇ। ਸਰ ਮੇਰੇ ਨਾ ਕੁਝ 2-3 ਸਵਾਲ ਹੈਗੇ ਹੈ ਰਿਲੇਟਡ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅਮਿਤ ਕੁਮਾਰ ਜੀ, ਸਤਿ ਸ਼੍ਰੀ ਅਕਾਲ ਜੀ। ਜੀ 2-3 ਬੇਨਤੀਆਂ ਹੈਗੀਆਂ ਜੀ। ਬਹੁਤ ਅੱਛਾ ਲੱਗਿਆ ਜੀ। ਪਹਿਲਾਂ ਤਾਂ ਟੌਪਿਕ ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਇੱਕ ਡਾਕਟਰ ਸਾਹਿਬ ਗੱਲ ਕਰ ਰਹੇ ਸੀਗੇ ਵੀ ਨਰਮੇ ਤੇ ਕਾਫੀ ਚਿੱਟੇ ਮੱਛਰ ਦੀ ਜਾਂ ਹੋਰ ਵਗੈਰਾ ਵਗੈਰਾ ਦਿੱਕਤਾਂ ਆਉਂਦੀਆਂ ਨੇ, ਮੂੰਗੀ ਤੇ ਵੀ ਗੱਲ ਕਰ ਰਹੇ ਸੀਗੇ। ਆਪਾਂ ਨੂੰ ਇਹ ਸੋਚਣਾ ਪਏਗਾ ਕਿਸਾਨ ਨੂੰ ਕਿ ਨਿੰਮ ਦਾ ਤੇਲ ਵਰਤਿਆ ਜਾਏ ਤਾਂ ਬਹੁਤ ਅੱਛੇ ਰਿਜ਼ਲਟ ਨੇ। ਦੂਸਰਾ ਨੰਬਰ, ਜਿਵੇਂ ਗੱਲ ਕਰ ਰਹੇ ਸੀ ਪੈਸਟੀਸਾਈਡ ਦੀ ਜਾਂ ਇਨਸੈਕਟੀਸਾਈਡ ਦੀ ਆਪਾਂ ਨੂੰ ਵਰਤੋਂ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਤੋਂ ਮਿਲ ਜਾਏ। ਮੈਂ ਖੁਦ ਇੱਕ ਛੋਟਾ ਜਿਹਾ ਕਿਸਾਨ ਆ, 6 ਏਕੜ ਆਰਗੈਨਿਕ ਖੇਤੀ ਕਰ ਰਿਹਾ। ਪਿਛਲੇ 2012 ਤੋਂ ਕਰ ਰਿਹਾ, ਲੇਕਿਨ ਮੈਂ ਕੋਈ ਪੈਸਟੀਸਾਈਡ, ਵੀਟੀਸਾਈਡ ਕੁਝ ਨਹੀਂ ਵਰਤ ਰਿਹਾ ਜੀ। 11-21 ਬਾਸਮਤੀ ਮੇਰੇ ਕੋਲ ਮਿਨੀਮਮ 20 ਤੋਂ ਲੈ ਕੇ 24 ਕੁਇੰਟਲ ਹੋਈ ਦੀ ਕਣਕ ਦੀ ਥੋੜੀ ਜਿਹੀ ਕਮੀ ਹੈ। ਜਿਵੇਂ ਗੱਲਾਂ ਹੋ ਰਹੀਆਂ ਸੀ, ਕੱਖ ਹੋ ਜਾਂਦੇ ਆ, ਕੱਖਾਂ ਦਾ ਬਦਲ ਵੀ ਹੋ ਸਕਦਾ ਹੈ, ਪਰ ਲੇਕਿਨ ਆਪਾਂ ਨੂੰ ਧਰਤੀ ਮਾਂ ਬਚਾਉਣ ਦੇ ਲਈ ਜਾਂ ਵਾਤਾਵਰਨ ਬਚਾਉਣ ਦੇ ਲਈ ਦਵਾਈਆਂ ਤੋਂ ਪਰਹੇਜ਼ ਕਰਨਾ ਪਏਗਾ। ਨਿੰਮ ਦਾ ਤੇਲ, ਹੋਰ ਬਾਇਓ ਦੇ ਕਾਫੀ ਅੱਛੇ ਪ੍ਰੋਡਕਟ ਵੀ ਆ ਚੁੱਕੇ ਨੇ ਜਿਹੜੇ ਕਿ ਆਪਾਂ ਨੂੰ ਕਿਸਾਨ ਨੂੰ ਇਸ ਪੈਸਟੀਸਾਈਡ ਦੇ ਖਰਚੇ ਤੋਂ ਬਚਾ ਸਕਦੇ ਨੇ। ਧੰਨਵਾਦ ਜੀ, ਮੇਰਾ ਇਹੀ ਸੁਝਾਅ ਸੀਗਾ। ਬਹੁਤ ਸੋਹਣਾ ਦੱਸਿਆ ਤੁਸੀਂ ਅਮਿਤ ਕੁਮਾਰ ਜੀ। ਤੇ ਮੇਰਾ ਖਿਆਲ, ਹਾਂਜੀ ਅਭਿਜੀਤ ਜੀ ਤੁਸੀਂ ਬੋਲੋ। ਡਾਕਟਰ ਸਾਹਿਬ, ਤੁਸੀਂ ਜਿਹੜਾ ਅਮਿਤ ਕੁਮਾਰ ਜੀ ਨੇ ਵਿਚਾਰ ਸਾਂਝਾ ਕੀਤਾ, ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਜਾਂ ਮੈਂ ਆਪਣਾ ਸਵਾਲ ਪੁੱਛਦਾ ਹਾਂ। ਜਿਵੇਂ ਡਾਕਟਰ ਸਾਹਿਬ, ਮੈਂ ਬਠਿੰਡੇ ਵਾਲੇ ਪਾਸੇ ਆਉਣਾ, ਸਾਡੇ ਮੂੰਗੀ ਵੀ ਹੁੰਦੀ ਹੈ ਟਿੱਬਿਆਂ ਤੇ ਨਰਮਾ ਵੀ ਹੁੰਦਾ ਹੈਗਾ, ਤੇ ਆ ਜਿਹੜੇ ਸੁੰਡੀ ਵਾਲੀ ਦਿੱਕਤ ਹੈ ਇਹ ਵੀ ਹੁੰਦੀ ਹੈ। ਇਹਦਾ ਹੁਣ ਕੀ ਕਾਰਨ ਹੈ? ਮਤਲਬ ਅਸੀਂ ਦੇਖ ਰਹੇ ਹਾਂ ਵੀ ਇਹ ਕੁਝ 2004-05 ਤੋਂ ਬਾਅਦ ਸੁੰਡੀ ਦੀ ਪ੍ਰੋਬਲਮ ਆਉਣ ਲੱਗੀ ਹੈ। ਇਹਨੂੰ ਕਿਸ ਤਰ੍ਹਾਂ ਆਪਾਂ ਸੋਲਵ ਕਰ ਸਕਦੇ ਹਾਂ? ਉਹ ਤੁਹਾਨੂੰ ਜਿਸ ਤਰ੍ਹਾਂ ਅਭਿਜੀਤ ਜੀ ਮੈਂ ਦੱਸਿਆ ਨਾ, ਜਿਵੇਂ ਅਮਿਤ ਜੀ ਨੇ ਦੱਸਿਆ, ਬਿਲਕੁਲ ਠੀਕ ਹੈ। ਆਪਾਂ ਨੂੰ ਜਾਣਾ ਚਾਹੀਦਾ ਆਰਗੈਨਿਕ ਵੱਲ। ਨਿੰਮ ਦਾ ਸਪਰੇ ਵੀ ਦੇਖਿਆ ਗਿਆ ਇਫੈਕਟਿਵ ਹੈਗਾ। ਹੋਰ ਵੀ ਇਹਦੇ 'ਚ ਆਰਗੈਨਿਕ 'ਚ ਕੁਝ ਆਪਣੇ ਕੋਲ ਬਦਲ ਹੈਗੇ ਆ, ਪਰ ਕਈ ਵਾਰੀ ਸਪਰੇ ਵੀ ਆਪਾਂ ਨੂੰ ਕਰਨੀ ਪੈਂਦੀ ਹੈ। ਆਪਾਂ ਇੱਕ ਮੈਂ ਪਿੱਛੇ ਪੜ੍ਹ ਰਿਹਾ ਸੀ, ਬੜਾ ਅੱਛਾ ਕਿਸੇ ਨੇ ਲਿਖਿਆ ਸੀਗਾ ਕਿ ਠੀਕ ਹੈ ਨੁਕਸਾਨ ਕਰਦੀਆਂ, ਆਪਾਂ ਇਹਨਾਂ ਦਾ ਨਾਂ ਜ਼ਹਿਰਾਂ ਰੱਖ ਲਿਆ, ਜ਼ਹਿਰਾਂ, ਪਰ ਇਹ ਕਿਸੇ ਥਾਂ ਤੇ ਜ਼ਰੂਰੀ ਵੀ ਹੈ। ਔਰ ਜਦੋਂ ਇਹ ਰਿਕਮੈਂਡ ਹੁੰਦੀਆਂ ਨਾ ਜੀ, ਇਹਦਾ ਰੈਜ਼ੀਡੂਅਲ ਇਫੈਕਟ ਵਗੈਰਾ ਸਾਰਾ ਸਟੱਡੀ ਕਰਕੇ ਰਿਕਮੈਂਡ ਹੁੰਦੀਆਂ। ਠੀਕ ਹੈ, ਵਾਤਾਵਰਨ ਲਈ ਨਹੀਂ ਚੰਗੀਆਂ, ਮੈਂ ਐਡਵੋਕੇਟ ਨਹੀਂ ਕਰ ਰਿਹਾ, ਪਰ ਬਿਲਕੁਲ ਫ੍ਰੀ, ਕੈਮੀਕਲ ਫ੍ਰੀ ਜੇ ਕਰਕੇ ਨਾ ਜੀ, ਕਈ ਵਾਰੀ ਕੋਈ ਬਦਲ ਹੀ ਹੋਰ ਨਹੀਂ ਹੁੰਦਾ ਆਪਣੇ ਕੋਲ, ਇੰਨਾ ਨੁਕਸਾਨ ਹੋਣ ਦਾ ਡਰ ਰਹਿੰਦਾ ਕਿ ਕੈਮੀਕਲ ਕਰਨਾ ਹੀ ਪੈਂਦਾ ਹੈ। ਸੋ ਇਸ ਕਰਕੇ ਇਹ ਜੁਡੀਸ਼ੀਅਸ ਯੂਜ਼ ਜਿਹੜਾ ਨਾ ਉਹ ਕਈ ਵਾਰੀ ਕਰਨਾ ਪੈਂਦਾ ਹੈ। ਸੋ ਇੱਕ ਤਾਂ ਇਹ ਸੀ। ਦੂਸਰਾ ਨਾ ਆਪਣੇ 'ਚ ਮੈਂ ਦੇਖ ਰਿਹਾ ਡਾਕਟਰ ਗੁਰਦੀਪ ਸਿੰਘ ਬੈਠੇ ਨੇ, ਇਹ ਦਾਲਾਂ ਦੇ ਇੰਚਾਰਜ ਰਹੇ ਹੈਗੇ ਆ ਪਹਿਲਾਂ, ਹੁਣ ਰਿਟਾਇਰਡ ਨੇ ਸਾਡੇ ਕੁਲੀਗ।
ਸੋ ਇਹਨਾਂ ਦਾ ਮੈਨੂੰ ਕੱਲ ਫੋਨ ਆਇਆ ਸੀ ਕਿ ਮੈਂ ਵੀ ਕੁਝ ਵਿੱਚ ਇਹਦੇ ਕੰਟਰੀਬਿਊਟ ਕਰਨਾ ਚਾਹੁੰਦਾ। ਸੋ ਮੇਬੀ ਡਾਕਟਰ ਸਾਹਿਬ ਤੁਸੀਂ ਆਪਣਾ ਮਾਈਕ ਅਨਮਿਊਟ ਕਰਕੇ ਜੇ ਕੁਝ ਕਹਿਣਾ ਚਾਹੋ ਤੇ। ਡਾਕਟਰ ਸਾਹਿਬ ਤੁਹਾਡਾ ਸੁਣਾਈ ਨਹੀਂ ਦੇ ਰਿਹਾ, ਉਹ ਮਾਈਕ ਨੂੰ ਅਨਮਿਊਟ ਕਰਨਾ ਮਾਈਕ ਪੈਣਾ। ਅਨਮਿਊਟ ਕਰਨ ਵਾਲਾ ਡਾਕਟਰ ਕੁਲਦੀਪ ਸਿੰਘ ਦਾ। ਅੱਛਾ ਨਹੀਂ ਹੋ ਰਿਹਾ। ਗੁਰਦੀਪ ਸਿੰਘ ਅਭਿਜੀਤ, ਤੁਸੀਂ ਕਰ ਸਕਦੇ ਹੋ? ਆਈ ਸੀ ਇਹ ਹਾਂ ਅਭਿਜੀਤ ਜੀ ਤੁਸੀਂ ਕਰ ਸਕਦੇ ਹੋ ਡਾਕਟਰ ਸਾਹਿਬ ਦਾ ਮਾਈਕ ਅਨਮਿਊਟ। ਸਰ ਮੈਂ ਟਰਾਈ ਕਰਦਾ। ਹਾਂਜੀ ਹਾਂਜੀ ਮਾਈਕ ਤੇ ਜਾ ਕੇ ਡਾਕਟਰ ਸਾਹਿਬ ਇੱਕ ਵਾਰੀ ਕਲਿੱਕ ਕਰੋ, ਫਿਰ ਸ਼ਾਇਦ ਹੋ ਜਾਏਗਾ। ਸਰ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਤੇ ਜਦੋਂ ਆ ਗਏ ਜੀ। ਹਾਂਜੀ ਹੋ ਗਿਆ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਜਦੋਂ ਇਹ ਸਾਡੇ ਆਈ ਨਾ ਜੀ 2002-03 ਚ, ਮੈਂ ਦੱਸ ਰਿਹਾ ਸੀ ਪਲਸਿਸ ਏਰੀਆ ਵਧੀਆ, ਉਦੋਂ ਡਾਕਟਰ ਸਾਹਿਬ ਪਲਸਿਸ ਦੇ ਹੈੱਡ ਸੀਗੇ। ਉਦੋਂ ਅਸੀਂ ਇਹਨਾਂ ਦੀ ਅਗਵਾਈ ਚ ਉਦੋਂ ਕੰਮ ਕੀਤਾ ਸਾਰਾ। ਸੋ ਉਹ ਉਦੋਂ 668 ਆਈ ਜਿੱਦਾਂ ਫੈਲੀ, ਸੋ ਇਹਨਾਂ ਦੀ ਅਗਵਾਈ ਚ ਹੀ ਸਾਰਾ ਕੁਝ ਚੱਲਿਆ ਉਦੋਂ। ਸੋ ਇਹ ਬੜੇ ਯਕੀਨ ਸੀਗੇ ਕਿ ਮੈਂ ਜ਼ਰੂਰ ਵਿੱਚ ਪਾਰਟਿਸਿਪੇਟ ਕਰਨਾ। ਹਾਲਾਂਕਿ ਮੇਰੇ ਵਾਂਗੂ ਨਾ ਮੈਨੂੰ ਵੀ ਆ ਜਦੋਂ ਜ਼ੂਮ ਯੂਜ਼ ਕਰਨਾ ਪੈਂਦਾ ਸਾਰੀ ਟੈਕਨੋਲੋਜੀ, ਮੈਂ ਵੀ ਉਹਦੇ ਚ ਕਨਫਿਊਜ਼ ਹੋ ਜਾਂਦਾ। तो डॉक्टर साहब ने कल ही सारा सिस्टम सीख के ते सेट कीता है। डॉक्टर साहब हाँ जी आवाज आ रही ਤੁਹਾਨੂੰ? We are very honored. हाँ दसो We are very honored डॉक्टर साहब। डॉक्टर साहब हाँ जी दसो ਤੁਹਾਡੀ ਆਵਾਜ਼ ਆ ਰਹੀ ਹੈ ਜੀ, ਦੱਸੋ ਤੁਸੀਂ ਕੀ ਕਹਿਣਾ। ਮੇਰੀ ਆ ਰਹੀ ਹੈ? ਆ ਰਹੀ ਜੀ, ਆ ਰਹੀ ਹੈ। ਅੱਛਾ ਇਸ ਤਰ੍ਹਾਂ ਆ ਜੀ, ਗੱਲ ਆਵੇ ਮੈਨੂੰ 2 ਮਿੰਟ ਦੇ ਦੇਣੇ। ਮੈਂ ਸਭ ਕੁਝ ਸੁਣ ਰਿਹਾ ਵਾਂ ਔਰ ਆਪਣੀ ਜ਼ਿੰਦਗੀ ਕੱਢੀ ਹੈ ਇਹ ਕੰਮ ਕਰਕੇ। ਔਰ ਪਹਿਲਾਂ ਤਾਂ ਮੈਂ ਬੈਕਗ੍ਰਾਉਂਡ ਥੋੜੀ ਦੱਸਣਾ ਚਾਹੁੰਦਾ, ਉਸ ਤੋਂ ਬਾਅਦ ਜਿਹੜੇ ਹੁਣ ਬੀਜੀ ਤੇ ਗਈ ਆ ਤੇ ਜਿਹੜੇ ਕ੍ਰਿਟੀਕਲ ਫੈਕਟਰ ਆ, ਜਿਹੜਾ ਨੁਕਸਾਨ ਜ਼ਮੀਨ ਦਾ ਤਾਂ ਹੋ ਸਕਦਾ ਉਹ ਤੋਂ ਕਿੱਦਾਂ ਬਚ ਸਕਦੀ ਹੈ। ਪਹਿਲੀ ਗੱਲ ਇਹ ਆ ਕਿ ਜਿਹੜੀ ਇਹ 60 ਮੂੰਗੀ ਇੰਟਰੋਡਿਊਸ ਹੋਈ ਸੀਗੀ, ਇਹ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਪ੍ਰੋਜੈਕਟ ਸੀਗਾ। DFDI ਇਹ ਉੱਥੇ ਦਾ ਹੈਗਾ ਸੀਗਾ ਡਿਵੈਲਪਮੈਂਟ, ਇੰਗਲੈਂਡ ਵਾਲਿਆਂ ਦਾ ਪ੍ਰੋਜੈਕਟ ਸੀ। ਉਹ ਮਲਟੀ ਹੈਗਾ ਬੰਬੋਰ ਦਾ, ਜਿਹਦੇ ਵਿੱਚ ਇਹ ਸੀਗਾ ਕਿ ਇਹਦਾ ਪੋਟੈਂਸ਼ੀਅਲ ਦੇਖਣਾ ਵਾ 60 ਮੂੰਗ ਦਾ। ਇਹ ਇੰਡੋਗਨੇਟਿਵ ਪਲੇਨ ਆਫ ਸਾਊਥ ਏਸ਼ੀਆ ਦੇ ਵਿੱਚ ਬਹੁਤ ਕੰਟਰੀ ਆ ਜਾਂਦੇ ਆ। ਆਪਾਂ ਆਉਨੇ ਆ ਇੱਥੇ ਇੰਡੀਆ ਆ ਗਿਆ, ਜਮਲ ਬੰਗਲਾਦੇਸ਼, ਨੇਪਾਲ ਵਾਲੇ ਪਾਸੇ। ਔਰ ਇਹ ਜਿਹੜਾ ਕੰਮ ਹੋਇਆ, ਜਿਹੜਾ ਬੈਂਸ ਸਾਹਿਬ ਦੱਸਣ ਡਏ ਆ, ਇਹ ਬਿਲਕੁਲ ਹੀ ਬਰੀਡਿੰਗ ਕੰਮ ਇਹਨਾਂ ਨੇ ਸਾਰਾ ਇਹਨਾਂ ਹੀ ਕੀਤਾ ਵਾ। ਉਹ ਇਹਦੇ ਵਿੱਚ ਬੜੇ ਚੋਟੀ ਦੇ ਬੰਦੇ ਤੇ ਇੰਟਰਨੈਸ਼ਨਲ ਸਾਇੰਟਿਸਟ ਜਿਹੜੇ ਆ ਉਹ ਇਨਵੋਲਵਮੈਂਟ ਸੀ। ਇੱਕ ਤੇ ਵੇਖੋ ਇੰਗਲੈਂਡ ਦੇ ਲੋਕ ਸਾਇੰਟਿਸਟ, ਦੂਸਰਾ AVRDC ਏਸ਼ੀਅਨ ਵੈਜੀਟੇਬਲ ਡਿਵੈਲਪਮੈਂਟ ਸੈਂਟਰ ਜੇ ਤਮਾਨ ਦਾ ਹੈ, ਉਹਦੇ ਵਿੱਚ ਡਾਕਟਰ ਸੁੰਦਰ ਸੀਗੇ ਉਸ ਵੇਲੇ ਡਿਊਟੀ ਡਾਇਰੈਕਟਰ। ਉਹਨਾਂ ਨੇ ਇਹ ਪ੍ਰੋਜੈਕਟ ਜਿਹੜਾ ਸੀਗਾ ਸ਼ੁਰੂ ਕੀਤਾ ਸੀ ਔਰ ਸਾਨੂੰ ਮਿਲਿਆ। ਇਹਦੇ ਚ ਮੈਂ ਗੱਲ ਇਹ ਦੱਸਣਾ, ਵੇਖੋ ਇੱਕ ਇਹ ਦੱਸੀ ਨਾ ਬੈਕਗਰਾਉਂਡ। ਫਿਰ ਜਿਹੜੇ ਹੈਲੋ ਆਵਾਜ਼ ਆ ਰਹੀ? ਹਾਂਜੀ ਆ ਰਹੀ ਡਾਕਟਰ ਸਾਹਿਬ, ਆ ਰਹੀ ਹੈ। ਫਿਰ ਜਿਹੜੇ ਇੱਥੇ ਦੇ ਜਿਹੜੇ ਸਾਡੇ ਯੂਨੀਵਰਸਿਟੀ ਦੇ ਜਿਹੜੇ ਸਾਇੰਟਿਸਟ ਸੀਗੇ, ਆਮ ਤੌਰ ਤੇ ਡਿਸਪਲਿਨਰੀ ਜਾਂ ਮਲਟੀ ਡਿਸਪਲਿਨਰੀ ਲੋਕ ਕੰਮ ਕਰਦੇ ਆ, ਪਰ ਇਸ ਵੇ ਦੇ ਵਿੱਚ ਬੜੇ ਅਲੱਗ ਤਰ੍ਹਾਂ ਦੇ ਸਾਇੰਟਿਸਟ ਆਏ। ਪਹਿਲੀ ਗੱਲ ਤੇ ਡਾਕਟਰ ਕੇ ਕਿਰਪਾਲ ਸਿੰਘ ਵਾਈਸ ਚਾਂਸਲਰ ਸੀ, ਦੂਸਰਾ ਡਾਕਟਰ ਨੰਦਾ ਡਾਇਰੈਕਟਰ ਰਿਸਰਚ ਸੀ। ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਸਿਗਨਲ ਚਲਾ ਗਿਆ ਉਧਰ। ਹਾਂਜੀ ਅੱਛਾ, ਇੱਕ ਡਾਕਟਰ ਸਾਹਿਬ ਜਿਵੇਂ ਹੁਣ ਪਿੰਡਾਂ 'ਚ ਗੱਲ ਕਰਦੇ ਹਾਂ, ਕਹਿੰਦੇ ਵੀ ਐਤਕੀ ਥੋੜਾ ਜਿਹੜਾ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਹੈ, ਕਿਉਂਕਿ ਅਸੀਂ ਜੋ ਛੋਟੇ ਹੁੰਦੇ ਸੀ ਤਾਂ ਰੇਡੀਓ ਤੇ ਜਾਣਕਾਰੀ ਆਉਂਦੀ ਹੁੰਦੀ ਸੀ ਸ਼ਾਮ ਨੂੰ 4 ਵਜੇ, ਉਹ ਦੱਸਦੇ ਹੁੰਦੇ ਸੀ ਵੀ ਆਹ ਕਰਨਾ ਚਾਹੀਦਾ ਹੈਗਾ। ਇਹ ਕਹਿੰਦੇ ਵੀ ਐਤਕੀ ਇਨਫੋਰਮੇਸ਼ਨ ਥੋੜੀ ਜਿਹੀ ਲੇਟ ਆਈ ਹੈ, ਤਾਂ ਉਹ ਮੈਨੂੰ ਲੱਗਦਾ ਵੀ ਸਰਕਾਰ ਦੇਖ ਲੇਗੀ। ਤੇ ਇਹਦੇ ਜਿਹੜੇ ਹੁਣ ਆਪਾਂ ਡਾਈਵਰਸਿਫਿਕੇਸ਼ਨ ਕਹਿ ਰਹੇ ਹਾਂ, ਸਰਕਾਰ ਉਹਦੇ ਵਾਸਤੇ ਕੀ ਹੋਰ ਕਦਮ ਚੁੱਕ ਸਕਦੀ ਹੈ ਜਿਹੜੇ ਅਗਲੇ ਆਉਣ ਵਾਲੇ ਟਾਈਮ 'ਚ ਧਿਆਨ ਰੱਖੇ?
ਜਿਵੇਂ ਆਪਾਂ ਕਹਿ ਰਹੇ ਹਾਂ ਵੀ ਹਰ ਇਲਾਕੇ 'ਚ ਕੋਈ ਵੈਰਾਈਟੀ ਕ੍ਰੌਪ ਹੋ ਸਕਦੀ ਹੈ, ਉਹ ਦੇਖ ਕੇ ਉੱਥੇ ਕਰਨਾ ਚਾਹੀਦਾ। ਤਾਂ ਸਰਕਾਰ ਉਹ ਡੇਟਾ ਕਿਸ ਤਰ੍ਹਾਂ ਲੈ ਸਕਦੀ ਹੈ ਵੀ ਉਹ ਸਹੀ ਤਰੀਕੇ ਨਾਲ ਇਸ ਪਾਲਿਸੀ ਨੂੰ ਹੋਰ ਚੰਗੇ ਤਰੀਕੇ ਨਾਲ ਅੱਗੇ ਲੈ ਕੇ ਜਾ ਸਕੇ? ਡਾਕਟਰ ਮੱਲੀ ਦੱਸ ਦੇਣਗੇ। ਡਾਕਟਰ ਸਾਹਿਬ ਇਹਦੇ 'ਚ ਅਭਿਜੀਤ ਗੱਲ ਇਹ ਆ ਕਿ ਇਹ ਟਾਈਮ ਟੂ ਟਾਈਮ ਕ੍ਰੌਪ ਜ਼ੋਨਸ ਆਇਡੈਂਟੀਫਾਈ ਹੋਏ ਨੇ ਕਿ ਕਿਹੜੀ ਕ੍ਰੌਪ ਕਿਹੜੇ ਜ਼ੋਨ ਦੇ ਵਿੱਚ, ਕਿਹੜੇ ਏਰੀਏ ਦੇ ਵਿੱਚ ਢੁਕਵੀਂ ਹੈਗੀ ਆ, ਵਧੀਆ ਹੋ ਸਕਦੀ ਆ। ਤੇ ਉਹਦੇ 'ਚ ਕਿਸੇ ਨੇ ਅੱਜ ਤੱਕ ਤੇ ਉਹ ਫਾਈਲਾਂ ਤੋਂ ਮਿੱਟੀ ਝਾੜੀ ਨਹੀਂ। ਬੜੇ ਡਾਕਟਰ ਜੌਲ ਦੇ ਲੈਵਲ ਤੋਂ ਲੱਗ ਕੇ ਇਹ ਮਸਲਾ ਚੱਲਦਾ ਰਿਹਾ। ਤੇ ਜੇ ਹੁਣ ਪੰਜਾਬ ਗਵਰਨਮੈਂਟ ਇਸ ਵੇਲੇ ਹਰਕਤ ਦੇ ਵਿੱਚ ਆਈ ਹੈ ਤੇ ਕੋਈ ਔਖੀ ਗੱਲ ਨਹੀਂ ਹੈ। ਸਾਰੀ ਇਨਫੋਰਮੇਸ਼ਨ ਅਵੇਲੇਬਲ ਆ, PAU ਤੋਂ ਸਾਰੀ ਇਨਫੋਰਮੇਸ਼ਨ ਇਹ ਲਈ ਜਾ ਸਕਦੀ ਹੈ ਤੇ ਇਹ ਕੰਮ ਅੱਗੇ ਚਲਾਇਆ ਜਾ ਸਕਦਾ। ਕੋਈ ਪ੍ਰੋਬਲਮ ਨਹੀਂ ਇਹਦੇ ਵਿੱਚ। ਡਾਕਟਰ ਸਾਹਿਬ KVKs ਦੇ ਵਿੱਚ ਵੀ ਇਨਫੋਰਮੇਸ਼ਨ ਹੋਣੀ ਹੈ ਇਹਦੀ, ਜਿਹੜੇ ਖੇਤੀਬਾੜੀ is a part and parcel of PAU। ਇਨਫੋਰਮੇਸ਼ਨ ਇੱਕ ਵਾਰੀ ਨਹੀਂ ਬਹੁਤ ਵਾਰੀ ਜਾ ਚੁੱਕੀ ਹੈ, ਬਾਰ-ਬਾਰ। ਮੈਂ ਆਪਣੇ ਕੈਰੀਅਰ 'ਚ ਪਤਾ ਨਹੀਂ ਕਿੰਨੀ ਵਾਰੀ ਭੇਜ ਚੁੱਕਿਆ ਜੀ। ਬੜੇ ਵੱਡੀਆਂ ਰਿਪੋਰਟਾਂ ਫਾਈਲਾਂ ਬਣ ਕੇ ਮੋਟੀਆਂ ਗਈਆਂ, ਕਿਹੜੀ ਕ੍ਰੌਪ ਕਿਹੜੇ ਏਰੀਏ ਦੇ ਵਿੱਚ ਕਿਹੜੇ ਕ੍ਰੌਪਿੰਗ ਪੈਟਰਨ 'ਚ ਫਿੱਟ ਆਏਗੀ, ਉਹਦੀ ਇਕਨੋਮਿਕਸ ਕੀ ਹੋਏਗੀ, ਸਾਰਾ ਕੁਝ ਸਰਕਾਰ ਕੋਲ ਹੈਗਾ। ਔਰ ਦੁਬਾਰਾ ਫੇਰ ਤਿਆਰ ਪਿਆ, ਉਹਦੇ 'ਚ ਕੋਈ ਦੇਰ ਨਹੀਂ ਲੱਗਣੀ। ਜੇ ਸਰਕਾਰ ਨੇ ਹੁਣ ਸ਼ੁਰੂ ਕੀਤਾ ਨਾ ਤਾਂ ਅਰਨੈਸਟਲੀ ਜੇ ਚਾਹੁੰਦੀ ਹੈ ਡਿਵਰਸੀਫਿਕੇਸ਼ਨ। ਮੈਂ ਤੁਹਾਨੂੰ ਦੱਸਦਾ, ਮੈਂ 30 ਸਾਲ ਦੇ ਕੈਰੀਅਰ ਦੇ ਵਿੱਚ ਜਦੋਂ ਜੁਆਇਨ ਕੀਤਾ ਸੀ ਉਦੋਂ ਵੀ ਡਿਵਰਸੀਫਿਕੇਸ਼ਨ ਵਰਡ ਅਸੀਂ ਇੱਦਾਂ ਹੀ ਸੁਣਦੇ ਸੀ। ਰਿਟਾਇਰ ਹੋਇਆ ਤਾਂ ਉਦੋਂ ਵੀ ਡਿਵਰਸੀਫਿਕੇਸ਼ਨ ਵਰਡ ਇੱਦਾਂ ਹੀ ਸੁਣਦੇ ਰਹੇ, ਇੱਦਾਂ ਹੀ ਰਿਪੋਰਟਾਂ ਬਣ ਕੇ ਜਾਂਦੀਆਂ ਰਹੀਆਂ, ਪਰ ਡਿਵਰਸੀਫਿਕੇਸ਼ਨ ਹੋਈ ਨਹੀਂ। ਤੇ ਹੁਣ ਜੇ ਸਰਕਾਰ ਦਾ ਬਹੁਤ ਵਧੀਆ ਕਦਮ ਹੈ ਜੋ ਇਹਨਾਂ ਨੇ ਕੀਤਾ, ਕਦੇ ਨਹੀਂ ਹੋਇਆ ਸੀਗਾ। ਇੱਕ ਤੀਜੀ ਕ੍ਰੌਪ ਦੀ MSP ਸ਼ੁਰੂ ਕੀਤੀ ਹੈ, ਬਹੁਤ ਵਧੀਆ ਵੀ, ਵੈਲਕਮ। ਪਰ ਇਹਨੂੰ ਹਾਫ ਬੇਕਡ ਨਾ ਰੱਖਣ, ਇਹਨੂੰ ਪੂਰੀ ਪਾਲਿਸੀ ਬਣਾ ਕੇ, ਕੱਲੀ ਮੂੰਗੀ ਨਹੀਂ, ਪੂਰਾ ਪੈਕੇਜ ਬਣੇ ਔਰ ਸਾਰਾ ਕੁਝ ਅਵੇਲੇਬਲ ਹੈ। ਕੋਈ ਨਵੀਂ ਬਣਾਉਣ ਵਾਲੀ ਚੀਜ਼ ਨਹੀਂ ਇਹ ਹੈਗੀ। ਸੋ ਇਹਨੂੰ ਅਰਨੈਸਟਲੀ ਜੇ ਕਰਨਾ ਚਾਹੁੰਦੇ ਆ ਤਾਂ ਪ੍ਰੋਪਰਲੀ ਪਲਾਨ ਕਰਕੇ ਪੂਰੀ ਇਹਨੂੰ ਇੰਪਲੀਮੈਂਟ ਕਰ ਸਕਦੇ ਆ। ਕੋਈ ਏਡੀ ਵੱਡੀ ਗੱਲ ਨਹੀਂ, ਸਾਰਾ ਕੁਝ ਹੈ ਸਰਕਾਰ ਦੇ ਕੋਲ, ਸਟਾਫ ਵੀ ਹੈ, ਰਿਸੋਰਸਿਸ ਵੀ ਹੈ, ਇੱਕ ਵਿਲ ਚਾਹੀਦੀ ਹੈ, ਬਸ ਹੋਰ ਕੁਝ ਨਹੀਂ ਚਾਹੀਦਾ। ਸੋ ਇਹਦੇ 'ਚ ਜਿਸਟ ਦੇ ਵਿੱਚ ਜੇ ਆਪਾਂ ਇਹਨੂੰ ਕਹੀਏ ਕਿ PAU ਤਾਂ ਬੜੀ ਦੇਰ ਦੀ ਬਹੁਤ ਚੀਜ਼ਾਂ ਰეკਮੈਂਡ ਕਰਦੀ ਰਹੀ ਹੈ, ਪਰ ਕੋਈ ਸਰਕਾਰ ਹਜੇ did not come forward। ਉਹਦੇ 'ਚ ਸੌਰੀ ਮੈਡਮ, ਇੱਕ ਮਿੰਟ, ਮੈਂ ਉਹਦੇ ਸਿਰਫ ਇਹੀ ਹੈ ਕਿ ਪਾਲਿਸੀ 'ਚ ਇਹ ਬਣ ਜੇ ਕਿਹੜੀ ਚੀਜ਼ ਕਿੰਨੇ ਏਰੀਏ 'ਚ ਬੀਜਣੀ ਆਂਦਾ, ਕਿ ਗਲਤ ਨਾ ਆ ਜਾਏ। ਬਿਲਕੁਲ ਜੀ। ਸਿਰਫ ਜਿਹੜਾ ਹੁੰਦਾ ਰਿਹਾ ਹਜੇ ਤੱਕ ਕਿ ਇੱਕ ਚੀਜ਼ ਦਾ ਜਦੋਂ ਸਰਕਾਰ ਥੋੜਾ ਜਿਹਾ ਹਾਮੀ ਭਰਦੀ, ਦੇਖੋ ਫਾਰਮਰ ਕਿੰਨੇ ਰਿਸਪੌਂਸਿਵ ਹੈ ਪੰਜਾਬ ਦੇ, ਸਰਕਾਰ ਵੱਲੋਂ ਛੋਟੀ ਜਿਹੀ ਨੋਡ ਆਂਦੀ ਹੈ ਤਾਂ ਫਾਰਮਰ ਏਰੀਏ ਵਿੱਚ ਕਮੀ ਨਹੀਂ ਰੱਖਦੇ ਪ੍ਰੋਡਕਸ਼ਨ ਦੇ ਵਿੱਚ। ਗਲਤ ਆ ਜਾਂਦਾ, ਉਹ ਸਾਰਾ ਬੁੱਧੇ ਮੂੰਹ ਡਿੱਗ ਪੈਂਦਾ। ਇਹਦੇ ਸਿਰਫ ਦੇਖਣ ਦੀ ਲੋੜ ਹੈ ਕਿਹੜੀ ਚੀਜ਼ ਕਿੰਨੀ ਲਾਉਣੀ ਹੈ, ਕਿੰਨੀ ਪ੍ਰੋਡਕਸ਼ਨ ਸਾਨੂੰ ਲੋੜ ਹੈ। ਸੋ ਇਹਦੇ 'ਚ ਵਾਕਈ ਜਿਹੜੀ ਸਾਨੂੰ ਲੈਕ ਆਫ ਵਿਲ ਦਿਖਦੀ ਰਹਿੰਦੀ ਹੈ ਨਾ ਸਰਕਾਰ ਦੀ, ਕਿ ਜਿਵੇਂ ਤੁਸੀਂ ਕਿਹਾ ਹਾਫ ਬੇਕਡ ਆਈਡੀਆਜ਼, ਪੂਰੇ ਤਰੀਕੇ ਦੇ ਨਾਲ, ਪੂਰੀ ਮਿਹਨਤ ਦੇ ਨਾਲ, ਪੂਰੀ ਸਪਿਰਿਟ ਦੇ ਨਾਲ ਕ੍ਰੌਪਸ ਵੱਲ ਦੇਖਣਾ ਚਾਹੀਦਾ ਹੈ, ਏਰੀਆ ਨੂੰ ਦੇਖਣਾ ਚਾਹੀਦਾ ਹੈ, ਕਿੱਥੇ ਕੀ ਚੀਜ਼ ਉਗਦੀ ਹੈ, ਉਗ ਸਕਦੀ ਹੈ। ਤੇ ਜਿਵੇਂ ਡਾਕਟਰ ਮੱਲੀ ਨੇ ਕਿਹਾ, ਬਠਿੰਡੇ ਵਾਲੇ ਏਰੀਆ ਦੇ ਵਿੱਚ ਨੈਕਸਟ ਕ੍ਰੌਪ ਹੋਊਗਾ ਕਾਟਨ, ਸੋ ਉਹਦਾ ਵੀ ਧਿਆਨ ਦੇਣਾ ਚਾਹੀਦਾ ਹੈਗਾ। ਸੋ ਇਟਸ ਵੈਰੀ ਇੰਪੋਰਟੈਂਟ ਕਿ ਕਿੱਥੇ ਕੀ ਉਗਣਾ ਚਾਹੀਦਾ ਹੈਗਾ। ਐਂਡ ਪਲਸਿਸ ਤਾਂ ਖੈਰ ਇਜ਼ ਅ ਵੈਰੀ ਗੁੱਡ ਥਿੰਗ, ਕਿਉਂਕਿ ਜੇ ਆਪਾਂ ਮੈਲ ਨਿਊਟ੍ਰੀਸ਼ਨ ਵੱਲ ਵੀ ਦੇਖੀਏ, ਇੰਡੀਆ ਦੇ ਵਿੱਚ ਆਪਾਂ ਵੀ ਸਫਰ ਫਰਮ ਮੈਲ ਨਿਊਟ੍ਰੀਸ਼ਨ। ਪਲਸਿਸ ਤਾਂ ਹਾਈ ਇਨ ਪ੍ਰੋਟੀਨ ਐਂਡ ਸੋ ਮੈਨੀ ਮਿਨਰਲਸ ਦੇ ਗਿਵ ਅਸ, ਇਹ ਸਾਡੇ ਲਈ ਤਾਂ ਬਹੁਤ ਹੀ ਅੱਛਾ ਹੈਗਾ। ਐਂਡ ਪੰਜਾਬ ਲਈ ਖਾਸ ਕਰਕੇ ਕਿਉਂਕਿ ਸਾਡੀ ਸਟੇਪਲ ਡਾਇਟ ਹੈ, ਰਾਈਸ ਇਜ਼ ਨਾਟ ਅ ਸਟੇਪਲ ਡਾਇਟ। ਵਾਟਰ ਟੇਬਲ ਤੋਂ ਸੀਰੀਅਲਸ ਨੂੰ ਬਕਾਇਦਾ ਨਿਊਟ੍ਰੀਸ਼ਨਲੀ ਕੰਪਨਸੇਟ ਕਰਦੇ ਆ। ਉਹ ਐਸੈਂਸ਼ੀਅਲ ਅਮਾਈਨੋ ਐਸਿਡਸ ਜਿਹੜੇ ਸੀਰੀਅਲ 'ਚ ਐਬਸੈਂਸ ਘੱਟ ਨੇ, ਦਾਲ ਰੋਟੀ ਖਾਓ, ਦਾਲ ਰੋਟੀ ਖਾਓ ਤਾਂ ਹੀ ਬਣਿਆ ਜੀ, ਦਾਲ ਰੋਟੀ ਖਾਓ। ਬਿਲਕੁਲ ਜੀ।
ਬਿਲਕੁਲ ਜੀ, ਇੱਕ ਬੈਲੈਂਸ ਡਾਈਟ ਦੇ ਵੱਲ ਜਿਹੜਾ ਆਪਾਂ ਜਾਵਾਂਗੇ ਕਿ ਹਾਈ ਇਨ ਪ੍ਰੋਟੀਨ ਤੇ ਦਾਲ ਰੋਟੀ ਖਾਓ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਹੈਗਾ, ਤੇ ਇਹਦੇ ਨਾਲ ਹੀ ਆਪਾਂ ਇਹਦੇ ਚ ਕਿੰਨੇ ਬੈਨੀਫਿਟਸ ਹੋ ਗਏ, ਕਿਸਾਨਾਂ ਲਈ ਬੈਨੀਫਿਟ ਹੋ ਗਿਆ, ਸੋਇਲ ਲਈ ਬੈਨੀਫਿਟ ਹੋ ਗਿਆ, ਲੋਕਾਂ ਦੀ ਸਿਹਤਾਂ ਲਈ ਬੈਨੀਫਿਟ ਹੋ ਗਿਆ। ਐਂਡ ਅਨਦਰ ਥਿੰਗ ਕਿ ਸਾਨੂੰ ਰੀਜ਼ਨੇਬਲ ਰੇਟ ਤੇ ਮਿਲੇਗਾ ਜੇ ਅਸੀਂ ਤਰੀਕੇ ਸਿਰ ਇਸ ਦਾ ਵਰਤੋਂ ਕਰੀਏ। ਔਰ ਮਿਹਨਤ ਤਾਂ ਹਰੇਕ ਚੀਜ਼ ਦੇ ਵਿੱਚ ਚਾਹੀਦੀ ਹੈ, ਜੇ ਸਕਸੈਸ ਚਾਹੀਦੀ ਹੈ ਤੇ ਮਿਹਨਤ ਵੀ ਚਾਹੀਦੀ ਹੈਗੀ ਹੈ, ਮਿਹਨਤ ਤਾਂ ਲੱਗੇਗੀ ਮੂੰਗੀ ਦੀ ਦਾਲ ਵਾਸਤੇ। ਐਂਡ ਇਕਨੋਮਿਕ ਪੁਆਇੰਟ ਆਫ ਵਿਊ ਚ ਜਿਵੇਂ ਡਾਕਟਰ ਬੈਂਸ ਨੇ ਕਿਹਾ ਹੈਗਾ ਕਿ ਉਹ ਥੋੜਾ ਦੇਖਣਾ ਚਾਹੀਦਾ ਹੈ ਕਿ ਗਲਟ ਨਾ ਆਏ, ਬੜੀ ਤਰੀਕੇ ਸਿਰ ਸੋਚ ਸਮਝ ਕੇ ਸਾਰੇ ਐਕਸਪਰਟਸ ਦਾ ਲੈ ਕੇ ਸੁਜੈਸ਼ਨਸ ਤੇ ਗਾਹਾਂ ਨੂੰ ਵਧਣਾ ਚਾਹੀਦਾ ਹੈਗਾ, ਕਿਉਂਕਿ ਲੋਕਾਂ ਦੇ ਵਿੱਚ ਤਾਂ ਉਤਸ਼ਾਹ ਹੈਗਾ, ਜਿਵੇਂ ਹੁਣੀ ਡਾਕਟਰ ਬੈਂਸ ਨੇ ਕਿਹਾ ਉਤਸ਼ਾਹ ਪੂਰਾ ਨੇ। ਤੇ ਅਭਿਜੀਤ, would you like to conclude? ਹਾਂਜੀ, ਬਹੁਤ ਮੈਨੂੰ ਲੱਗਦਾ ਵੀ ਜਿਹੜੀ ਜਾਣਕਾਰੀ ਆਪਾਂ ਇੱਥੇ ਅੱਜ ਡਿਸਕਸ਼ਨ ਕੀਤਾ ਹੈ ਕਿਸਾਨਾਂ ਵਾਸਤੇ ਬਹੁਤ ਜ਼ਰੂਰੀ ਸੀਗਾ, ਆ ਸਾਰੀਆਂ ਚੀਜ਼ਾਂ ਹਰ ਪੱਖ ਤੋਂ ਸਮਝਣ ਵਾਸਤੇ ਕਿ ਉਹ ਕਿਸ ਤਰ੍ਹਾਂ ਆਪਦੀ ਫਸਲ ਦਾ ਪੂਰਾ ਲਾਹਾ ਲੈ ਸਕਦੇ ਹੈ। ਤੇ ਜਿਸ ਤਰ੍ਹਾਂ ਦੀ ਜਾਣਕਾਰੀ ਇੰਦਰਜੀਤ ਸਿੰਘ ਜੀ ਨੇ ਦਿੱਤੀ ਜਾਂ ਡਾਕਟਰ ਬੈਂਸ ਨੇ, ਡਾਕਟਰ ਮੱਲੀ ਜੀ ਨੇ ਦਿੱਤੀ, ਉਹਦੇ ਨਾਲ ਕਿਸਾਨਾਂ ਨੂੰ ਜ਼ਰੂਰ ਫਾਇਦਾ ਹੋਏਗਾ। ਤੇ ਇਹਦੇ ਵਿੱਚ ਕੁਝ ਇੱਕ ਗੱਲਾਂ ਆਉਂਦੀਆਂ ਵੀ ਇਹ ਇੱਕ ਸ਼ੁਰੂਆਤੀ ਪਹਿਲ ਹੈ ਜੋ ਕਿ ਬਹੁਤ ਸ਼ਲਾਘਾਯੋਗ ਹੈ, ਬਹੁਤ ਚੰਗਾ ਕਦਮ ਚੁੱਕਿਆ ਹੈਗਾ, ਤੇ ਇਹ ਅੱਗੇ ਚੱਲ ਕੇ ਇਹਨੂੰ ਹੋਰ ਥੋੜਾ ਜਿਹਾ ਰਿਫਾਈਨ ਕਰਨ ਦੀ ਲੋੜ ਹੈ ਤਾਂ ਕਿ ਸਾਰਿਆਂ ਨੂੰ ਇਹਦਾ ਪੂਰਾ ਬੈਨੀਫਿਟ ਮਿਲ ਸਕੇ। ਸੋ ਇਹਦੇ ਨਾਲ ਆਪਾਂ ਅੱਜ ਦਾ ਇਹ ਜਿਹੜਾ ਸੈਸ਼ਨ ਹੈ ਇਹਨੂੰ ਕਨਕਲੂਡ ਕਰਦੇ ਹਾਂ। ਜੇ ਕੋਈ ਇੱਥੇ ਹੋਰ ਐਡ ਕਰਨਾ ਚਾਹੁੰਦਾ ਤਾਂ ਆਪਾਂ ਇੱਕ ਵਾਰੀ ਖੋਲ ਦਿੰਨੇ ਹੈਗੇ ਸਾਰੇ ਪੈਨਲਿਸਟਸ ਵਾਸਤੇ। ਇਹ ਕੁਝ ਗੱਲਾਂ ਗਵਰਨਮੈਂਟ ਵੀ ਕਰ ਲਵੇ ਤਾਂ ਮੇਰਾ ਖਿਆਲ ਹੈ ਗਵਰਨਮੈਂਟ ਦੇ ਵੀ ਬੜੀ ਫਾਇਦੇ ਵਾਲੀ ਗੱਲ ਹੋਊਗੀ। ਹਾਂਜੀ ਬਿਲਕੁਲ। ਮੇਰਾ ਇੱਕ ਸੁਝਾਅ ਹੈ ਜੀ, ਚਾਹੇ ਪਾਇਲਟ ਬੇਸਿਸ ਦੇ ਉੱਪਰ ਇੱਕ ਛੋਟਾ ਜਿਹਾ ਗ੍ਰੇਡਿੰਗ ਹੈਂਡਲਿੰਗ ਯੂਨਿਟ ਲਗਾਇਆ ਜਾਵੇ ਇੱਕ ਜਾਂ ਦੋ ਮੰਡੀਆਂ 'ਚ, ਉਸ ਤੋਂ ਆਪਾਂ ਨੂੰ ਪਤਾ ਲੱਗ ਜੂਗਾ ਕਿ ਵੇਅਰ ਵੀ ਫਾਲਟਰਿੰਗ ਤੇ ਸਾਡੀ ਇਹਦੀ ਵੈਲਿਊ ਐਡੀਸ਼ਨ ਜਾਂ ਕ੍ਰੌਪ ਦੀ ਕੰਡੀਸ਼ਨ ਕਿੰਨੀ ਇੰਪਰੂਵ ਹੋ ਰਹੀ ਹੈ। ਦੇਖੋ ਸਾਹਿਬ, ਤੁਹਾਡਾ ਤੇ ਨੈਟਵਰਕ ਬੜਾ ਮਾਰਕਫੈਟ ਦੇ ਵਿੱਚ ਵੀ ਬੜਾ ਚੰਗਾ ਹੱਥ ਪੈਂਦਾ ਆ, ਸਰਕਾਰ ਦੇ ਵਿੱਚ ਵੀ, ਤੇ ਉਹਨਾਂ ਦੇ ਪੱਲੇ ਪਾਓ ਗੱਲ, ਇਹ ਪਾਇਲਟ ਸ਼ੁਰੂ ਕਰ ਦਿਓ 1 2 4 ਮੰਡੀਆਂ ਦੇ ਵਿੱਚ। ਜੀ ਬਿਲਕੁਲ। ਹੁਣ ਕਿਉਂਕਿ ਇਹ ਪਾਵਰ ਗ੍ਰੇਡਰਸ ਨਹੀਂ ਇਹਨੂੰ ਸਾਫ਼ ਕਰਨਗੇ ਮੂੰਗੀ ਨੂੰ, ਵੀ ਨੀਡ ਅ ਸਪੈਸ਼ਲਾਈਜ਼ਡ ਇਕਵਿਪਮੈਂਟ ਫॉर ਇਟ। ਡਾਕਟਰ ਬੈਂਸ ਸਾਹਿਬ, ਤੁਸੀਂ ਕੁਝ ਐਡ ਕਰਨਾ ਚਾਹੋਗੇ? ਬਸ ਮੇਰਾ ਇਹੀ ਹੈ ਜੀ ਕਿ ਇਹ ਬਹੁਤ ਵਧੀਆ ਇੱਕ ਸ਼ੁਰੂਆਤ ਬਹੁਤ ਵਧੀਆ ਹੈ ਸਰਕਾਰ ਵੱਲੋਂ। ਸੋ ਇਹਨੂੰ ਬੇਸ ਲੈ ਕੇ ਇਹਦੇ 'ਚ ਹਜੇ ਬਹੁਤ ਇੰਪਰੂਵਮੈਂਟ ਹੋ ਸਕਦੀ ਹੈ, ਬਹੁਤ ਜਿਹੜੀਆਂ ਚੀਜ਼ਾਂ ਕਮੀਆਂ ਇਹਦੇ 'ਚ ਹਜੇ, ਨੋ ਡਾਊਟ ਸਟਾਰਟ ਬਹੁਤ ਵਧੀਆ ਹੈ, ਪਰ ਇਹਨੂੰ ਇੱਕ ਲੌਜੀਕਲ ਐਂਡ ਤੱਕ ਲੈ ਕੇ ਜਾਣਾ ਬਹੁਤ ਜ਼ਰੂਰੀ ਹੈ। ਹੁਣ ਮੰਡੀਆਂ ਦੇ ਵਿੱਚ ਪ੍ਰੋਕਿਉਰਮੈਂਟ ਸ਼ੁਰੂ ਹੋ ਗਈ, ਜਿਵੇਂ ਸੇਖੋ ਸਾਹਿਬ ਨੇ ਦੱਸਿਆ, ਇਕਵਿਪਮੈਂਟ ਦੀ ਉੱਥੇ ਲੋੜ ਹੈ, ਇਹਨੂੰ ਰਿਫਾਈਨ ਕਰਨ ਦੀ ਲੋੜ ਹੈ। ਸੋ ਉਹ ਸਾਰਾ ਕੁਝ ਜਿਹੜਾ ਹੋਰ ਨਹੀਂ ਤਾਂ ਪਲਾਨ ਕਰਕੇ ਅਗਲੇ ਸੀਜ਼ਨ ਤੱਕ ਜ਼ਰੂਰ ਕਰ ਲੈਣ ਤੇ ਬਹੁਤ ਵਧੀਆ ਗੱਲ ਹੋਏਗੀ। ਸੋ ਇਹਨੂੰ ਇੱਥੇ ਹੀ ਨਾ, ਇਹ ਜਿਸ ਤਰ੍ਹਾਂ ਬਾਕੀ ਮੈਂ ਤੁਹਾਨੂੰ ਦੱਸਿਆ 30 ਸਾਲ ਮੈਨੂੰ ਹੋ ਗਏ ਕਿ ਆਈਡੀਆ ਆਇਆ, ਉਹ ਪਟਾਕੇ ਵਾਂਗੂ ਫੁੱਲਝੜੀ ਵਾਂਗੂ ਹੋਇਆ, ਉਸ ਤੋਂ ਬਾਅਦ ਫੁੱਸ ਹੋ ਗਿਆ, ਕਿ ਬਸ ਇਹ ਫੁੱਸ ਨਾ ਹੋ ਜਾਵੇ, ਇਹਨੂੰ ਇਹਦਾ ਬੇਸ ਬਣਾ ਕੇ ਇਹਨੂੰ ਇੰਪਰੂਵ ਕਰਕੇ ਇਹਨੂੰ ਲੌਜੀਕਲ ਐਂਡ ਤੱਕ ਜ਼ਰੂਰ ਲਿਜਾਣ ਦੀ ਲੋੜ ਹੈ। ਹਾਂਜੀ, ਬਸ ਮੇਰਾ ਇਹ ਕਹਿਣਾ। ਇਸ ਸਪੇਸ ਨੂੰ ਜਿਹੜਾ ਆਪਣਾ ਅੱਜ ਦਾ ਸੈਸ਼ਨ ਹੈ ਇਹਨੂੰ ਕਨਕਲੂਡ ਕਰਨ ਤੋਂ ਪਹਿਲਾਂ ਮੈਂ ਸਮਿਤਾ ਜੀ ਦਾ ਜ਼ਰੂਰ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਇਹਨਾਂ ਜਾਣਕਾਰੀ ਤੋਂ ਭਰਪੂਰ ਸੈਸ਼ਨ ਰੱਖਿਆ, ਤੇ ਇਹ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਇਸ ਸੈਸ਼ਨ ਦਾ। ਤੇ ਅੱਗੇ ਵੀ ਦਰਖਾਸਤ ਕਰਾਂਗੇ ਅਸੀਂ ਵੀ ਸਪੋਰਟ ਆਵਰ ਫਾਰਮਰਸ ਟੀਮ ਨੂੰ, ਸਮਿਤਾ ਜੀ ਨੂੰ ਵੀ ਉਹ ਇਸ ਤਰ੍ਹਾਂ ਦੇ ਸੈਸ਼ਨ ਕਰਦੇ ਰਹਿਣ। ਸੋ ਇਸੇ ਨਾਲ ਮੈਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਰਦਾ ਹਾਂ ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ।
ਥੈਂਕ ਯੂ ਅਭਿਜੀਤ ਐਂਡ ਸਾਡਾ ਗਰੁੱਪ ਦਾ ਨਾਮ ਹੀ ਵੀ ਸਪੋਰਟ ਆ ਫਾਰਮਰਸ ਹੈ, ਫਾਰਮਰਸ ਦੀ ਸਪੋਰਟ ਵਾਸਤੇ ਹੀ ਹੈ ਤੇ ਜਿੰਨਾ ਹੋ ਸਕਦਾ ਹੈਗਾ ਅਸੀਂ ਨੌਲੇਜ ਅੱਗੇ ਆਪਣੇ ਦਿੱਗਜ ਜਿਹੜੇ ਆਪਣੇ ਪੈਨਲਿਸਟ ਹੈ ਉਹਨਾਂ ਦੀ ਹੈਲਪ ਦੇ ਨਾਲ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਥੈਂਕ ਯੂ। हेलो मैडम, हेलो मेरी आवाज आ रही?